ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਇਸ ਪ੍ਰੋਗਰਾਮ 'ਚ ਬਹੁਤ ਹੀ ਇੱਕ ਖਾਸ ਗੱਲਬਾਤ ਹੋਣ ਵਾਲੀ ਹੈ। ਜਿਹੜੇ ਸਾਡੇ ਸੁਣਨ ਵਾਲੇ ਸੋਸ਼ਲ ਮੀਡੀਆ 'ਤੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਥੋੜ੍ਹਾ ਬਹੁਤ ਅੰਦਾਜ਼ਾ ਜ਼ਰੂਰ ਹੋਏਗਾ ਕਿ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਕਿਹੋ ਜਿਹੀਆਂ ਗੱਲਾਂ ਬਾਤਾਂ ਕਰਨੀਆਂ ਨੇ। ਪਰ ਮੈਂ ਇਹ ਜ਼ਰੂਰ ਕਹੂੰਗੀ ਕਿ ਅੱਜ ਨਾ ਸਿਰਫ ਇੰਟਰਸਟਿੰਗ ਗੱਲਬਾਤ ਹੈ, ਅੱਜ ਦੀ ਜਿਹੜੀ ਗੱਲ ਹੋਣੀ ਆ ਉਹ ਨਾ ਸਿਰਫ ਇੰਟਰਸਟਿੰਗ ਹੋਣੀ ਆ, ਸਗੋਂ ਅੱਜ ਦੀ ਗੱਲ ਲੌਜਿਕ 'ਤੇ ਡਿਪੈਂਡ ਕਰੇਗੀ। ਇਮੋਸ਼ਨਸ ਦੀਆਂ ਗੱਲਾਂ ਆਪਾਂ ਅਕਸਰ ਕਰਦੇ ਹਾਂ, ਪਰ ਅੱਜ ਖਾਸ ਤੌਰ 'ਤੇ ਜਿਹੜਾ ਫੋਕਸ ਕਰਨਾ ਹੈ ਲੌਜਿਕ 'ਤੇ ਕਰਨਾ ਹੈ। ਜਿੱਥੇ ਕਿਤੇ ਤੁਹਾਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਤੁਹਾਡੇ ਮਨ ਦੇ ਵਿੱਚ ਕੋਈ ਵਲਵਲੇ ਹੈਗੇ ਆ, ਕੋਈ ਸਵਾਲ ਹੈਗੇ ਆ, ਅਤੇ ਤੁਸੀਂ ਐਨੀ ਟਾਈਮ ਅੱਜ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਰਹੇਗਾ 6042040600। ਜਦ ਆਪਾਂ ਇਨਸਾਨ ਦੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਕਿ ਇਨਸਾਨ ਦੀ ਦੂਸਰੇ ਜਿਹੜੇ ਦੁਨੀਆ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਜਾਨਵਰ ਆ, ਜੇ ਉਹਨਾਂ ਦੇ ਆਪਾਂ ਮੁਕਾਬਲੇ ਤੁਲਨਾ ਕਰਦੇ ਹਾਂ, ਇਨਸਾਨ ਦਾ ਜਿਹੜਾ ਵੱਖਰਾਪਣ ਇਹ ਹੈ ਕਿ ਇਨਸਾਨ ਦੇ ਵਿੱਚ ਇੰਟਲੈਕਟ ਹੈ, ਬੁੱਧੀ ਹੈ, ਅਤੇ ਇਨਸਾਨ ਨੂੰ ਬੁੱਧੀਮਾਨ ਮੰਨਿਆ ਜਾਂਦਾ ਹੈ। ਪਰ ਫਿਰ ਵੀ ਆਪਾਂ ਸਾਰੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਇਹ ਗੱਲਾਂ ਮਹਿਸੂਸ ਕਰਦੇ ਹਾਂ ਕਿ ਫਲਾਣਾ ਬੰਦਾ ਜ਼ਿਆਦਾ ਬੁੱਧੀਮਾਨ ਹੈ, ਵੱਧ ਅਕਲ ਵਾਲਾ ਹੈ, ਫਲਾਣਾ ਬੰਦਾ ਬੇਅਕਲੀ ਵਾਲੀਆਂ ਗੱਲਾਂ ਕਰਦਾ ਹੈ, ਫਲਾਣੇ ਬੰਦੇ ਨੇ ਕਦੇ ਲੌਜਿਕ ਦੀ ਗੱਲ ਹੀ ਨਹੀਂ ਕੀਤੀ। ਜਾਂ ਆਪਾਂ ਇੱਕ ਦੂਸਰੇ ਨੂੰ ਇਹ ਗੱਲ ਕਹਿੰਦੇ ਅਕਸਰ ਕਿ ਵੀ ਕੋਈ ਗੱਲ ਦੇ ਵਿੱਚ ਤਰਕ ਤਾਂ ਹੋਣਾ ਚਾਹੀਦਾ। ਆਪਾਂ ਬੇਸ਼ੱਕ ਇਹ ਸਾਰੀਆਂ ਗੱਲਾਂ ਕਰਦੇ ਹਾਂ, ਪਰ ਫਿਰ ਮਨ ਦੇ ਵਿੱਚ ਇਹ ਵੀ ਸਵਾਲ ਉੱਠਦੇ ਆ ਕਿ ਜੇ ਸਾਰੇ ਇਨਸਾਨ ਬੁੱਧੀਮਾਨ ਆ, ਅਕਲਮੰਦ ਆ, ਫਿਰ ਇਹ ਜਿਹੜਾ ਬੁੱਧੀਮਾਨਤਾ ਦਾ ਜਾਂ ਅਕਲਮੰਦੀ ਦਾ ਲੈਵਲ ਹੈ ਇਹ ਘੱਟ ਵੱਧ ਕਿਉਂ ਹੈ? ਕਈ ਲੋਕਾਂ ਨੂੰ ਆਪਾਂ ਬਹੁਤ ਜ਼ਿਆਦਾ ਰੈਸ਼ਨਲ ਕਹਿੰਦੇ ਹਾਂ ਕਿ ਹਰ ਗੱਲ ਲੌਜਿਕ ਦੇ ਉੱਤੇ ਕਰਦੇ ਨੇ, ਅਤੇ ਦੂਸਰੇ ਪਾਸੇ ਕਈ ਲੋਕ ਸਿਰਫ ਇਮੋਸ਼ਨ ਦੇ ਬੇਸਿਸ ਦੇ ਉੱਤੇ ਚੱਲਦੇ ਨੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮੇਰੇ ਨਾਲ ਮਹਿਮਾਨ ਹੋਣਗੇ ਉਹਨਾਂ ਬਾਰੇ ਮੈਂ ਦੱਸ ਦਿਆਂ ਕਿ ਉਹ ਕਾਫੀ ਲੰਬਾ ਸਮਾਂ ਇਸ ਚੀਜ਼ ਦੇ ਨਾਲ ਡੀਲ ਕਰਦੇ ਰਹੇ ਆ ਜਿਹਨੂੰ ਆਪਾਂ ਲੌਜਿਕ ਦਾ ਨਾਮ ਦਿੰਦੇ ਹਾਂ। ਅੱਜ ਕੱਲ੍ਹ ਵੀ ਇਹਦੇ 'ਤੇ ਉਹ ਵਰਕ ਕਰ ਰਹੇ ਆ। ਉਹਨਾਂ ਨੇ ਲੰਬਾ ਸਮਾਂ ਆਪਣਾ ਇਸ ਚੀਜ਼ ਦੇ ਵਿੱਚ ਗੁਜ਼ਾਰਿਆ ਹੈ, ਸਾਈਕੋਥੈਰੇਪੀ ਦੇ ਵਿੱਚ। ਸਾਈਕੋਥੈਰੇਪੀ ਕੀ ਹੈ, ਥੋੜ੍ਹਾ ਜਿਹਾ ਡਿਟੇਲ 'ਚ ਆਪਾਂ ਇਹਨਾਂ ਦੇ ਕੋਲੋਂ ਹੀ ਪੁੱਛਾਂਗੇ। ਕਾਉਂਸਲਿੰਗ ਕਰਦੇ ਰਹੇ ਨੇ। ਜੇ ਮੈਂ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਇਹਨਾਂ ਦੀ ਬਹੁਤ ਲੰਬੀ ਚੌੜੀ ਕੁਆਲੀਫਿਕੇਸ਼ਨ ਹੈ। LLB ਇਹਨਾਂ ਨੇ ਕੀਤੀ ਹੋਈ ਹੈ, ਮਾਸਟਰਸ ਇਨ ਇੰਗਲਿਸ਼, ਮਾਸਟਰਸ ਇਨ ਪੰਜਾਬੀ। ਉਸ ਤੋਂ ਇਲਾਵਾ MA ਇਹਨਾਂ ਦੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਵੀ ਹੈ, MPhil ਵੀ ਹੈ। ਕਈ ਸਾਲ ਪੜ੍ਹਾਉਂਦੇ ਰਹੇ ਅਤੇ ਕਈ ਸਾਲ ਇਹ ਪ੍ਰਿੰਸੀਪਲ ਵੀ ਰਹੇ। ਅਤੇ ਪੰਜਾਬ ਦੇ ਵਿੱਚ ਜਿਹੜੀ ਤਰਕਸ਼ੀਲ ਸੁਸਾਇਟੀ ਹੈ ਉਹਦੇ ਇਹ ਨੈਸ਼ਨਲ ਸੈਕਟਰੇਟਰੀ ਦੇ ਤੌਰ ਦੇ ਉੱਤੇ, ਨੈਸ਼ਨਲ ਜਨਰਲ ਸੈਕਟਰੇਟਰੀ ਦੇ ਤੌਰ ਦੇ ਉੱਤੇ ਕੰਮ ਕਰਦੇ ਰਹੇ। ਵੱਖ-ਵੱਖ ਥਾਵਾਂ ਦੇ ਉੱਤੇ ਟਰੈਵਲ ਕਰਦੇ ਹੋਏ ਲੋਕਾਂ ਦੇ ਨਾਲ ਇੰਟਰੈਕਟ ਕਰਨਾ, ਵਿਵਾਦ ਕਰਨਾ, ਜਾਂ ਇਹ ਕਹੋ ਕਿ ਬਹਿਸ ਕਰਨੀ। ਅਕਸਰ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਸ਼ਾਇਦ ਬਹਿਸ ਨੂੰ ਅਸੀਂ ਮਾੜਾ ਹੀ ਸਮਝਦੇ ਹਾਂ। ਕੱਲ੍ਹ ਦੇ ਪ੍ਰੋਗਰਾਮ 'ਚ ਵੀ ਇਹ ਗੱਲ ਹੋਈ ਸੀ ਕਿ ਡਿਬੇਟ ਜਿਹੜੀ ਹੈ ਉਹ ਤਰਕ ਦੇ ਬੇਸ 'ਤੇ ਹੀ ਹੋਣੀ ਚਾਹੀਦੀ ਹੁੰਦੀ ਹੈ, ਪਰ ਅਸੀਂ ਕਈ ਵਾਰ ਇਹ ਕਹਿ ਦਿੰਦੇ ਹਾਂ ਕਿ ਨਹੀਂ, ਬਹਿਸ ਦੇ ਵਿੱਚ ਕੀ ਰੱਖਿਆ ਹੈ। ਸੋ ਜਿਹੜੇ ਲੋਕ ਲੌਜਿਕ ਦੀ ਗੱਲ ਕਰਦੇ ਆ, ਤਰਕ ਦੀ ਗੱਲ ਕਰਦੇ ਆ, ਬਹੁਤੀ ਵਾਰੀ ਉਹਨਾਂ ਨੂੰ ਇਹ ਕਹਿ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਬਹਿਸ ਹੀ ਨਹੀਂ ਕਰਦੇ, ਅਸੀਂ ਬਹਿਸ ਦੇ ਵਿੱਚ ਪੈਣਾ ਹੀ ਨਹੀਂ ਹੈ। ਕੌਣ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਇਸ ਚੀਜ਼ 'ਤੇ ਫੋਕਸ ਕਰਦੇ ਆ ਕਿ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਲੌਜਿਕ ਹੋਣਾ ਚਾਹੀਦਾ ਹੈ, ਅਤੇ ਕਿਉਂ ਅਸੀਂ ਲੌਜਿਕ ਨੂੰ ਅਵੋਇਡ ਕਰਦੇ ਹਾਂ? ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮਹਿਮਾਨ ਮੇਰੇ ਨਾਲ ਸ਼ਾਮਿਲ ਹੋਣਗੇ ਉਹਨਾਂ ਦਾ ਨਾਮ ਹੈ ਬਲਵਿੰਦਰ ਬਰਨਾਲਾ। ਸੋ ਬਲਵਿੰਦਰ ਬਰਨਾਲਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਨਵਜੋਤ ਜੀ ਤੁਹਾਡਾ। ਅਰਸੋ ਤੁਸੀਂ ਮੈਨੂੰ ਇੱਥੇ ਬੁਲਾਇਆ ਹੈਗਾ। ਮੈਂ ਬਹੁਤ ਐਕਸਾਈਟਿਡ ਹਾਂ ਤੁਹਾਡੇ ਨਾਲ ਅੱਜ ਗੱਲ ਕਰਨ ਦੇ ਲਈ। ਹਾਂਜੀ ਹਾਂਜੀ, ਕਿਉਂਕਿ ਜਦੋਂ ਸਾਡੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਹੋ ਰਹੀ ਹੁੰਦੀ ਆ, ਬੜੇ ਸਾਰੇ ਸਾਡੇ ਲਿਸਨਰਸ ਨੇ ਇਹੋ ਜਿਹੀਆਂ ਗੱਲਾਂ ਲੈ ਕੇ ਆਉਂਦੇ ਆ ਜਿਹੜੇ ਮੈਨੂੰ ਅਕਸਰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਵੀ ਹਾਂ, ਅੱਗੋਂ ਜਵਾਬ ਦੇਣ ਦੇ ਲਈ ਮੇਰੇ ਕੋਲ ਜਿਹੜਾ ਕੋਈ ਐਕਸਪਰਟ ਆ ਉਹ ਜ਼ਰੂਰ ਚਾਹੀਦਾ। ਹਾਂਜੀ ਹਾਂਜੀ, ਉਲਝਣ ਸਾਨੂੰ ਇਨਸਾਨਾਂ ਨੂੰ ਸਾਰਿਆਂ ਨੂੰ ਹੁੰਦੀ ਹੈ ਕੋਈ ਨਾ ਕੋਈ। ਪਰ ਅੱਜ ਕਿਉਂਕਿ ਇੱਕ ਤਾਂ ਆਪਾਂ ਸਾਈਕੋਲੋਜੀ 'ਤੇ ਗੱਲ ਕਰਨੀ ਹੈ, ਹਾਂਜੀ ਹਾਂਜੀ, ਦੂਸਰੀ ਤੁਸੀਂ ਸਾਈਕੋਥੈਰੇਪੀ ਦੇ ਤੁਸੀਂ ਸਪੈਸ਼ਲਿਸਟ ਹੈਗੇ ਆ, ਤੀਜਾ ਜਿਹੜੀ ਤਰਕਸ਼ੀਲਤਾ ਦੀ ਮੁਹਿੰਮ ਹੈ ਕਿੰਨੇ ਸਾਲਾਂ ਤੋਂ ਤੁਸੀਂ ਚਲਾਈ ਹੋਈ ਹੈ, ਤੁਹਾਡਾ ਆਪਣਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਲਾਈਫ ਦਾ, ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ। ਅੱਜ ਮੈਂ ਇਹਨਾਂ 2 ਘੰਟਿਆਂ ਦੇ ਵਿੱਚ ਕੋਸ਼ਿਸ਼ ਕਰਨੀ ਹੈ ਕਿ ਸਾਰਾ ਕੁਝ ਸਮੇਟ ਕੇ ਸੁਣਨ ਵਾਲਿਆਂ ਦੇ ਲਈ ਪੇਸ਼ ਕੀਤਾ ਜਾ ਸਕੇ। ਮੈਂ ਇੱਥੋਂ ਹੀ ਗੱਲ ਸ਼ੁਰੂ ਕਰਦੀ ਹਾਂ ਕਿ ਵੀ ਸਾਡਾ ਜਿਹੜਾ ਅਕਲ ਦੀ ਗੱਲ ਹੈ, ਰੈਸ਼ਨੈਲਿਟੀ ਦੀ ਗੱਲ ਹੈ, ਬੁੱਧੀ ਦੀ ਗੱਲ ਹੈ, ਇੰਟਲੈਕਟ ਦੀ ਗੱਲ ਹੈ, ਕਿ ਇਹ ਸਾਰੀਆਂ ਚੀਜ਼ਾਂ ਇੱਕੋ ਹੀ ਚੀਜ਼ ਦਾ ਨਾਮ ਨੇ ਜਾਂ ਵੱਖ-ਵੱਖ ਨੇ? ਦੇਖੋ, ਬੜਾ ਵਧੀਆ ਸਵਾਲ ਹੈ ਤੁਹਾਡਾ।
ਮੈਨੂੰ ਖੁਸ਼ੀ ਇਸ ਗੱਲ ਦੀ ਹੈਗੀ ਆ ਕਿ ਮੈਨੂੰ ਤਕਰੀਬਨ ਲੰਬਾ ਸਮਾਂ ਟੀਚਿੰਗ ਲਾਈਨ 'ਚ ਕੰਮ ਕਰਨ ਦਾ ਮੌਕਾ ਮਿਲਿਆ। ਕਿ ਟੀਚਰ ਜਿਹੜਾ ਜਿੱਥੇ ਟੀਚ ਕਰਦਾ ਹੈ ਉੱਥੇ ਉਹਨੂੰ ਸਵਾਲ ਵੀ ਕੀਤੇ ਜਾਂਦੇ ਆ। ਬਿਲਕੁਲ। ਕਿ ਜੋ ਕੁਐਸਚਨਾਂ ਦੇ ਉੱਤਰ ਨਹੀਂ ਦਿੰਦਾ ਤਾਂ ਟੀਚਰ ਨਹੀਂ ਹੈਗਾ। ਜਿਹੜੇ ਬੱਚਿਆਂ ਨੂੰ ਜਦੋਂ ਜਾਂ ਆਪਣੇ ਜੋ ਵੀ ਟੀਨੇਜਰ ਆ ਜਿਨ੍ਹਾਂ ਨੂੰ ਵੀ ਉਹ ਟੈਕਲ ਕਰਦਾ ਹੈਗਾ, ਉਹਨਾਂ ਦੇ ਇੱਕ ਪਲੇਨ ਸਲੇਟਾਂ ਨੇਗੀਆਂ, ਉਹਨਾਂ 'ਚ ਬਹੁਤ ਸਾਰੀਆਂ। ਤੁਹਾਨੂੰ ਉਹਨਾਂ ਦੇ ਆਪਣੇ ਜਿਹੜੇ ਭੁਲੇਖੇ ਆ ਦੂਰ ਕਰਨ ਲਈ ਟੀਚਰ ਨੂੰ ਉਹਨੇ ਸਵਾਲ ਕਰਨੇ ਆ, ਅਤੇ ਸਵਾਲ ਜਿਹੜੇ ਹੈਗੇ ਉਹਦਾ ਟੀਚਰ ਨੇ ਜਵਾਬ ਦੇਣਾ ਹੈਗਾ। ਹੁਣ ਜੇ ਟੀਚਰ ਇੰਟਲੈਕਚੁਅਲ ਨਹੀਂ ਹੈਗਾ, ਜਿਵੇਂ ਤੁਸੀਂ ਇੰਟਲੈਕਟ ਦੀ ਗੱਲ ਕੀਤੀ ਹੈ, ਬੁੱਧੀ ਦੀ ਗੱਲ ਕੀਤੀ ਹੈ, ਜੇ ਬੁੱਧੀਮਾਨ ਨਹੀਂ ਹੈਗਾ ਉਹ ਉਹਨਾਂ ਨੂੰ ਪ੍ਰੋਪਰ ਉੱਤਰ ਨਹੀਂ ਦੇ ਸਕਦਾ। ਪਰ ਜੇ ਉਹਦਾ ਉੱਤਰ ਮਤਲਬ ਬਿਲਕੁਲ ਟਰੁੱਥ ਦੇ ਨੇੜੇ ਨਹੀਂ ਹੈਗਾ ਤਾਂ ਉਹ ਬੱਚਿਆਂ ਦਾ ਸੰਭਾਰ ਕੁਛ ਨਹੀਂ ਸਕਦਾ ਫਿਰ ਉਹ, ਕਿਉਂਕਿ ਉਹਨਾਂ ਨੇ ਜਿਹੜਾ ਟੀਚਰ ਹੈਗਾ ਉਹ ਟੀਚ ਕਰਨਾ, ਉਹਨੇ ਟੀਚ ਕੀ ਕਰਨਾ ਕਿ ਉਹ ਸੰਸਾਰ ਚੱਲਦਾ ਕਿਵੇਂ ਹੈ, ਅਤੇ ਜੇ ਉਹਦੇ ਅੰਦਰਲੇ ਸਵਾਲਾਂ ਦੇ ਜਵਾਬ ਉਹਨੇ ਦੇਣੇ ਆ ਤਾਂ ਉਹਦੇ ਕੋਲ ਇੰਟਲੈਕਟ ਲਾਜ਼ਮੀ ਹੈਗਾ। ਅਤੇ ਹੁਣ ਜਿਵੇਂ ਤੁਸੀਂ ਨਾਲ ਹੀ ਵੀ ਕੀਤੀ ਆ, ਅਕਲ ਜਿਹੜੀ ਹੈ, ਵੈਸੇ ਤਾਂ ਅਕਲ ਅੰਗਰੇਜ਼ੀ 'ਚ ਉਹਨੂੰ ਇੰਟਲੈਕਟ ਹੀ ਕਹਿ ਦਿੰਦੇ ਆਪਾਂ, ਵੀ ਅਕਲ ਦਾ ਕੀ ਮਸਲਾ ਕੀ ਹੈ ਅਕਲ ਦਾ। ਇਹਦੇ ਵਿੱਚ ਦੋ ਪੱਖ ਲੈਣ ਦੀ ਜ਼ਰੂਰਤ ਆ ਆਪਾਂ ਨੂੰ ਜੀ। ਇੱਕ ਤਾਂ ਸੋਸ਼ਲ ਇੰਟਰੈਕਸ਼ਨ ਜਿਹੜਾ ਹੈਗਾ, ਇੱਕ ਸਾਡੀ ਜੈਨੇਟਿਕਲ ਕੁਆਲਿਟੀ ਜਿਹੜੀ ਹੈਗੀ ਆ, ਕਿ ਜੇ ਅਸੀਂ ਪੇਰੈਂਟਸ ਤੋਂ ਜੋ ਕੁਆਲਿਟੀ ਲੈਂਦੇ ਹਾਂ, ਦੋਨੇ ਪਾਸਿਓਂ ਸਾਡਾ ਉਹਦੇ 'ਚ ਨਾਨਕਿਆਂ ਵਾਲਾ ਪੱਖ ਵੀ ਆ ਗਿਆ, ਦਾਦਕਿਆਂ ਵਾਲਾ ਪੱਖ ਵੀ ਆ ਗਿਆ। ਦੋ ਪਾਸਿਓਂ ਸਾਨੂੰ ਇੱਕ ਜੈਨੇਟਿਕ ਕੁਆਲਿਟੀ ਮਿਲ ਰਹੀ ਹੁੰਦੀ ਹੈ। ਉਹਦਾ ਲੇਵਲ ਕੁਆਲਿਟੀ ਮਤਲਬ ਕਿ ਕੁਆਲਿਟੀ ਦਾ ਲੇਵਲ ਕੀ ਹੈਗਾ, ਵੀ ਉਹ ਪੇਰੈਂਟਸ ਜਿਹੜੇ ਉਹਦੇ ਗ੍ਰੈਂਡ ਪੇਰੈਂਟਸ ਹੈ, ਪੇਰੈਂਟਸ ਹੈ, ਉਹਦਾ ਪਿਛਲਾ ਇਤਿਹਾਸ ਬੁੱਧੀਵਾਨਾਂ ਦਾ ਹੈਗਾ ਜਾਂ ਘੱਟ ਬੁੱਧੀਵਾਨਾਂ ਦਾ ਹੈਗਾ। ਨੈਚੁਰਲੀ ਉਹਨੇ ਉਸ ਤਰ੍ਹਾਂ ਦਾ ਜਿਹੜਾ ਬੀਜ ਹੈਗਾ, ਜਿਹਨੂੰ ਆਪਾਂ ਜੈਨੇਟਿਕ ਕਹਿੰਦੇ ਹਾਂ, ਜੀਨਸ ਕਹਿ ਦਿੰਦੇ ਹਾਂ, ਉਹ ਉੱਥੋਂ ਉਹਨੇ ਪ੍ਰਾਪਤ ਕੀਤਾ ਹੈਗਾ। ਹੁਣ ਦੂਜੀ ਗੱਲ ਇਹ ਹੈ, ਆਪਾਂ ਬੀਜ ਦਿੰਦੇ ਹਾਂ, ਜੇ ਪ੍ਰੋਪਰ ਭੋਏ ਨਹੀਂ ਹੈਗੀ ਜਾਂ ਭੋਏ ਦੇ ਵਿੱਚ ਪ੍ਰੋਪਰ ਜਿਹੜਾ ਸਿੱਲ ਨਹੀਂ ਹੈਗੀ, ਜਾਂ ਬੀਜ ਜਿਹੜੇ ਦੀ ਕੁਆਲਿਟੀ ਉਸ ਲੈਵਲ ਦੀ ਨਹੀਂ ਹੈਗੀ, ਤੁਸੀਂ ਦਰਖਤ ਵੀ ਉਸ ਕਿਸਮ ਦਾ ਵਧੀਆ ਨਹੀਂ ਦੇਖ ਸਕੋਗੇ। ਇਹ ਨੈਚੁਰਲੀ ਹੈਗਾ ਜੀ। ਕਿਉਂਕਿ ਆਪਾਂ ਜਦੋਂ ਜੀਵ ਜੰਤੂਆਂ ਦੀ ਗੱਲ ਕਰਦੇ ਹਾਂ, ਚਾਹੇ ਪੌਦਿਆਂ ਦੀ ਗੱਲ ਕਰਦੇ ਹਾਂ, ਸਾਰਾ ਕੁਝ ਬੀਜ 'ਤੇ ਨਿਰਭਰ ਕਰਦਾ ਹੈਗਾ। ਉਦੋਂ ਬਾਅਦ 'ਚ ਆ ਗਿਆ ਉਹਦੇ, ਜਦੋਂ ਬੀਜ ਤਾਂ ਆ ਗਿਆ ਸਾਡੇ ਹੱਥ 'ਚ, ਚਾਹੇ ਉਹਦੀ ਵੈਰਾਇਟੀ ਚੰਗੀ ਹੈ ਚਾਹੇ ਮਾੜੀ ਹੈ, ਪਰ ਅੱਗੇ ਭੋਏ ਦਾ ਮਸਲਾ ਆ ਜਾਂਦਾ ਹੈ ਵੀ ਉਹ ਵੀ ਚੰਗੀ ਚਾਹੀਦੀ ਹੈ, ਉਹ ਵੀ ਜ਼ਰਖੇਜ਼ ਚਾਹੀਦੀ ਹੈ। ਉਹੀ ਸਿਸਟਮ ਸਾਡੇ 'ਤੇ ਲਾਗੂ ਹੁੰਦਾ ਹੈਗਾ ਕਿ ਜੇ ਸਾਨੂੰ ਚੰਗਾ ਬੀਜ ਮਿਲ ਗਿਆ, ਸਾਡੇ ਅੰਦਰ ਸਾਡੇ ਪੇਰੈਂਟਸ ਵੱਲੋਂ ਚੰਗੀ ਕੁਆਲਿਟੀ ਮਿਲ ਗਈ ਹੈ ਬੀਜ ਦੀ, ਤਾਂ ਅੱਗੇ ਜਾ ਕੇ ਸਾਨੂੰ ਸੋਸ਼ਲ ਜਿਹੜਾ ਵਾਤਾਵਰਨ ਹੈ ਡਿਵੈਲਪ ਕਰਨ ਲਈ ਉਹ ਵੀ ਚਾਹੀਦਾ ਹੈ। ਹੁਣ ਕਈ ਵਾਰ ਪਰਿਵਾਰਾਂ 'ਚ ਇਹ ਵਾਪਰਦਾ ਵੀ ਉਸ ਤਰ੍ਹਾਂ ਦਾ ਵਾਤਾਵਰਨ ਨਹੀਂ ਹੁੰਦਾ, ਬਹੁਤਾ ਕੁਛ ਟਰੈਡੀਸ਼ਨਲ ਹੁੰਦਾ ਵੀ ਜੋ ਰਵਾਇਤ ਚੱਲਿਆ ਆ ਰਿਹਾ, ਬੱਚੇ ਨੂੰ ਉਹੀ ਕੁਛ ਸਿਖਾਇਆ ਜਾ ਰਿਹਾ ਹੈਗਾ ਵੀ ਉਹ ਟਰਡੀਸ਼ਨ ਦੇ ਵਿੱਚ ਰਹੇ। ਉਹਦੇ ਲਈ ਇੱਕ ਆਪਾਂ ਉਹਨੂੰ ਕਹਿੰਦੇ ਵੀ ਉਹਦਾ ਇੱਕ ਸਰਕਲ ਉਹਦੇ ਦੁਆਲੇ ਤੈਅ ਕਰਤਾ ਵੀ ਤੈਂ ਸਰਕਲ 'ਚ ਹੀ ਰਹਿਣਾ, ਇਹ ਤੋਂ ਬਾਹਰ ਨਹੀਂ ਨਿਕਲਣਾ ਹੈਗਾ। ਜਦੋਂ ਤੁਸੀਂ ਕੋਈ ਸਰਕਲ ਤੈਅ ਕਰ ਦਿੰਦੇ ਹੋ ਤਾਂ ਉਹਦੀ ਜਿਹੜੀ ਕੁਆਲਿਟੀ ਹੈਗੀ ਉਹ ਡਿਵੈਲਪ ਨਹੀਂ ਕਰ ਸਕਦੀ ਪ੍ਰੋਪਰ ਵੇ ਨਾਲ। ਭਾਵ ਕਹਿੰਦਾ ਉਹ ਬੁੱਧੀ ਦੇ ਉਸ ਲੈਵਲ ਤੱਕ ਨਹੀਂ ਜਾ ਸਕਦਾ, ਗਰੋ ਨਹੀਂ ਕਰ ਸਕਦਾ ਜਿੰਨੀ ਉਹਦੀ ਕੁਆਲਿਟੀ ਹੈਗੀ ਹੈ। ਉਹਦੀ ਕੁਆਲਿਟੀ ਲੋ ਹੋਣ ਲੱਗ ਜਾਂਦੀ ਹੈਗੀ ਹੈ। ਅਤੇ ਉਸ ਆਧਾਰ 'ਤੇ ਫਿਰ ਜਦੋਂ IQ ਦੀ ਗੱਲ ਕਰਦੇ ਹਾਂ ਆਪਾਂ, IQ ਸਮਝੋ ਤੁਸੀਂ ਇੰਟੈਲੀਜੈਂਟ ਕੋਸ਼ੈਂਟ ਜਿਹੜਾ ਹੈਗਾ, ਅਨੁਪਾਤਕ ਤੌਰ 'ਤੇ ਬੁੱਧੀ ਦਾ ਜਿਹੜਾ ਪੈਮਾਨਾ ਹੈਗਾ, ਉਹਦੇ ਵਿੱਚ ਇਸੇ ਕਰਕੇ ਅਲੱਗ-ਅਲੱਗ ਲੈਵਲ ਹੈਗੇ ਆ, 0 ਤੋਂ ਲੈ ਕੇ 100 ਤੱਕ ਲੈਵਲ ਨੇ ਉਹਦੇ। ਵੀ ਇੱਕ ਜੀਨੀਅਸ ਹੈਗਾ ਜਿਹਨਾਂ ਨੂੰ ਅਸੀਂ ਅਬਵ 80 ਕਹਿੰਦੇ ਆ, ਐਵਰੇਜ 'ਚ ਆਉਂਦੇ ਆ। ਇੱਕ ਮੋਡਰੇਟ ਹੈਗੇ ਆ ਜਿਨ੍ਹਾਂ ਨੂੰ ਅਸੀਂ ਅਬਵ 50 ਕਹਿੰਦੇ ਹੈਗੇ ਆ, ਭਾਵ ਅਪ ਟੂ 80 ਚਲਾ ਜਾਂਦਾ ਹੈ। ਇੱਕ ਲੋ ਆ ਜਾਂਦੇ ਆ, ਉਸ ਤੋਂ ਥੱਲੇ ਜਿਹੜੇ 50 ਤੋਂ ਥੱਲੇ ਐਵਰੇਜ ਆਉਂਦੀ ਹੈਗੀ, ਉਹਨਾਂ ਨੂੰ ਮੰਦਬੁੱਧੀ। ਉਦੋਂ ਜਿਉਂ ਥੱਲੇ ਨੂੰ ਆਈ ਜਾਵਾਂਗੇ ਉਹ ਮੰਦ ਬੁੱਧੀ ਦੇ, ਉਹਨਾਂ ਨੂੰ ਕਹਿ ਦਿੰਦੇ ਅਸੀਂ ਮੰਦ ਬੁੱਧੀ ਹੈਗੀ, ਭਾਵ ਉਹਨਾਂ ਦੀ ਬੁੱਧੀ ਉਸ ਲੈਵਲ ਤੱਕ ਕੰਮ ਨਹੀਂ ਕਰਦੀ ਹੁੰਦੀ, ਕਿਉਂਕਿ ਉਹਨਾਂ ਨੂੰ ਜਿਹੜਾ ਪਿੱਛੋਂ ਵੈਰਾਇਟੀ ਜਿਹੜੀ ਹੈ ਉਹ ਉਸ ਪੱਧਰ ਦੀ ਨਹੀਂ ਮਿਲੀ ਹੁੰਦੀ। ਉਸੇ ਹਿਸਾਬ ਨਾਲ ਫਿਰ ਟ੍ਰੇਨਿੰਗਾਂ ਤੈਅ ਕੀਤੀਆਂ ਜਾਂਦੀਆਂ ਨੇਗੀਆਂ। ਅੱਛਾ, ਸੋ ਇਹ ਜਿਹੜੇ ਲੈਵਲਸ ਹੈਗੇ ਆ IQ ਦੇ ਵੱਖੋ ਵੱਖਰੇ ਹੈਗੇ ਆ। ਦੋ ਗੱਲਾਂ ਤੁਸੀਂ ਕੀਤੀਆਂ, ਇੱਕ ਤੁਸੀਂ ਕਿਹਾ ਕਿ ਜੋ ਕੁਝ ਸਾਨੂੰ ਮਿਲਿਆ ਜੀਨਸ ਦੇ ਵਿੱਚ, ਦੂਸਰੀ ਚੀਜ਼ ਹੋ ਗਈ ਐਨਵਾਇਰਨਮੈਂਟ ਦੀ, ਕਿ ਉਹ ਕਿਹੋ ਜਿਹਾ ਪ੍ਰਫੁੱਲਿਤ ਹੋਣ ਦੇ ਲਈ ਉਹਨੂੰ ਮਾਹੌਲ ਮਿਲ ਰਿਹਾ ਹੈਗਾ। ਦੈਟ ਮੀਨਸ ਇੰਟਲੈਕਟ ਨੂੰ ਡਿਵੈਲਪ ਕੀਤਾ ਜਾ ਸਕਦਾ। ਜੇ ਮਨ ਦੇ ਵਿੱਚ ਇਹ ਚੀਜ਼ ਹੈਗੀ ਆ ਵੀ ਹਾਂ ਆਪਾਂ ਚਾਹੇ ਤੁਸੀਂ ਆਪਾਂ ਮੰਦ ਬੁੱਧੀ ਬੱਚਾ ਦੇਖ ਰਹੇ ਹਾਂ ਜਾਂ ਜਿਹਦਾ IQ ਲੈਵਲ ਘੱਟ ਹੈਗਾ ਆ, ਸੋ ਹਰ ਹਾਲ ਦੇ ਵਿੱਚ ਕੀ ਉਹਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾ ਸਕਦਾ, ਬਿਲਕੁਲ ਕੀਤਾ ਜਾ ਸਕਦਾ। ਇਹ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ। ਇਹ ਨਹੀਂ ਵੀ ਅਸੀਂ ਉਹਦੀ ਕੁਆਲਿਟੀ ਬਦਲ ਦਾਂਗੇ। ਜੇ ਤੁਹਾਡੇ ਮਾਸਪੇਸ਼ੀਆਂ ਦੀ ਗਿਣਤੀ ਤੈਅ ਹੈਗੀ, ਪਹਿਲਾਂ ਪੇਰੈਂਟਸ ਤੋਂ ਮਿਲੀ ਹੈ ਵੀ ਆਪਾਂ ਜੇ ਕਹਦੇ 1 ਕਰੋੜ ਹੈਗੀ ਹੈ, ਤੁਸੀਂ ਉਹਨੂੰ ਮਤਲਬ 1.25 ਕਰੋੜ ਨਹੀਂ ਕਰ ਸਕਦੇ ਹੈਗੇ, ਉਹ 1 ਕਰੋੜ ਹੀ ਰਹਿਣਗੇ। ਪਰ ਮਾਸਪੇਸ਼ੀਆਂ ਦੀ ਕੁਆਲਿਟੀ ਜਿਹੜੀ ਹੈ ਉਹ ਵਧੀਆ ਬਣਾਈ ਜਾ ਸਕਦੀ ਹੈ।
ਇਵੇਂ ਹੀ ਸਾਡੀ ਬੁੱਧੀ ਦਾ ਮਸਲਾ ਹੈਗਾ ਵੀ ਜਿਹੜਾ ਸੋਸ਼ਲ ਇੰਟਰੈਕਸ਼ਨ ਜੇ ਉਹਦਾ ਮਤਲਬ ਪ੍ਰੋਪਰ ਲੋਕਾਂ 'ਚ ਹੁੰਦਾ ਹੈ, ਜਿਹਨਾਂ ਦਾ ਲੌਜਿਕ ਪੱਧਰ ਕਾਫੀ ਹਾਈ ਹੈਗਾ, ਉਹਨਾਂ 'ਚ ਉਸ ਤਰ੍ਹਾਂ ਦੇ ਕੁਐਸਚਨਾਂ ਦੇ ਉਹਨੂੰ ਉੱਤਰ ਮਿਲਦੇ ਹੈਗੇ ਆ, ਜਿਹਨੂੰ ਅਸੀਂ ਇਨਫੋਰਮੇਸ਼ਨ ਕਹਿੰਦੇ ਹਾਂ। ਅੱਜ ਤਾਂ ਵੈਸੇ ਵੀ ਇਨਫੋਰਮੇਸ਼ਨ ਦਾ ਹੀ ਯੁੱਗ ਹੈਗਾ, ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਕਹਿੰਦੇ ਆਪਾਂ ਅੱਜ। ਆ ਸੋਸ਼ਲ ਮੀਡੀਆ ਕੀ ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਹੈਗਾ। ਇਹਦੇ ਨਾਲ ਕੀ ਹੈ, ਉਦੋਂ ਜਿਹੜੇ ਮੌਕੇ ਮਿਲ ਰਹੇ ਹੈਗੇ ਉਹਦੀ ਮੈਂਟਲ ਮਤਲਬ ਗਰੋਥ ਅਤੇ ਡਿਵੈਲਪਮੈਂਟ ਦੇ। ਜਿਹੜਾ ਲੌਜਿਕ ਆ ਇਹਨੂੰ ਤੁਸੀਂ ਕਿੱਦਾਂ ਡਿਫਾਈਨ ਕਰਦੇ ਆ? ਆਪਾਂ ਬੁੱਧੀ, ਇੰਟੈਲੈਕਟ, ਅਕਲ ਉਹ ਤਾਂ ਆਪਾਂ ਇੱਕੋ ਥਾਂ 'ਤੇ ਕਰ ਦਿੱਤੇ। ਹਾਂਜੀ ਹਾਂਜੀ। ਆਪਾਂ ਕਈ ਵਾਰ ਕਿਸੇ ਨੂੰ ਗੱਲ ਕਰਦੇ ਹਾਂ, ਆਪਾਂ ਸੁਣਦੇ ਹਾਂ ਵੀ ਤੂੰ ਕੋਈ ਅਕਲ ਨੂੰ ਹੱਥ ਮਾਰ, ਕੋਈ ਅਕਲ ਦੀ ਗੱਲ ਕਰ, ਹੈ ਨਾ। ਜਦੋਂ ਆਪਾਂ ਇਹ ਗੱਲ ਕਹਿ ਰਹੇ ਹੁੰਦੇ ਹਾਂ ਉਸ ਵੇਲੇ ਸਾਡਾ ਕਈ ਵਾਰ ਇਸ਼ਾਰਾ ਹੀ ਹੁੰਦਾ ਕਿ ਉਹ ਗੱਲ ਇਲੌਜੀਕਲ ਲੱਗ ਰਹੀ ਹੁੰਦੀ ਹੈ। ਸੋ ਲੌਜਿਕ ਅਤੇ ਇੰਟੈਲੈਕਟ ਤੇ ਇਹ ਦੋ ਡਿਫਰੈਂਟ ਚੀਜ਼ਾਂ ਨੇ ਜਾਂ ਕਿਵੇਂ? ਹਾਂ ਬਿਲਕੁਲ ਡਿਫਰੈਂਟ ਹੈ ਇਸ ਗੱਲ ਦਾ। ਇੰਟੈਲੈਕਟ ਤਾਂ ਬੁੱਧੀ ਆ ਗਈ ਹੈ, ਜਿਹਨੂੰ ਅਸੀਂ ਉਹਦੀ ਕੁਆਲਿਟੀ ਕਹਿ ਸਕਦੇ ਹਾਂ, ਉਹਦੀ ਬੁੱਧੀ ਦੀ ਕੁਆਲਿਟੀ ਹੈ। ਅਕਲ ਵੀ ਉਹੀ ਹੋ ਗਈ। ਅਕਲ ਵੀ ਉਹੀ ਹੋ ਗਈ ਹੈ। ਜਿਹੜਾ ਤੁਸੀਂ ਨਾਲ ਉਹਦੇ ਪੈਰਲਲ ਕਹਿ ਰਹੇ ਹੋਗੇ, ਮੈਂ ਦੁਬਾਰਾ ਰਿਪੀਟ ਕਰ ਦਿਓ ਮਾੜਾ ਜਿਹਾ। ਲੌਜਿਕ ਮੈਂ ਕਹਿ ਰਹੀ ਸੀ, ਇੰਟੈਲੈਕਟ ਐਂਡ ਲੌਜਿਕ। ਪੰਜਾਬੀ ਦੇ ਵਿੱਚ ਅਸੀਂ ਲੌਜਿਕ ਨੂੰ ਦਲੀਲ ਕਹਿ ਦਿੰਦੇ ਹਾਂ। ਦਲੀਲ ਹੈ, ਤਰਕ ਹੈ। ਦਲੀਲ ਨਾਲ ਗੱਲ ਕਰ, ਤੇਰੀ ਗੱਲ 'ਚ ਦਮ ਨਹੀਂ ਹੈਗਾ। ਦਮ ਦਾ ਮਤਲਬ ਦਲੀਲ ਨਹੀਂ ਹੈਗੀ, ਉਹਦੇ ਪਿੱਛੇ ਕੋਈ ਫੈਕਟ ਨਹੀਂ ਹੈਗੇ। ਜਦੋਂ ਅਸੀਂ ਕੋਈ ਫੈਕਟ ਰਹਿਤ ਗੱਲ ਕਰਦੇ ਹੈਗੇ ਆ, ਉਹ ਪ੍ਰੂਵ ਨਹੀਂ ਹੁੰਦੀ ਅਤੇ ਨਾ ਹੀ ਉਹਨੂੰ ਅੱਗੇ ਮਤਲਬ ਵਧਣ ਦੇ ਅਸਾਰ ਹੁੰਦੇ ਆ ਉਹਦੇ ਜਾ ਕੇ। ਹੁਣ ਉਹ ਵੀ ਸਾਡੇ ਬ੍ਰੇਨ ਨੂੰ ਜੇ ਅਸੀਂ ਮਤਲਬ ਜੇ ਇਹਦਾ ਸਹੀ ਫਿਜ਼ੀਕਲ ਬਣਤਰ ਵੀ ਦੇਖਦੇ ਹਾਂ ਬ੍ਰੇਨ ਦੀ, ਇੱਕ ਤਾਂ ਇਹਦੀ ਮੈਂਟਲ ਬਣਤਰ ਹੈਗੀ ਹੈ, ਇੱਕ ਫਿਜ਼ੀਕਲ ਬਣਤਰ ਹੈ ਵੀ ਇਹਦੇ ਦੋ ਪਾਰਟ ਹੈਗੇ। ਫਿਸ਼ਰ ਹੈ, ਇਹਦੇ ਵਿੱਚੋਂ ਦੀ ਇੱਕ ਕੱਟਦਾ ਮਤਲਬ ਉਹਨੂੰ ਦੋ ਭਾਗਾਂ 'ਚ ਬਣਦਾ ਇੱਕ ਟੋਆ ਹੈਗਾ ਬ੍ਰੇਨ ਦੇ ਅੰਦਰ। ਉਹ ਜਿਹੜਾ ਟੋਆ ਹੈਗਾ ਇੱਕ ਸਾਈਡ ਰਾਈਟ ਅਤੇ ਲੈਫਟ 'ਚ ਡਿਵਾਈਡ ਕਰਦੇ ਹਾਂ ਆਪਾਂ ਉਹਨੂੰ। ਇੱਕ ਲੈਫਟ ਹੈਮੀਸਫੀਅਰ ਹੈ, ਇੱਕ ਰਾਈਟ ਹੈਮੀਸਫੀਅਰ ਹੈਗਾ। ਉਹਦਾ ਇੱਕ ਪਾਸਾ ਜਿਹੜਾ ਹੈਗਾ ਲੌਜਿਕ ਜ਼ਿਆਦਾ ਉਹਦੇ 'ਚ ਡਿਵੈਲਪ ਹੋ ਰਹੀ ਹੁੰਦੀ ਹੈ, ਇੱਕ ਇਮੋਸ਼ਨਲ ਪੱਖ ਜ਼ਿਆਦਾ ਲੈ ਰਿਹਾ ਹੁੰਦਾ ਹੈਗਾ। ਹੁਣ ਉਹਦੇ 'ਚ ਉਹਨੂੰ ਕਿਸ ਤਰ੍ਹਾਂ ਦਾ ਮੌਕਾ ਮਿਲਦਾ ਹੈ? ਜੇ ਉਹਦੇ ਇਮੋਸ਼ਨਲ ਪੱਖ ਨੂੰ ਜ਼ਿਆਦਾ ਬੂਸਟ ਕੀਤਾ ਜਾ ਰਿਹਾ ਤਾਂ ਉਹਦਾ ਉਹ ਬ੍ਰੇਨ ਦਾ ਉਹ ਹਿੱਸਾ ਜ਼ਿਆਦਾ ਉਸ ਪਾਸੇ ਨੂੰ ਝੁਕ ਜਾਂਦਾ ਹੈ। ਜੇ ਦੂਸਰਾ ਪੱਖ ਚੱਲਣ ਲੱਗ ਗਿਆ ਤਾਂ ਉਹ ਚੱਲ ਜਾਂਦਾ ਹੈਗਾ। ਸੋ ਇਮੋਸ਼ਨ ਜਿਹੜੀ ਹੈਗੀ, ਦੇਖੋ ਇੱਕ ਗੱਲ ਬੜੀ ਸਾਫ਼ ਹੈਗੀ, ਮਤਲਬ ਦੋਨੇ ਰਨ ਜਿਹੜੇ ਕਰਦੇ ਆ ਇਮੋਸ਼ਨ ਅਤੇ ਲੌਜਿਕ ਪੈਰਲਲ ਰਨ ਕਰਦੇ ਹੈਗੇ ਆ। ਜਦੋਂ ਤੁਸੀਂ ਇਮੋਸ਼ਨ ਚਾਹੁੰਦੇ ਹੋ ਤਾਂ ਲੌਜਿਕ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਜੇ ਤੁਸੀਂ ਲੌਜਿਕ ਉਸ ਲੈਵਲ ਤੱਕ ਨਹੀਂ ਹੈਗੇ ਤੁਸੀਂ ਕੰਟਰੋਲ ਨਹੀਂ ਕਰ ਸਕੋਗੇ। ਮੈਂ ਸਿੰਪਲੀ ਕਹਿ ਸਕਦਾ ਗਾ ਵੀ ਗੁੱਸਾ ਤੁਹਾਨੂੰ ਆਉਂਦਾ ਹੈਗਾ, ਗੁੱਸਾ ਇਮੋਸ਼ਨ ਹੈਗੀ। ਡਰ ਵੀ ਤੁਹਾਨੂੰ ਆਉਂਦਾ, ਉਹ ਵੀ ਇਮੋਸ਼ਨ ਹੈ। ਸੋ ਜਿਹੜਾ ਗੁੱਸਾ ਹੈ ਜਦੋਂ ਤੁਸੀਂ ਇੱਕ ਲੈਵਲ ਤੋਂ ਅੱਪ ਜਾਂਦਾ ਹੈ, ਤੁਹਾਡੀ ਲੌਜਿਕ ਉਹਨੂੰ ਤੁਹਾਨੂੰ ਨਸੀਹਤ ਦਿੰਦੀ ਹੈ ਵੀ ਇਹ ਤੋਂ ਵੱਧ ਨਹੀਂ ਬੋਲਣਾ ਚਾਹੀਦਾ। ਜੇ ਤੁਸੀਂ ਇਹ ਤੋਂ ਜ਼ਿਆਦਾ ਬੋਲਣਾ ਉਹਦਾ ਲਾਸ ਹੋ ਸਕਦਾ ਹੈ, ਜਾਂ ਮੂਹਰਲਾ ਬੰਦਾ ਜਿਹੜਾ ਇੰਸਟੀਗੇਟ ਹੋ ਕੇ ਤੁਹਾਡਾ ਨੁਕਸਾਨ ਕਰ ਸਕਦਾ ਹੈ ਵੀ ਮੈਨੂੰ ਇਹ ਤੋਂ ਗਾਹਾਂ ਨਹੀਂ ਜਾਣਾ ਚਾਹੀਦਾ, ਜਿੰਨੀ ਮੈਂ ਗੱਲ ਕਹਿਣੀ ਸੀ ਕਹਿਤੀ। ਹੁਣ ਜੇ ਫਿਰ ਵੀ ਕੰਟਰੋਲ ਨਹੀਂ ਹੋ ਰਿਹਾ, ਉਹਦਾ ਰਿਐਕਸ਼ਨ ਵੀ ਆਉਣਾ। ਫਿਰ ਉਹ ਲੌਜਿਕ ਤੁਹਾਨੂੰ ਉੱਥੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਐਜੂਕੇਸ਼ਨ ਨਾਲ ਜੋੜ ਕੇ, ਕਿ ਮੈਂ ਖੁਦ ਇਸ ਖੇਤਰ ਦੇ 'ਚ ਹੀ ਰਿਹਾ ਹੈਗਾ, ਐਜੂਕੇਸ਼ਨ ਕਰਦੀ ਕੀ ਹੈਗੀ? ਮੈਂ ਕਈ ਟੀਚਰਾਂ ਨੂੰ ਵੀ ਸਵਾਲ ਕੀਤੇ ਹੈ, ਮੈਂ ਹਜ਼ਾਰਾਂ ਟੀਚਰਾਂ ਨੂੰ ਲੈਕਚਰ ਦਿੱਤੇ ਆ, ਮੈਂ ਖੁਦ ਆਪ ਟੀਚਰ ਹੁੰਦਿਆਂ ਵੀ ਹਜ਼ਾਰਾਂ ਟੀਚਰਾਂ ਨੂੰ ਪੜ੍ਹਾਇਆ ਹੈਗਾ। ਉਹਦੇ 'ਚ ਮਤਲਬ ਮੈਂ ਉਹਨਾਂ ਨੂੰ ਸਵਾਲ ਕਰਨਾ ਹੈਗਾ ਜੀ ਵੀ ਮੈਂ ਇੱਕੋ ਗੱਲ ਦਾ ਤੁਹਾਨੂੰ ਸਵਾਲ ਕਰਦਾ, ਉਹਦਾ ਉੱਤਰ ਪ੍ਰੋਪਰ ਮਿਲਣਾ ਚਾਹੀਦਾ ਹੈ। ਵਟ ਇਜ਼ ਦੀ ਮੀਨਿੰਗ ਆਫ ਐਜੂਕੇਸ਼ਨ? ਐਜੂਕੇਸ਼ਨ ਦਾ ਮੀਨਿੰਗ ਕੀ ਹੈ ਜੀ? ਉਹਨਾਂ ਨੇ ਕਿਸੇ ਨੇ ਕਹਿਣਾ ਜੀ ਇਹਦੇ ਨਾਲ ਸਾਨੂੰ ਆਲੇ ਦੁਆਲੇ ਦੀ ਸਮਝ ਲੱਗਣ ਲੱਗ ਜਾਂਦੀ ਹੈ, ਕਿਸੇ ਨੇ ਕਹਿਣਾ ਵੀ ਸਾਨੂੰ ਗਿਆਨ ਹੋ ਜਾਂਦਾ ਹੈ, ਕਿਸੇ ਨੇ ਕਹਿੰਦਾ ਮਤਲਬ ਸਾਨੂੰ ਜਿਹੜਾ ਅਸੀਂ ਕਿਸੇ ਕੰਮ 'ਚ ਜਾਣਾ ਹੈ ਉਹ ਕੰਮ ਦੀ ਐਫੀਸ਼ੀਐਂਸੀ ਆ ਜਾਂਦੀ ਹੈ। ਮਤਲਬ ਕੋਈ ਵੀ ਪ੍ਰੋਪਰ ਉੱਤਰ ਨਹੀਂ ਹੈਗਾ ਐਜੂਕੇਸ਼ਨ ਦਾ, ਕਿਉਂਕਿ ਉਹਨਾਂ ਨੂੰ ਜਿਹੜਾ ਇਹ ਗੱਲ ਕਹਿਣੀ ਵੀ ਮੈਨੂੰ ਪ੍ਰੋਫੈਸ਼ਨਲ ਤੌਰ 'ਤੇ ਅਸੀਂ ਉੱਧਰ ਕਾਮਯਾਬ ਹੋ ਜਾਂਦੇ ਹਾਂ, ਉਹ ਪ੍ਰੋਫੈਸ਼ਨਲ ਐਜੂਕੇਸ਼ਨ ਹੋ ਸਕਦੀ ਹੈ। ਪਰ ਅਸਲ ਜਿਹੜੀ ਜਨਰਲ ਐਜੂਕੇਸ਼ਨ ਹੈਗੀ ਉਹਦਾ ਮੀਨਿੰਗ ਕੀ ਹੈਗਾ ਉਹ ਉਹਨਾਂ ਨੂੰ ਕਲੀਅਰ ਨਹੀਂ ਹੈਗਾ। ਕਲੀਅਰ ਉਹਦਾ ਮੀਨਿੰਗ ਕੀ ਹੋਣਾ ਚਾਹੀਦਾ ਹੈਗਾ? ਹਾਊ ਟੂ ਕੰਟਰੋਲ ਆਵਰ ਇਮੋਸ਼ਨਸ। ਉਹ ਐਜੂਕੇਸ਼ਨ ਹੈ। ਉਹ ਐਜੂਕੇਸ਼ਨ ਹੈ ਵੀ ਤੁਸੀਂ ਆਪਣੀ ਇਮੋਸ਼ਨ ਨੂੰ, ਤੁਹਾਡੇ ਜਜ਼ਬਾਤਾਂ ਨੂੰ ਕੰਟਰੋਲ ਕਿਵੇਂ ਕਰਨਾ। ਜੇ ਤੁਸੀਂ ਇਹ ਸਿੱਖ ਲਿਆ, ਤੁਹਾਡੇ ਅੰਦਰ ਆਪਾਂ ਬੈਠੇ ਬੈਠੇ ਜਦੋਂ ਆਪਾਂ ਚਾਰ ਬੰਦੇ ਬੈਠੇ ਹਾਂ, ਇੱਕ ਬੰਦਾ ਬੜੀ ਜਦੋਂ ਮਤਲਬ ਟੂ ਦੀ ਪੁਆਇੰਟ ਗੱਲ ਕਰਦਾ ਹੈ, ਸੌਫਟ ਕਰਦਾ ਹੈਗਾ, ਉੱਚੀ ਨਹੀਂ ਬੋਲਦਾ, ਅਤੇ ਗੱਲ ਜਿਹੜੀ ਹੈ ਬਾਅਦ 'ਚ ਜਦੋਂ ਤੁਸੀਂ ਰਿਵਿਊ ਕਰਦੇ ਹੋ ਜਾ ਕੇ, ਉਹ ਬੰਦਾ ਸਿਆਣਾ ਲੱਗਦਾ ਸੀਗਾ, ਬੜੀ ਵਧੀਆ ਗੱਲ ਕਰਦਾ ਸੀਗਾ, ਪੜ੍ਹਿਆ ਲਿਖਿਆ ਹੋਣਾ ਹੈ। ਆਪਾਂ ਇਹ ਗੱਲਾਂ ਆਪਣੇ ਕੋਲ ਕਰਦੇ ਹਾਂ, ਉਹ ਜਿਹੜਾ ਪੜ੍ਹਿਆ ਲਿਖਿਆ ਹੋਣਾ ਲਫ਼ਜ਼ ਜੋੜਦੇ ਜਾ ਕੇ, ਇਹਦਾ ਮਤਲਬ ਐਜੂਕੇਸ਼ਨ ਕਿਤੇ ਨਾ ਕਿਤੇ ਤੁਹਾਡੇ ਬਿਹੇਵ ਨੂੰ ਪੂਰੀ ਤਰ੍ਹਾਂ ਰੇਤ ਰਹੀ ਹੁੰਦੀ ਹੈ, ਤੁਹਾਡੇ ਬਿਹੇਵ ਦੀ ਸੈਟਿੰਗ ਕਰ ਰਹੀ ਹੁੰਦੀ ਹੈ। ਉਹਦੇ ਜਿਹੜੇ ਮਤਲਬ ਉਸ ਨੂੰ ਰਾਊਂਡ ਕਰਨ ਦੀ ਕੋਸ਼ਿਸ਼ ਕਰਦੇ, ਜਿਹੜੇ ਉਹਦੇ ਕਿਨਾਰੇ ਉੱਭਰੇ ਹੁੰਦੇ ਆ ਬਿਹੇਵ ਦੇ, ਵੀ ਹਾਈ ਗੁੱਸਾ ਆ ਰਿਹਾ, ਤੁਹਾਨੂੰ ਜ਼ਿਆਦਾ ਗੁੱਸਾ ਆ ਰਿਹਾ, ਡਰ ਲੱਗ ਰਿਹਾ ਜ਼ਿਆਦਾ। ਚਲੋ ਇਹ ਮੈਂ ਇਸ ਖੇਤਰ ਦਾ ਹੀ ਮਾਹਰ ਹੈਗਾ। ਸੋ ਜਿਹੜੀ ਐਜੂਕੇਸ਼ਨ ਜਿਸ ਹਿਸਾਬ ਨਾਲ ਤੁਸੀਂ ਡਿਫਾਈਨ ਕਰ ਰਹੇ ਹੋ, ਦੈਟ ਮੀਨਸ ਉਹ ਵਿਅਕਤੀ ਜਿਹਨੇ ਆਪਣੇ ਇਮੋਸ਼ਨਸ ਨੂੰ ਮੈਨੇਜ ਕਰਨਾ ਸਿੱਖ ਲਿਆ, ਕੰਟਰੋਲ ਕਰਨਾ ਸਿੱਖ ਲਿਆ, ਸਹੀ ਸ਼ਬਦਾਂ ਦੇ ਵਿੱਚ ਉਹ ਐਜੂਕੇਟਡ ਹੈ।
ਉਹਨੂੰ ਗਿਆਨ ਹੈ। ਤੁਸੀਂ ਡਿਗਰੀਆਂ ਨਾ ਕੱਲੀਆਂ ਦੇਖੋ ਵੀ ਡਿਗਰੀਆਂ ਮੇਰੇ ਕੋਲ ਤਾਂ 10 ਆਪਾਂ 12 ਬੜੀ ਡਿਗਰੀਆਂ ਵਾਰੀ ਲਈ ਬੈਠਾ ਇਹ ਹੋਊਂਗਾ। ਆਪਾਂ ਬੜੀ ਵਾਰੀ ਇਹ ਗੱਲ ਸੁਣੀ ਆ ਕਿ ਫਲਾਣਾ ਬੰਦਾ ਤਾਂ ਪੜ੍ਹਿਆ ਲਿਖਿਆ ਅਨਪੜ੍ਹ ਹੈ। ਬਿਲਕੁਲ, ਬਹੁਤ ਵਾਰੀ ਇਹ ਗੱਲ ਆਪਾਂ ਸੁਣੀ ਆ। ਹਾਂਜੀ। ਉਹਦੇ ਵਿੱਚ ਬੜਾ ਕੁਝ ਆ ਜਾਂਦਾ, ਬੜਾ ਕੁਝ ਆ ਜਾਂਦਾ। ਹੁਣ ਡਿਗਰੀਆਂ ਦੀ ਵੀ ਕਈ ਵਾਰ ਬਹੁਤ ਵੱਡੀ ਵੱਡੀ ਲਿਸਟ ਹੁੰਦੀ ਹੈ, ਹਾਂਜੀ, ਅਤੇ ਫਿਰ ਆਪਾਂ ਕਹਿੰਦੇ ਕਿ ਪੜ੍ਹ ਲਿਖ ਕੇ ਗਵਾਇਆ ਇਹਨੇ, ਬਿਲਕੁਲ ਕੋਈ ਕੁਛ ਨਹੀਂ ਕਰ ਸਕਿਆ। ਸੋ ਦੈਟ ਮੀਨਸ ਸਾਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਆਪਣੇ ਇਮੋਸ਼ਨ ਜਿਹੜੇ ਆ ਉਹਨਾਂ ਨੂੰ ਮੈਨੇਜ ਜਾਂ ਕੰਟਰੋਲ, ਚੈਨਲਾਈਜ਼ ਨਹੀਂ ਉਹਨਾਂ ਨੂੰ ਪ੍ਰੋਪਰਲੀ ਕਰ ਪਾ ਰਹੇ ਹੁੰਦੇ। ਕਿ ਜਦੋਂ ਅਸੀਂ ਮਨ ਦੀ ਗੱਲ ਕਰਦੇ ਹਾਂ, ਨਾਲ ਅਸੀਂ ਦਿਮਾਗ ਦੀ ਗੱਲ ਕਰਦੇ ਹਾਂ। ਅੰਗਰੇਜ਼ੀ ਦੇ ਵਿੱਚ 2 ਲਫ਼ਜ਼ ਨੇ, ਮਾਈਂਡ ਹੈ ਅਤੇ ਬ੍ਰੇਨ ਹੈ। ਹੁਣ ਇਹਨਾਂ ਦਾ ਕੀ ਫ਼ਰਕ ਹੈ? ਕਦੇ ਅਸੀਂ ਕਹਿੰਦੇ ਕਿ ਸਾਡਾ ਮਨ ਨਹੀਂ ਕਰਦਾ, ਫਿਰ ਅਸੀਂ ਕਹਿੰਦੇ ਸਾਡਾ ਦਿਮਾਗ ਨਹੀਂ ਚੱਲਦਾ। ਜੇ ਤੁਸੀਂ ਥੋੜ੍ਹਾ ਇਹਨੂੰ ਐਲੈਬੋਰੇਟ ਕਰ ਸਕੋ। ਵਧੀਆ ਸਵਾਲ ਹੈ ਤੁਹਾਡਾ ਇਹ। ਬ੍ਰੇਨ ਤਾਂ ਇੱਕ ਔਰਗਨ ਹੈ, ਜੇ ਡਿਫਰੈਂਟ ਔਰਗਨ ਹੈ ਸਾਡੀ ਬਾਡੀ ਦੇ, ਉਵੇਂ ਇਹ ਵੀ ਇੱਕ ਔਰਗਨ ਹੈਗਾ ਜਿਹੜਾ ਇੱਕ ਫੰਕਸ਼ਨਿੰਗ ਕਰਦਾ ਹੈ। ਜਿਵੇਂ ਹਾਰਟ ਦਾ ਕੰਮ ਪੰਪਿੰਗ ਕਰਨਾ ਹੈਗਾ, ਮਾਸਪੇਸ਼ੀਆਂ ਦਾ ਕੰਮ ਕੀ ਹੈ? ਤੁਹਾਨੂੰ ਤੁਹਾਡੀਆਂ ਹੱਡੀਆਂ ਨੂੰ ਮਤਲਬ ਜਿਹੜਾ ਚੁੱਕ ਕੇ ਜਿੱਥੇ ਆਪਾਂ ਉਹਨੂੰ ਲਿਜਾਣਾ ਹੈ ਉਹ ਸਪੋਰਟ ਦੇਣਾ ਹੈਗਾ। ਪਰ ਉਹ ਮੇਰੇ ਖਿਆਲ ਜਿਹੜੀ ਦਿਲ ਵਾਲੀ ਗੱਲ ਹੈ ਨਾ, ਅਸੀਂ ਕਹਿੰਦੇ ਕਿ ਸਾਡਾ ਦਿਲ ਨਹੀਂ ਮੰਨਦਾ, ਦਿਲ ਨੂੰ ਟੋਟਲੀ ਇਮੋਸ਼ਨਸ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ। ਜਦੋਂ ਵੀ ਆ ਹਾਰਟ ਹੈ, ਜਿੱਥੇ ਕਿਤੇ ਪਿਆਰ ਦੀ ਗੱਲ ਹੈ, ਮੁਹੱਬਤ ਦੀ ਗੱਲ ਹੈ, ਉੱਥੇ ਜੀ ਉਹ ਹਾਰਟ ਦੀ ਸ਼ੇਪ ਬਣਾ ਦਿੱਤੀ ਜਾਂਦੀ ਹੈ। ਸੋ ਉਹ ਹਾਰਟ ਦੇ ਨਾਲ ਉਹਦਾ ਕੋਈ ਰਿਲੇਸ਼ਨ ਨਹੀਂ ਇਮੋਸ਼ਨਸ ਦਾ। ਦੇਖੋ ਇੱਕ ਗੱਲ ਬੜੀ ਸਾਫ਼ ਹੈਗੀ, ਬ੍ਰੇਨ ਇਜ਼ ਦੀ ਕੰਟਰੋਲਰ ਆਫ ਦੀ ਹੋਲ ਬਾਡੀ। ਬ੍ਰੇਨ ਹਰ ਚੀਜ਼ ਨੂੰ ਕੰਟਰੋਲ ਕਰ ਰਿਹਾ ਹੈਗਾ। ਬਿਲਕੁਲ। ਜੇ ਬ੍ਰੇਨ ਡਿਸਟਰਬ ਹੁੰਦਾ ਹੈ ਤਾਂ ਹਰ ਔਰਗਨ ਡਿਸਟਰਬ ਹੋ ਜਾਂਦਾ ਹੈ। ਉਹ 'ਚ ਹਾਰਟ ਵੀ ਡਿਸਟਰਬ ਹੁੰਦਾ ਹੈ। ਓਕੇ। ਜਦੋਂ ਹਾਰਟ ਡਿਸਟਰਬ ਹੁੰਦਾ ਉਹਦੀ ਬੀਟਿੰਗ ਹਾਈ ਹੋ ਜਾਂਦੀ ਹੈ। ਜਦੋਂ ਆਪਾਂ ਨੂੰ ਬੀਟਿੰਗ ਹਾਈ ਮਹਿਸੂਸ ਹੁੰਦੀ ਹੈ, ਫਿਰ ਸਾਡੇ ਆਮ ਮਤਲਬ ਕਿਉਂਕਿ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਹੀ ਨਹੀਂ ਸੀ ਹੈਗੀ ਵੀ ਬ੍ਰੇਨ ਦੀ ਕੀ ਪਤਾ ਹੀ ਨਹੀਂ ਫੰਕਸ਼ਨਿੰਗ ਕੀ ਹੈਗੀ ਹੈ, ਕਿਉਂਕਿ ਜ਼ਿਆਦਾ ਤੇਜ਼ ਨਾਲ ਧੜਕਦਾ ਦਿਲ ਉਹਨੂੰ ਮਹਿਸੂਸ ਹੋ ਰਿਹਾ ਹੈਗਾ। ਇਸ ਕਰਕੇ ਉਹਨੂੰ ਲੱਗਦਾ ਵੀ ਇੱਥੇ ਹੀ ਹੈ ਸਾਰਾ ਕੁਝ, ਫੀਲਿੰਗ ਆ। ਓਕੇ। ਅਸਲ ਫੀਲਿੰਗ ਨਹੀਂ, ਬ੍ਰੇਨ ਨੂੰ ਜਦੋਂ ਐਕਸਟਰਾ ਐਨਰਜੀ ਦੀ ਜ਼ਰੂਰਤ ਹੈਗੀ, ਕਿਉਂਕਿ ਜਦੋਂ ਅਸੀਂ ਉਹ ਤੋਂ ਕੰਮ ਲਵਾਂਗੇ ਤੇਜ਼ੀ ਨਾਲ, ਚਾਹੇ ਗੁੱਸੇ 'ਚ ਲੈ ਰਹੇ ਹਾਂ, ਚਾਹੇ ਉਹਦੇ 'ਚੋਂ ਡਰਿਆ ਹੋਇਆ ਬੰਦਾ ਹੈਗਾ, ਚਾਹੇ ਤੁਸੀਂ ਕੋਈ ਹਾਰਡ ਐਕਸਰਸਾਈਜ਼ 'ਚ ਪੈ ਜਾਂਦੇ ਹੋ, ਤਾਂ ਤੁਹਾਡੇ ਹਾਰਟ ਦਾ ਰੇਟ ਹਾਈ ਹੋਣਾ ਹੀ ਹੋਣਾ ਹੁੰਦਾ ਹੈ। ਤੁਹਾਡਾ ਰੈਸਪੀਰੇਟਰੀ ਸਿਸਟਮ ਤੇਜ਼ ਹੋਣਾ ਹੀ ਹੋਣਾ ਹੁੰਦਾ ਹੈ। ਸਾਹ ਪ੍ਰਣਾਲੀ ਵਾਲਾ ਸਿਸਟਮ ਜਿਹੜਾ ਹੈਗਾ, ਮਾਸਪੇਸ਼ੀਆਂ 'ਚ ਤਣਾਅ ਨੇ ਆਉਣਾ ਹੀ ਹੁੰਦਾ ਹੈਗਾ। ਹੁਣ ਜਿਹੜਾ ਬ੍ਰੇਨ ਕੰਟਰੋਲ ਹੈਗਾ ਜੀ, ਅਤੇ ਉਦੋਂ ਜਿਹੜਾ ਤੁਹਾਡਾ ਦਿਲ ਧੜਕਦਾ ਹੈਗਾ, ਉਦੋਂ ਤੁਹਾਨੂੰ ਇਹ ਲੱਗਦਾ ਵੀ ਇਹ ਜਿਹੜਾ ਦਿਲ ਧੜਕ ਰਿਹਾ ਹੈਗਾ, ਇੱਥੇ ਹੀ ਸਾਰਾ ਕੁਛ ਹੈਗਾ। ਮਤਲਬ ਇਮੋਸ਼ਨਸ ਦੀ ਗੱਲ ਕਰਦੇ ਹਾਂ, ਇਮੋਸ਼ਨ ਬ੍ਰੇਨ 'ਚ ਨਹੀਂ ਗੀਆਂ, ਇੱਥੇ ਤਾਂ ਕੁਛ ਨਹੀਂ ਹੈਗਾ ਇਹੋ ਜਿਹਾ। ਇਹ ਤਾਂ ਪੰਪਿੰਗ ਸੈੱਟ ਹੈ, ਖੂਨ ਨੂੰ ਪੰਪ ਕਰਦਾ, ਹੋਰ ਕੋਈ ਕੰਮ ਨਹੀਂ ਇਹਦਾ ਹੈਗਾ। ਅਤੇ ਐਨਰਜੀ ਜਦੋਂ ਐਕਸਟਰਾ ਬ੍ਰੇਨ ਲੋੜ ਹੈ ਉਹਦੀ ਸਪੀਡ ਅਪ ਕਰ ਲੈਂਦਾ, ਜਦੋਂ ਨਹੀਂ ਲੋੜ ਹੈਗੀ ਉਹਦੀ ਸਪੀਡ ਸਲੋ ਕਰ ਦਿੰਦਾ। ਭਾਵ ਕੰਟਰੋਲ ਹੈ ਉਹਦੇ ਕੋਲ ਸਾਰਾ। ਹੁਣ ਜਿਵੇਂ ਤੁਸੀਂ ਗੱਲ ਨਾਲ ਬ੍ਰੇਨ ਦੀ ਗੱਲ ਕੀਤੀ ਹੈ, ਇੱਕ ਮਾਈਂਡ ਨਾਲ ਜੋੜ ਕੇ ਗੱਲ ਕੀਤੀ ਹੈ ਵੀ ਬ੍ਰੇਨ ਅਤੇ ਮਾਈਂਡ 'ਚ ਕੀ ਫਰਕ ਹੈਗਾ। ਮਾਈਂਡ ਜਿਹੜਾ ਇਹਦੀ ਜੇ ਹੁਣ ਆਪਾਂ ਕਈ ਵਾਰ ਪੁੱਛੀਏ ਵੀ ਮਾਈਂਡ ਕਿੱਥੇ ਹੈ ਬ੍ਰੇਨ 'ਚ, ਕੋਈ ਥਾਂ ਦੱਸੋ ਕਿੱਥੇ ਹੈਗਾ ਇਹ। ਇਹ ਜਿਹੜਾ ਕੁਐਸਚਨ ਹੀ ਗਲਤ ਹੈਗਾ। ਇਹ ਕੁਐਸਚਨ ਹੀ ਗਲਤ ਹੈਗਾ। ਇਹ ਕੋਈ ਔਰਗਨ ਤਾਂ ਹੈ ਨਹੀਂ ਮਾਈਂਡ। ਇਟ ਇਜ਼ ਦੀ ਓਨਲੀ ਫੰਕਸ਼ਨਿੰਗ ਆਫ ਦੀ ਬ੍ਰੇਨ। ਮਾਈਂਡ ਪਾਵਰ ਕਹਿ ਸਕਦੇ ਹਾਂ ਇਹਨੂੰ ਅਸੀਂ। ਫਿਰ ਜਿਹੜਾ ਮਾਈਂਡ ਆ ਇਹ ਐਗਜ਼ਿਸਟੈਂਸ ਦੇ ਵਿੱਚ ਕਿਵੇਂ ਆਇਆ, ਚਾਹੇ ਆਪਾਂ ਸ਼ਬਦ ਦੇ ਤੌਰ 'ਤੇ ਹੀ ਗੱਲ ਕਰੀਏ। ਦੇਖੋ ਇਹ ਅਸਲ ਵਿੱਚ ਜਦੋਂ ਅਸੀਂ ਸਾਈਕੀ ਗੱਲ ਕਰਦੇ ਹੈਗੇ ਹਾਂ, ਪੂਰੇ ਸਾਈਕੀ ਲਫ਼ਜ਼ ਯੂਜ਼ ਕਰਦੇ ਹਾਂ, ਉਹਦਾ ਮਤਲਬ ਹੀ ਮਨ ਹੈਗਾ। ਸਾਈਕੋਲੋਜੀ ਮਨ ਦਾ ਵਿਗਿਆਨ, ਮਨੋਵਿਗਿਆਨ। ਉਹ ਕੀ ਵਿਗਿਆਨ ਹੈਗਾ? ਬ੍ਰੇਨ ਦੇ ਜਿਹੜੇ ਮਤਲਬ ਤੁਹਾਡੇ 'ਚ ਜੋ ਵੀ ਐਕਟੀਵਿਟੀ ਹੋ ਰਹੀ ਹੈ, ਉਹ ਸਾਰੀ ਐਕਟੀਵਿਟੀ ਜਿਹੜੀ ਹੈ ਕੈਮੀਕਲ ਰਿਐਕਸ਼ਨ 'ਚੋਂ ਨਿਕਲ ਰਹੀ ਹੈਗੀ। ਤੁਹਾਡੇ ਬ੍ਰੇਨ ਦੇ ਅੰਦਰ ਨਿਊਰੋਨ ਸਿਸਟਮ ਹੈਗੇ ਆ, ਰਿਸੈਪਟਰਸ ਹੈਗੇ ਅਲੱਗ-ਅਲੱਗ ਕਿਸਮ ਦੇ, ਜਿਹੜੇ ਰਿਸੀਵ ਵੀ ਕਰਦੇ ਆ ਅਤੇ ਉਹਦੇ 'ਚ ਰਿਲੀਜ਼ ਕਰਨ ਵਾਲਾ ਸਿਸਟਮ ਵੀ ਹੈਗਾ ਸਾਰਾ। ਹੁਣ ਉਹ ਜਿਹੜਾ ਐਕਸ਼ਨ ਹੋ ਰਿਹਾ ਹੈਗਾ ਤੁਹਾਡੇ ਅੰਦਰ, ਪ੍ਰੋਸੈਸਿੰਗ ਦਾ, ਥਾਟਸ ਪ੍ਰੋਸੈਸਿੰਗ ਹੋ ਰਹੀ ਹੈ, ਫੀਲਿੰਗ ਪ੍ਰੋਸੈਸ ਹੋ ਰਹੀ ਹੈ, ਅਸਲ ਵਿੱਚ ਉਹ ਪ੍ਰੋਸੈਸਿੰਗ ਹੀ ਮਨ ਹੈਗਾ। ਉਹ ਫੰਕਸ਼ਨਿੰਗ ਹੈ। ਮਤਲਬ ਇਸ ਕਰਕੇ ਉਹਨੂੰ ਟਰੇਸ ਆਊਟ ਨਹੀਂ ਤੁਸੀਂ ਕਿਸੇ ਕਰ ਸਕਦੇ ਹੈ ਕਿਤੇ। ਹਾਂ, ਇੱਕ ਔਰਗਨ ਛੋਟਾ ਜਿਹਾ ਆਪਣੇ ਥੈਲਮਸ ਦੇ ਨਾਲ ਹੈ, ਉੱਥੇ ਹੈਗਾ, ਜਿਹੜਾ ਮਤਲਬ ਤੁਹਾਡੇ ਡਰ ਦਾ ਕਾਰਨ ਬਣਦਾ ਹੈਗਾ। ਜਿਹੜੀ ਚੂਹਿਆਂ 'ਤੇ ਤਜਰਬੇ ਹੋ ਚੁੱਕੇ ਆ ਵੀ ਉਹਨਾਂ ਦੇ ਵਿੱਚੋਂ ਉਹ ਛੋਟੀ ਜਿਹੀ ਗਲੈਂਡ ਜਿਹੜੀ ਆ, ਛੋਟਾ ਜਿਹਾ ਔਰਗਨ ਕੱਢਤਾ ਹੈਗਾ, ਚੂਹੇ ਡਰਨੋਂ ਹਟ ਗਏ। ਅੱਛਾ। ਜੇ ਸਾਡੇ ਬ੍ਰੇਨ 'ਚ ਵੀ ਕੱਢਤਾ ਜਾਏ, ਮੇਰੇ ਖਿਆਲ 'ਚ ਸਾਡੇ 'ਚ ਵੀ ਉਹੀ ਵਾਪਰਨਾ, ਵੀ ਡਰ ਨੂੰ ਹਟ ਜਾਵਾਂਗੇ। ਪਰ ਜੇ ਅਸੀਂ ਡਰ ਨੂੰ ਹਟ ਗਏ, ਸਿਰਫ ਫਿਰ ਤਾਂ ਅਸੀਂ ਕੰਧ ਨਾਲ ਵੀ ਟੱਕਰ ਮਾਰੀ ਜਾਵਾਂਗੇ। ਸਿਰਫ ਡਰ ਦੇ ਨਾਲ ਹੀ ਐਸੋਸੀਏਟਡ ਹੈ? ਹਾਂ, ਉਹ ਡਰ ਦੇ ਨਾਲ ਇਕੱਲਾ, ਉਹ ਡਰ ਦੇ ਲਈ ਜ਼ਿਆਦਾ ਮਤਲਬ ਸੰਬੰਧ ਰੱਖਦਾ ਹੈਗਾ। ਮਤਲਬ ਉਹਦੇ ਅੰਦਰ ਸਿਸਟਮ ਹੀ ਇਹੋ ਜਿਹਾ ਹੈਗਾ ਵੀ ਉਹ ਤੁਹਾਨੂੰ ਡਰਾਉਣ ਦੇ ਲਈ ਕੰਮ ਕਰਦਾ ਹੈਗਾ। ਹੁਣ ਡਰਨਾ ਜਾਂ ਗੁੱਸੇ 'ਚ ਆਉਣਾ, ਇਹਨੂੰ ਅਸੀਂ ਜਿਵੇਂ ਆਮ ਕਹਿੰਦੇ ਜੀ, ਗੁੱਸਾ, ਡਰ, ਨਫ਼ਰਤ, ਨਿਰਾਸ਼ਾ, ਇਹ ਜੀ ਨੈਗੇਟਿਵ ਥਾਟਸ, ਨੈਗੇਟਿਵ ਇਮੋਸ਼ਨਸ ਨੇਗੀਆਂ। ਮਤਲਬ ਇਹਨੂੰ ਟੋਟਲੀ ਨੈਗੇਟਿਵ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੇ ਤੁਹਾਨੂੰ ਵਾਰਨਿੰਗ ਨਹੀਂ ਮਿਲੂਗੀ ਕਿਸੇ ਗੱਲ ਦੀ, ਤੁਸੀਂ ਫਿਰ ਉਹਦੀ ਅਲਰਟ ਕਿਵੇਂ ਹੋਵੋਗੇ? ਉਹਦੇ ਲਈ ਆਪਣੇ ਮਨਸੂਬੇ ਜਾਂ ਆਪਣੀ ਸਕੀਮ ਕਿਵੇਂ ਬਣਾਓਗੇ ਫਾਈਟ ਕਰਨ ਦੀ? ਕੋਈ ਵੀ ਆਪਾਂ ਨੂੰ ਵਾਰਨਿੰਗ ਹੈ, ਡਰ ਇੱਕ ਵਾਰਨਿੰਗ ਦੇ ਰੂਪ 'ਚ ਹੀ ਹੋਣਾ ਚਾਹੀਦਾ। ਉਦੋਂ ਗਾਹਾਂ ਜਾ ਕੇ ਜੇ ਐਕਸਟ੍ਰੀਮ ਕਰ ਲਿਆ, ਦੈਟ ਇਜ਼ ਫੋਬੀਆ।
ਭਾਵ ਐਕਸਟ੍ਰੀਮ ਡਰ, ਫੋਬੀਆ ਇੱਕ ਮਾਨਸਿਕ ਬਿਮਾਰੀ ਬਣ ਜਾਂਦੀ ਹੈ ਫਿਰ ਸਾਨੂੰ। ਸੋ ਇਹ ਲਿਮਟ ਹੈਗੀ। ਹੁਣ ਜਿਵੇਂ ਪੜ੍ਹਾਈ ਦਾ ਡਰ ਹੈਗਾ, ਪਤਾ ਵੀ ਮੇਰਾ ਪਰਸੋਂ ਨੂੰ ਐਗਜ਼ਾਮ ਹੋਣਾ ਹੈ, ਅਤੇ ਜੇ ਬੱਚੇ ਉਹ ਡਰ ਹੀ ਨਹੀਂ ਹੋਊਗਾ, ਉਹਨੇ ਪੜ੍ਹਾਈ ਨਹੀਂ ਕਰਨੀ। ਉਹਦੇ ਲਈ ਫਿਰ ਆਪਣਾ ਸਾਰਾ ਤਿਆਰ ਕਰ ਵੀ ਆਹ ਸਵਾਲ ਨਾ ਆ ਜੇ, ਆਹ ਸਵਾਲ ਨਾ ਆ ਜੇ, ਉਹਨੂੰ ਫਿਰ ਤਿਆਰ ਕਰਦਾ ਵਾਰਨਿੰਗ 'ਚੋਂ, ਤਿਆਰੀ ਕਰਦਾ ਉਸ ਕਿਸਮ ਦੀ। ਡਰ ਸਾਨੂੰ ਇੱਥੇ ਇਸੇ ਕਰਕੇ ਪੋਜ਼ੀਟਿਵ ਕਹਿੰਦੇ ਆਪਾਂ। ਇਵੇਂ ਗੁੱਸਾ ਕੀ ਹੈ, ਮਤਲਬ ਕਿਤੇ ਨਾ ਕਿਤੇ ਜਦੋਂ ਤੁਹਾਨੂੰ ਕੋਈ ਡਿਸਟਰਬ ਕਰ ਰਿਹਾ ਹੈਗਾ, ਉਹਨੂੰ ਇੱਕ ਵਾਰਨਿੰਗ ਦੇਣ ਦਾ ਇੱਕ ਸਾਧਨ ਹੈ ਸਾਡੇ ਕੋਲੇ, ਵੀ ਅਸੀਂ ਤੋਂ ਆਪਣਾ ਗੁੱਸਾ ਪ੍ਰਗਟ ਕਰਦੇ ਹਾਂ। ਹਾਂ, ਉਹਦਾ ਰੂਪ ਕੀ ਹੋ ਸਕਦਾ, ਇਹ ਗੱਲ ਵੱਖਰੀ ਹੈ ਵੀ। ਇੱਕ ਤਾਂ ਤੁਸੀਂ ਰੁੱਸ ਕੇ ਦਿਖਾ ਰਹੇ ਹੋਗੇ ਵੀ ਮੂੰਹ 'ਤੇ ਹੀ ਚੇਂਜ ਕਰ ਲਿਆ ਆਪਣਾ, ਅੱਖਾਂ ਦੇ ਵਿੱਚ ਦਿਖਾਤਾ ਵੀ ਮੈਨੂੰ ਗੁੱਸਾ ਆ ਗਿਆ, ਵੀ ਮੈਂ ਤੇਰੇ ਤੋਂ ਖੁਸ਼ ਨਹੀਂ ਹੈਗਾ ਜਾਂ ਹੈਗੀ। ਇੱਕ ਤੁਸੀਂ ਗਾਲਾਂ ਕੱਢਤੀਆਂ, ਹੈ ਤਾਂ ਦੋਨਾਂ 'ਚ ਹੀ ਗੁੱਸਾ ਹੈਗਾ। ਇੱਕ ਕੰਟਰੋਲਡ ਹੈਗਾ, ਇੱਕ ਅਨਕੰਟਰੋਲਡ ਹੈਗਾ। ਸੋ ਜਦੋਂ ਅਨਕੰਟਰੋਲਡ ਗੁੱਸਾ ਨਹੀਂ ਸਾਨੂੰ ਚਾਹੀਦਾ ਹੈਗਾ। ਸੋ ਇਸ ਤਰ੍ਹਾਂ ਕਰਕੇ ਜਿਹੜੇ ਇਮੋਸ਼ਨਸ ਨੇਗੀਆਂ, ਚਾਹੇ ਉਹ ਨੈਗੇਟਿਵ ਨੇ, ਜਿਹੜੇ ਬਾਈ ਵਰਤ ਹੈ ਸਾਰਾ ਕੁਛ, ਇਹ ਬਾਅਦ 'ਚ ਨਹੀਂ ਆਉਂਦੀਆਂ, ਜਨਮ ਸਮੇਂ ਸਾਡੇ ਕੋਲੇ ਹੁੰਦੀਆਂ ਨੇ। ਜਦੋਂ ਬੱਚਾ ਜਨਮ ਲੈਂਦਾ ਹੈ, ਉਸੇ ਸਮੇਂ ਉਹਨੂੰ ਡਰ ਦੀ ਫੀਲਿੰਗ ਉਹਦੇ 'ਚ ਹੁੰਦੀ ਹੈ, ਉਸੇ ਸਮੇਂ ਅੰਦਰ ਗੁੱਸੇ ਦੀ ਫੀਲਿੰਗ ਹੁੰਦੀ ਹੈ, ਉਸੇ ਅੰਦਰ ਉਹਦੇ ਮਤਲਬ ਉਹਦੇ ਅੰਦਰ ਜਿਹੜਾ ਅਲੱਗ-ਅਲੱਗ ਫੀਲਿੰਗਾਂ ਤੁਸੀਂ ਦੇਖਦੇ ਹੋ, ਖੁਸ਼ੀ ਵਾਲੀ ਫੀਲਿੰਗ ਹੈ, ਸਾਰੀਆਂ ਦੇਖੋਗੇ ਉਹਦੇ ਵਿੱਚ। ਸੋ ਇਹ ਵੀ ਘੱਟ ਵੱਧ ਸਕਦੀਆਂ ਸਮੇਂ ਦੇ ਨਾਲ ਨਾਲ, ਜਿੱਦਾਂ ਜਿੱਦਾਂ ਅਸੀਂ ਗਰੋ ਹੁੰਦੇ ਹਾਂ। ਅਤੇ ਜਿਉਂ-ਜਿਉਂ ਅਸੀਂ ਗਰੋ ਹੁੰਦੇ ਹਾਂ, ਇਹਨਾਂ ਨੂੰ ਅਸਲ ਵਿੱਚ ਕੀ ਹੈ, ਸਿਖਲਾਈ ਦੇਣੀ ਪੈਂਦੀ ਹੈ, ਟ੍ਰੇਨਿੰਗ ਬਲਵਿੰਦਰ ਜੀ, ਇੱਕ ਕਾਲਰ ਨੇ ਕਾਫੀ ਦੇਰ ਤੋਂ ਹੋਲਡ 'ਤੇ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ, ਉਸ ਤੋਂ ਬਾਅਦ ਇਹ ਗੱਲਬਾਤ ਜਾਰੀ ਰੱਖਾਂਗੇ। ਗੁਰਦੀਪ ਸਿੰਘ ਜੀ, ਸਵਾਗਤ ਹੈ ਤੁਹਾਡਾ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦੀਪ ਭਾਈ। ਹਾਂਜੀ, ਤੁਹਾਡਾ ਵਿਸ਼ਾ ਬਹੁਤ ਸੋਹਣਾ ਹੈ ਜੀ। ਅੱਜ ਮੈਂ ਕਿਹਾ ਚਲੋ ਗੱਲ ਕਰਦੇ ਹਾਂ। ਜਿੱਦਾਂ ਹੁਣ ਭਾਈ ਹੁਣੀ ਕਿਹਾ ਵੀ ਲੌਜਿਕ ਤੇ ਗੱਲ, ਹਰ ਇੱਕ ਮੈਨੂੰ ਲੱਗਦਾ ਵੀ ਗੱਲ ਹੀ ਉਹੀ ਹੁੰਦੀ ਹੈ ਜਿਹੜੀ ਲੌਜਿਕ ਦੇ ਉੱਤੇ ਪੂਰੀ ਉਤਰੇ। ਬਿਨਾਂ ਲੌਜਿਕ ਤੋਂ ਤਾਂ ਗੱਲ ਕੀਤੀ ਹੋਈ ਜੱਬਲੀਆਂ ਹੀ ਹੁੰਦੀਆਂ ਨਾ, ਉਹਨੂੰ ਤਾਂ ਆਪਾਂ ਜੱਬਲੀਆਂ ਕਹਿ ਸਕਦੇ ਹਾਂ। ਜਿੱਦਾਂ ਹੁਣ ਜਿਹੜੀ ਗੱਲ ਲੌਜਿਕ ਤੇ ਉਤਰਦੀ ਨਹੀਂ, ਉਹ ਗੱਲ ਝੂਠ ਹੁੰਦੀ ਆ, ਉਹ ਗਲਤ ਹੁੰਦੀ ਆ। ਜਿੱਦਾਂ ਜਿਹਨੂੰ ਲੌਜਿਕ ਨੂੰ ਲਾਉਣ ਤੋਂ ਮਨਾ ਕੌਣ ਕਰਦੇ ਆ, ਜਿਹੜੀਆਂ ਪਰੰਪਰਾਵਾਦੀ ਲੋਕ ਆ। ਕਿਉਂਕਿ ਜਿਹੜੀਆਂ ਪਰੰਪਰਾਵਾਂ ਹੁੰਦੀਆਂ ਉਹ ਪੁਰਾਣੇ ਸਮੇਂ ਤੋਂ ਚੱਲੀਆਂ ਆਉਂਦੀਆਂ ਹੁੰਦੀਆਂ। ਜਿਹੜਾ ਲੌਜਿਕ ਲੱਗਣਾ ਹੁੰਦਾ ਉਹ ਅੱਜ ਦੇ ਸਮੇਂ ਨੂੰ ਨਿਰਧਾਰਿਤ ਕਰਕੇ ਉਹ ਪਿੱਛੇ ਨੂੰ ਜਾਣਾ ਹੁੰਦਾ ਉਹਨੂੰ ਦੇ ਕੇ। ਇਹੀ ਸਮੱਸਿਆ। ਹੁਣ ਜਿੱਦਾਂ ਮੈਂ ਅੱਜ ਦੀ ਗੱਲ ਕਰਦਾ, ਜਿੱਦਾਂ ਹੁਣ ਸਾਰੇ ਲੋਕੀ ਸਾਡੇ ਗੁਰਦਾਸ ਮਾਨ ਦੇ ਉਹ ਕਹਿਣ ਤੇ ਗਲਤ ਹੋ ਗਏ ਨਾ, ਕਹਿਣ ਲੱਗ ਪਏ। ਹੁਣ ਉਹਦੇ ਵਿੱਚ ਸਾਰੇ ਕੀ ਕੱਢ ਰਹੇ ਆ, ਅਖੇ ਗੁਰਦਾਸ ਮਾਨ ਨੇ ਇਹ ਕਹਿ ਦਿੱਤਾ ਕਿ ਇਹ ਭੱਲਿਆਂ ਦੀ ਕਿਸਮ ਚੋਂ, ਇਹ ਭੱਲਿਆਂ ਦੇ ਪਰਿਵਾਰ ਚੋਂ ਸੀਗਾ। ਲਾਉਂਦੇ ਕੀ ਆ ਗਲਤ, ਅਖੇ ਜੀ ਉਹ ਸਿਗਰਟਾਂ ਪੀਂਦਾ, ਉਹ ਰੱਬ ਦੇ ਮੂਹਰੇ ਨੱਚਦਾ, ਉਹ ਆਹ ਕਰਦਾ। ਜਦੋਂ ਕਿ ਇਹ ਗੱਲ ਹੀ ਨਹੀਂ ਹੈਗੀ। ਗੱਲ ਇਹ, ਜੇ ਲਾਉਣਾ ਹੀ ਆ ਉਹਨੂੰ ਗਲਤ ਕਹਿਣਾ ਹੀ ਆ, ਸਾਬਤ ਕਰਨਾ, ਤਾਂ ਲੌਜਿਕ ਇਹ ਲੱਗਣਾ ਸੀ ਵੀ ਇਹ ਵੀ ਰੱਬ ਨੂੰ ਲੱਭਣ ਡਿਆ ਆ। ਤੇ ਗੁਰੂ ਅਮਰਦਾਸ ਕਹਿੰਦੇ ਸੀਗੇ ਕਿ ਬੰਦਿਆ ਤੂੰ ਹੀ ਰੱਬ ਆ। ਤਾਂ ਜੇ ਤੈਨੂੰ ਇੰਨੀ ਗੱਲ ਨਹੀਂ ਸਮਝ ਲੱਗੀ ਗੁਰੂ ਅਮਰਦਾਸ ਦੀ ਤਾਂ ਤੇਰੇ ਲੱਖ ਦੀ ਲਾਹਣਤ ਹੈ ਤੇਰੇ ਭੱਲਿਆਂ ਦੇ ਖਾਨਦਾਨ ਚੋਂ ਹੋਣ ਦੀ। ਤੂੰ ਕਦਾ ਭੱਲਿਆਂ ਦੇ ਖਾਨਦਾਨ ਚੋਂ ਹੋਇਆ। ਹੁਣ ਇੱਕ ਗੱਲ ਮੈਨੂੰ ਇਹਨਾਂ ਦੀ ਸਮਝ ਇਹ ਨਹੀਂ ਲੱਗੀ, ਜਿਹੜਾ ਇਹਨਾਂ ਨੇ ਕਿਹਾ ਵੀ ਜੈਨੇਟਿਕ ਦੇ ਵਿੱਚ ਹੀ ਹੁੰਦੇ ਆ, ਜਨਮ ਤੋਂ ਹੀ ਹੁੰਦਾ ਬੰਦਾ ਬੁੱਧੀਮਾਨ, ਜਾਂ ਹੋ ਸਕਦਾ ਜ਼ਿਆਦਾ। ਹੁਣ ਗੁਰੂ ਨਾਨਕ ਦੇਵ ਜੀ ਦੇ ਮੁੰਡੇ ਤਾਂ ਬਿਲਕੁਲ ਨਹੀਂ ਉਹਨਾਂ ਦੇ ਉੱਤੇ ਉਤਰੇ, ਜਮਾਂ ਹੀ। ਉਹ ਤਾਂ ਬਿਲਕੁਲ ਉਲਟ ਦਿਸ਼ਾ 'ਚ ਵੀ ਸੀਗੇ, ਉਹ ਉਲਟ ਦਿਸ਼ਾ ਵਿੱਚ ਸੀਗੇ। ਤੇ ਜਿੱਦਾਂ ਹੁਣ ਭਾਈ ਮਰਦਾਨਾ ਜੀ ਇੰਨਾ ਟਾਈਮ ਨਾਲ ਰਹਿਣ, ਜਿੱਦਾਂ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ, ਕਹਿੰਦਾ ਜੇ ਗੁਰੂ ਨਾਨਕ ਦੇਵ ਇੰਨੇ ਹੀ ਚੰਗੇ ਸੀ ਤਾਂ ਉਹਨਾਂ ਨੇ ਗੱਦੀ ਭਾਈ ਮਰਦਾਨਾ ਨੂੰ ਕਿਉਂ ਨਹੀਂ ਦਿੱਤੀ? ਮੈਂ ਉਹਨੂੰ ਜਵਾਬ ਨਹੀਂ ਦਿੱਤਾ, ਪਰ ਮੈਂ ਕਿਹਾ ਯਾਰ ਤੈਨੂੰ ਗੱਲ ਸਮਝ ਨਹੀਂ ਲੱਗੀ ਹਜੇ ਵੀ ਉਹਨੇ ਤਾਂ ਆਪਣੇ ਮੁੰਡਿਆਂ ਨੂੰ ਵੀ ਨਹੀਂ ਦਿੱਤੀ। ਕਿਉਂਕਿ ਉਹ ਜਿਹੜੀ ਚੀਜ਼ ਦੇਖਣੀ ਚਾਹੁੰਦੇ ਸੀ ਵਿੱਚ ਬੰਦੇ ਦੇ, ਉਹ ਜਿਹੜਾ ਜਿਹਨੂੰ ਕਵਾੜ ਖੁੱਲਣਾ ਕਹਿੰਦੇ ਆ, ਉਹ ਹਜੇ ਖੁੱਲਿਆ ਹੀ ਨਾ ਸੀ ਇਹਨਾਂ ਦਾ। ਉਹ ਉਹਨਾਂ ਦੀ ਦੋ ਗੱਲਾਂ ਨਾਲ ਹੀ ਬਾਬਾ ਗੁਰੂ ਅੰਗਦ ਦੇਵ ਜੀ ਦਾ ਖੁੱਲ ਗਿਆ, ਜਿਹਨੂੰ ਅਕਲ ਕਹਿੰਦੇ। ਤੁਸੀਂ ਕੋਈ ਸਵਾਲ ਕਰੋ। ਹਾਂਜੀ, ਸਵਾਲ ਇਹਨਾਂ ਨੇ ਸਪਸ਼ਟ ਨਹੀਂ ਹੋਈ, ਜੀਨਸ ਵਾਲੀ ਗੱਲ ਕਹਿ ਰਹੇ ਸੀ। ਇੱਕ ਤਾਂ ਜੀਨਸ ਵਾਲੀ, ਦੂਜੀ ਗੱਲ ਇਹ ਮੈਂ ਕਰਦਾ, ਇਹ ਕਾਮਨ ਸੈਂਸ ਤੇ ਅਕਲ ਦੇ ਵਿੱਚ ਕੀ ਫਰਕ ਹੁੰਦਾ ਜੀ? ਬਸ ਇਹੀ ਹੈ। ਧੰਨਵਾਦ। ਦੇਖੋ, ਦੋਨਾਂ ਗੱਲਾਂ ਦਾ ਮੈਂ ਤੁਹਾਡੇ ਨਾਲ ਦਿੰਦਾ ਇਸ ਗੱਲ ਦਾ ਜਵਾਬ। ਜੈਨੇਟਿਕ ਸਿਸਟਮ ਜਿਹੜੀ ਮੈਂ ਗੱਲ ਕੀਤੀ ਹੈ ਵੀ ਜਨਮ ਤੋਂ ਬੁੱਧੀਮਾਨ ਵਾਲੀ ਗੱਲ, ਮਤਲਬ ਇਹਦੇ 'ਚ ਇੱਕ ਗੱਲ ਤਾਂ ਬੜੀ ਕਲੀਅਰ ਹੈਗੀ। ਜਦੋਂ ਆਪਾਂ ਆਪਣੇ ਇੱਥੇ ਤੁਸੀਂ ਇਕੱਲਾ ਗੁਰੂ ਨਾਨਕ ਤੱਕ ਸੀਮਤ ਨਾ ਰੱਖੋ ਇਸ ਗੱਲ ਨੂੰ, ਕਿਉਂਕਿ ਇੱਕ ਲੈਡਰ ਹੁੰਦੀ ਹੈ ਸਾਡੇ ਮਗਰ ਪੂਰੀ ਸਾਡੀ ਵਿਰਾਸਤ ਦੀ, ਹੈਰਕੀ ਦੀ, ਜਿਹਨੂੰ ਆਪਾਂ ਕਹਿੰਦੇ ਹਾਂ। ਉਹ ਸਾਡੇ ਗ੍ਰੈਂਡ ਪੇਰੈਂਟਸ ਜਿਹੜੇ ਆ, ਚਾਹੇ ਉਹ ਨਾਨਕੇ ਸਾਈਡ ਤੋਂ ਚਾਹੇ ਦਾਦਕੇ ਤੋਂ ਹੈ, ਕੁਆਲਿਟੀਆਂ ਉੱਧਰੋਂ ਤੈਅ ਹੋ ਰਹੀਆਂ ਹੁੰਦੀਆਂ ਨੇ ਸਾਡੀਆਂ। ਇਹ ਮੈਂ ਨਹੀਂ ਕਹਿ ਰਿਹਾ ਜੇ ਇਹ ਜਿਹੜਾ ਵਿਗਿਆਨ ਦਾ ਖੇਤਰ ਹੈ, ਬਾਇਓਲੋਜੀ ਦੇ ਖੇਤਰ ਦੀ ਗੱਲ ਕਰ ਰਿਹਾ ਮੈਂ ਸਾਰੀ, ਮਤਲਬ ਉਹਦੇ 'ਚ ਜੈਨੇਟਿਕ ਜਿਹੜੀ ਕੁਆਲਿਟੀ ਹੈਗੀ। ਹੁਣ ਤੁਸੀਂ ਦੇਖੋ, ਇੱਕ ਮੰਦਬੁੱਧੀ ਬੱਚਾ ਹੈ ਜਿਹਦੀ ਅਜੇ ਆਪਾਂ ਕਹਿੰਦੇ ਬੁੱਧੀ ਦਾ ਲੈਵਲ ਜਿਹੜਾ ਐਵਰੇਜ ਹੈ ਉਹ 30 ਹੈਗਾ। ਤੁਸੀਂ ਉਸ ਨੂੰ ਮਤਲਬ ਕੋਈ ਚੰਗੇ ਆਰਟੀਕਲ ਲਿਖਣ ਲਈ ਤਿਆਰ ਨਹੀਂ ਕਰ ਸਕਦੇ, ਜਿੰਨੀ ਮਰਜ਼ੀ ਉਹਨੂੰ ਤੁਸੀਂ ਐਜੂਕੇਸ਼ਨ ਦੇਈ ਜਾਓ, ਕਿਉਂਕਿ ਉਹਦੇ ਅੰਦਰ ਇੱਕ ਕੁਆਲਿਟੀ ਜਿਹੜੀ ਮਤਲਬ ਜੀਨਸ ਦੀ ਕੁਆਲਿਟੀ ਹੈ, ਉਸ ਨੂੰ ਉਸ ਪੱਦ ਤੱਕ ਗਰੋ ਕਰ ਨਹੀਂ ਦੇ ਰਹੀ ਹੈ, ਕਿਉਂਕਿ ਉਹਦੇ 'ਚੋਂ ਕੁਆਲਿਟੀ ਉਸ ਤੱਕ ਸਮਝਣ ਦੀ ਜਿਹੜੀ ਆ ਉਹਦੇ 'ਚ ਕਪੈਸਿਟੀ ਨਹੀਂ ਹੈਗੀ।
ਹੁਣ ਜਿਹੜੇ ਬੰਦੇ ਹਾਈ ਲੈਵਲ ਤੇ ਹੈਗੇ ਆ ਅਬਵ 60 ਕਹਿ ਦਈਏ ਜਾਂ ਅਬਵ 50 ਵੀ ਆਪਾਂ ਮੰਨ ਸਕਦੇ ਹੈਗੇ ਆ, ਜਿਉਂ-ਜਿਉਂ ਦਾ ਲੈਵਲ ਹਾਈ ਹੈ ਉਹ ਹੁਣ ਤੁਸੀਂ ਦੇਖੋ ਵੀ ਬਹੁਤੇ ਵਿਗਿਆਨੀ ਜਿੰਨੇ ਵਿਗਿਆਨੀ ਇਹਦੇ 'ਚ ਆ ਰਹੇ ਆ ਸਾਰੇ ਇੰਟੈਲੈਕਚੁਅਲ ਲੈਵਲ ਦੇ ਉੱਪਰ ਲੈਵਲ ਹਾਈ ਲੈਵਲ 'ਚ ਆਉਣਗੇ ਸਾਰੇ। ਸੋ ਇੱਥੇ ਆ ਕੇ ਇਸ ਨੂੰ ਮਤਲਬ ਮੈਂ ਇਹ ਕਹਿਣਾ ਵੀ ਜਿਹੜਾ ਬਾਅਦ 'ਚ ਸੋਸ਼ਲ ਇੰਟਰੈਕਸ਼ਨ ਹੁੰਦਾ ਹੈ ਸਮਾਜ 'ਚ, ਜਿਹੜਾ ਅਸੀਂ ਵਿਚਰ ਕੇ ਸਿੱਖਦੇ ਹੈਗੇ ਆ, ਚਾਹੇ ਉਹ ਟੀਚਰ ਦੇ ਰਿਹਾ ਨੂੰ, ਚਾਹੇ ਉਹ ਸਮਾਜ 'ਚ ਜੋ ਚੰਗੇ ਦੋਸਤਾਂ ਵਿੱਚੋਂ ਸਿੱਖਦਾ ਹੈ, ਉਹਦੀ ਕੁਆਲਿਟੀ ਜਿਹੜੀ ਆ ਉਹਨੂੰ ਮਤਲਬ ਅਪਗ੍ਰੇਡ ਕਰਦਾ ਹੈਗਾ। ਇਹ ਮੇਰਾ ਇੱਥੇ ਸਵਾਲ ਹੈ। ਇੱਕ ਤੁਸੀਂ ਕਾਮਨ ਸੈਂਸ ਦੀ ਗੱਲ ਕੀਤੀ ਹੈ ਤੇ ਨਾਲ ਦੂਸਰਾ ਕੀ ਕਿਹਾ ਸੀ ਵੀ ਕਿਹਦਾ ਕੀ ਫਰਕ ਹੈਗਾ? ਇਹਨਾਂ ਨੇ ਮੇਰੇ ਖਿਆਲ ਅਕਲ ਤੇ ਕਾਮਨ ਸੈਂਸ ਦੀ ਗੱਲ ਕੀਤੀ ਸੀ। ਅਕਲ ਤੇ ਕਾਮਨ ਸੈਂਸ ਦੀ ਗੱਲ ਕੀਤੀ ਹੈ। ਯੈਸ। ਕਾਮਨ ਸੈਂਸ ਕੀ ਹੈਗੀ? ਕਾਮਨ ਸੈਂਸ ਤਾਂ ਇੱਕ ਤੁਸੀਂ ਆਲੇ ਦੁਆਲੇ ਨੂੰ ਸਮਝਦੇ ਹੋਵੋਗੇ ਵੀ ਮੈਨੂੰ ਮਤਲਬ ਜਿਹੜਾ ਹੈਗਾ ਆਹ ਗੱਲਾਂ ਇੱਥੇ ਕਰਨੀਆਂ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ। ਹੁਣ ਜਿਸ ਕਿਸਮ ਦੇ ਫੰਕਸ਼ਨ 'ਚ ਬੈਠੇ, ਹੁਣ ਆਪਾਂ ਸਿੰਪਲੀ ਮੈਂ ਉਦਾਹਰਨ ਦੇ ਰੱਖਾਂ ਵੀ ਇੱਕ ਸੋਗ ਵਾਲਾ ਫੰਕਸ਼ਨ ਹੈਗਾ, ਸੋਗ ਦੇ ਫੰਕਸ਼ਨ 'ਤੇ ਮਨੁੱਖ ਬੈਠਾ ਉੱਥੇ ਹੱਸਣ ਲੱਗ ਜਾਂਦਾ ਹੈਗਾ ਅਤੇ ਤੁਸੀਂ ਉਹਨੂੰ ਸਹੀ ਨਹੀਂ ਸਮਝੋ, ਠੀਕ ਨਹੀਂ ਸਮਝੋਗੇ ਵੀ ਦੇਖੋ ਇੱਥੇ ਇਹਨੇ ਸਦਮਾ ਹੋਇਆ ਵਾ, ਇੱਥੇ ਦੰਦ ਕੱਢੀ ਜਾਂਦਾ ਹੈ, ਹੱਸੀ ਜਾਂਦਾ ਹੈਗਾ। ਉਹਨੂੰ ਕਾਮਨ ਸੈਂਸ ਕਹਿੰਦੇ ਆ ਵੀ ਉੱਥੋਂ ਦੇ ਹਾਲਾਤ ਦੇ ਮੁਤਾਬਕ ਉਸ ਨੂੰ ਆਪਣੀ ਗੱਲ ਕਰਨੀ ਚਾਹੀਦੀ ਹੈ। ਦੈਟ ਇਜ਼ ਕਾਮਨ ਸੈਂਸ। ਕਾਮਨ ਸੈਂਸ ਜਿਹੜੀ ਹੈ ਮਤਲਬ ਇੱਕ ਸਿੰਪਲ ਆਪਾਂ ਆਲੇ ਦੁਆਲੇ 'ਚੋਂ ਸਿੱਖਦੇ ਆਂਗੇ, ਕੁਛ ਸਾਡੀਆਂ ਟਰੈਡੀਸ਼ਨ 'ਚੋਂ ਵੀ ਅਸੀਂ ਅੱਗੇ ਆਪਰੇਟ ਕਰਦੇ ਆਂਗੇ। ਅਕਲ ਜਿਹੜੀ ਆ, ਅਕਲ ਨੂੰ ਆਪਾਂ ਉਹਨੂੰ ਠੀਕ ਹੈ ਮੈਂ ਕਹਿੰਦਾ ਉਹ ਵੀ ਕੰਮ ਕਾਮਨ ਸੈਂਸ ਵੀ ਅਕਲ ਰਾਹੀਂ ਹੁੰਦੀ ਹੈ ਸਾਰੀ, ਵੀ ਜੇ ਅਸੀਂ ਉਹ ਆਲਾ ਦੁਆਲਾ ਸਿੱਖਦੇ ਹਾਂ ਤਾਂ ਹੀ ਹੈ। ਪਰ ਅਕਲ ਦੀ ਜਿਹੜੀ ਗੱਲ ਹੈ ਉਹਦੇ ਲੈਵਲ ਦੀ ਗੱਲ ਹੈ ਉਹ ਅਲੱਗ-ਅਲੱਗ ਹੈਗੀ ਹੈ। ਸੋ ਸੈਂਸ ਤੇ ਕਾਮਨ ਸੈਂਸ ਇਹ ਦੋ ਗੱਲਾਂ ਹੋ ਗਈਆਂ। ਹਾਂ ਬਿਲਕੁਲ ਵੱਖਰਾ ਹੈਗਾ। ਇੱਕ ਸੈਂਸ ਹੈਗੇ, ਕਾਮਨ ਸੈਂਸ ਹੈਗੇ। ਸੈਂਸ ਗਿਆਨ ਤੋਂ ਲੈਂਦੇ ਆਪਾਂ ਅਤੇ ਕਾਮਨ ਸੈਂਸ ਜਿਹੜੀ ਹੈ ਮਤਲਬ ਕਿਸੇ ਵੀ ਆਲੇ ਦੁਆਲੇ ਜੋ ਤੁਸੀਂ ਵਿਚਰਦੇ ਹੈਗੇ ਹੋ ਉਹਦਾ ਬੈਲੈਂਸ ਕਿਵੇਂ ਕੀਤਾ ਜਾਣਾ ਚਾਹੀਦਾ, ਸਾਨੂੰ ਇੰਨੀ ਗੱਲ ਸਮਝੀ ਲੋੜ ਹੈ ਸਾਨੂੰ। ਜਦੋਂ ਆਪਾਂ ਸੈਂਸ ਗਿਆਨ ਤੋਂ ਲੈਂਦੇ ਆਪਾਂ ਕਹਿੰਦੇ ਹਾਂ, ਜਦੋਂ ਸੈਂਸਸ ਦੀ ਗੱਲ ਕੀਤੀ ਜਾਂਦੀ ਹੈ ਹਾਂਜੀ ਹੈ ਨਾ, ਉਹ ਕਨੈਕਸ਼ਨ ਡਿਫਰੈਂਟ ਹੈ। ਹਾਂ ਇਹ ਗੱਲ ਤੁਸੀਂ ਮੈਨੂੰ ਬਹੁਤ ਵਧੀਆ ਕੀਤੀ ਹੈ। ਦੇਖੋ ਸੈਂਸਰੀ ਆਰਗਨਸ ਤੁਸੀਂ ਸਾਰੇ ਸਮਝਦੇ ਹੈਗੇ ਵੀ ਸਾਡੇ ਕੋਲੇ 5 ਸੈਂਸਰੀ ਆਰਗਨਸ ਹੈਗੇ ਆ, ਜਿਵੇਂ ਅੱਖਾਂ ਰਾਹੀਂ ਦੇਖਦੇ ਹਾਂ ਅਸੀਂ, ਨੱਕ ਰਾਹੀਂ ਸਮੈਲ ਲੈਂਦੇ ਹਾਂ, ਇੰਦਰੀਆਂ ਕਹਿ ਦਿੰਦੇ ਪੰਜਾਬੀ, ਗਿਆਨ ਇੰਦਰੀਆਂ ਕਹਿ ਦਿੰਦੇ ਆਪਾਂ ਉਹਨਾਂ ਨੂੰ। ਹੁਣ ਇਹ ਸੈਂਸਸ ਨੇ ਸਾਡੀਆਂ, ਸੈਂਸ ਦਾ ਮਤਲਬ ਇਹਦੇ ਨਾਲ ਹੀ ਹੈ। ਹੁਣ ਪਰ ਇੱਕ ਗੱਲ ਜਿਹੜੀ ਸਮਝਣ ਦੀ ਜ਼ਰੂਰਤ ਹੈ ਕਿ ਇਹ ਮੈਂ ਤੁਹਾਨੂੰ ਆਮ ਕੁਐਸਚਨ ਹੁੰਦਾ ਹੈਗਾ ਵੀ ਜਿਹੜਾ ਤੁਸੀਂ ਅੱਖਾਂ ਰਾਹੀਂ ਸਾਹਮਣੇ ਦੇਖ ਰਹੇ ਹੋ ਉਹ ਟਰੂ ਹੈ? ਇਹ ਜੇ ਟਰੂ ਹੋਵੇ ਫਿਰ ਜਿਹੜਾ ਸਕਿਜ਼ੋਫਰੇਨ ਹੈ ਜਿਹਦੇ 'ਚ ਪਾਗਲਪਣ ਦੇ ਲੱਛਣ ਹੈਗੇ ਆ ਉਹ ਬਿਨਾਂ ਦੇਖੇ ਹੀ ਮਤਲਬ ਦੇਖੀ ਜਾ ਰਿਹਾ ਹੈਗਾ। 4 ਬੰਦੇ ਹੋਰ ਖੜੇ ਉਹਨਾਂ ਨੂੰ ਕੁਛ ਨਹੀਂ ਦਿਖ ਰਿਹਾ ਪਰ ਉਹ ਗਾਲਾਂ ਕੱਢੀ ਜਾ ਰਿਹਾ ਕਿਸੇ ਨੂੰ ਵੀ ਉਹ ਖੜਾ ਫਲਾਨਾ, ਮਤਲਬ ਉਹਦੀਆਂ ਅੱਖਾਂ ਤਾਂ ਦੇਖ ਰਹੀਆਂ ਨੇਗੀਆਂ ਪਰ ਉਹਦੀ ਸੈਂਸ ਜਿਹੜੀਆਂ ਨੇ ਉਹ ਪ੍ਰੋਪਰ ਉਹਦਾ ਟਰੂ ਇਮੇਜ ਨਹੀਂ ਦੇ ਰਹੀਆਂ ਉਹਨੂੰ। ਕਈ ਵਾਰ ਸਾਡੀਆਂ ਸੈਂਸ ਜਿਵੇਂ ਬੁਖਾਰ ਦੇ ਸਮੇਂ ਸਾਡੀ ਜਿਹੜੀ ਜੀਭ ਹੈ ਤੁਸੀਂ ਦੇਖੋ ਵੀ ਤੁਸੀਂ ਮਿੱਠਾ ਪਾਓਗੇ ਕੌੜਾ ਲੱਗਦਾ ਹੈਗਾ ਜੀ, ਕਿਉਂਕਿ ਉਹ ਜਿਹੜਾ ਸੈਂਸਰੀ ਆਰਗਨ ਹੈ ਉਹ ਸਿੱਕ ਹੈਗਾ। ਜਦੋਂ ਸਾਡੀਆਂ ਸੈਂਸਰੀ ਆਰਗਨ ਸਿੱਖ ਹੋਣਗੀਆਂ ਜਾਂ ਪ੍ਰੋਪਰ ਉਸ ਤਰ੍ਹਾਂ ਬੈਲੈਂਸ ਨਹੀਂ ਹੋਣਗੀਆਂ ਤੁਸੀਂ ਟਰੂ ਐਨਾਲਿਸਿਸ ਨਹੀਂ ਕਰ ਸਕਦੇ ਹੈਗੇ। ਸੋ ਸਾਡੇ ਜੇ ਕੰਨ ਦੇ ਵਿੱਚ ਕੋਈ ਪ੍ਰੋਬਲਮ ਹੈ, ਕੋਈ ਨੁਕਸ ਹੈਗਾ, ਸਾਨੂੰ ਘੱਟ ਵੱਧ ਸੁਣਦਾ ਬਿਲਕੁਲ ਹੈ ਨਾ, ਬਿਲਕੁਲ ਕੋਈ ਉਹਦਾ ਜਿਹੜੀ ਸਾਊਂਡ ਹੈਗੀ ਜੇ ਬ੍ਰੇਨ ਨੂੰ ਪ੍ਰੋਪਰ ਸਾਊਂਡ ਨਹੀਂ ਜਾਊਗੀ ਤਾਂ ਅਸੀਂ ਪ੍ਰੋਪਰ ਉਹਦਾ ਐਨਾਲਾਈਜ਼ ਕਿਵੇਂ ਕਰਾਂਗੇ ਵੀ ਉਹ ਕੀ ਬੋਲਿਆ ਗਿਆ ਹੈਗਾ। ਅਤੇ ਜਦੋਂ ਆਪਾਂ ਦੇਖਣ ਦੀ ਗੱਲ ਕਰਦੇ ਹਾਂ, ਜਦੋਂ ਸਾਡੀ ਨਜ਼ਰ ਦੇ ਵਿੱਚ ਆਪਾਂ ਕਹਿੰਦੇ ਫਰਕ ਪੈ ਜਾਂਦਾ ਆ, ਉਹ ਨਜ਼ਰ ਦੇ ਵਿੱਚ ਫਰਕ ਪੈਣਾ ਅਤੇ ਜੇ ਸੈਂਸ ਦੀ ਗੱਲ ਕਰੀਏ ਉਹ ਡਿਫਰੈਂਟ ਚੀਜ਼ ਹੈ। ਜੇ ਮੈਂ ਕਹਾਂ ਕਿ ਵੀ ਮੇਰੀ ਨਜ਼ਰ ਘੱਟ ਹੋ ਗਈ, ਵੱਧ ਹੋ ਗਈ, ਦੂਰ ਦਿਸਦਾ, ਨੇੜੇ ਦਿਸਦਾ, ਇਹਨੂੰ ਆਪਾਂ ਵੱਖਰੇ ਤਰੀਕੇ ਨਾਲ ਕੀ ਮੈਨੂੰ ਦਿਸ ਰਿਹਾ ਉਹ ਵੱਖਰੀ ਚੀਜ਼ ਨਹੀਂ। ਮੇਰਾ ਮੀਨਿੰਗ ਇੱਥੇ ਕਹਿਣ ਦਾ ਇਹ ਨਹੀਂ ਹੈਗਾ ਵੀ ਨਿਗਾਹ ਦੇ ਘਟ ਗਈ ਹੈ ਤੁਹਾਡੀ, ਇਹਦਾ ਮਤਲਬ ਇਹ ਨਹੀਂਗਾ ਵੀ ਤੁਸੀਂ ਇਮੇਜ ਦਾ ਪ੍ਰੋਪਰ ਐਨਾਲਿਸਿਸ ਨਹੀਂ ਕਰ ਸਕੋਗੇ। ਇਹ ਨਹੀਂ ਹੈਗਾ ਇੱਥੇ ਪ੍ਰੋਪਰ। ਮੰਨ ਲਓ ਅਸੀਂ ਦੂਰ ਦੇਖੀ ਜਾ ਰਹੇ ਹਾਂਗੇ, ਮਤਲਬ ਦੂਰ ਦੇਖਦੇ ਸਮੇਂ ਮਤਲਬ ਉਹਦੇ 'ਚ 2 ਜਾਣੇ ਤੁਰੇ ਆਉਂਦੇ ਆ, ਇੱਕ ਦੇ ਲਾਲ ਕੱਪੜੇ ਪਾਏ ਆ, ਇੱਕ ਦੇ ਲਾਈਟ ਕਿਸਮ ਦੇ ਕੱਪੜੇ ਪਾਏ ਆ। ਠੀਕ ਹੈ, ਸਾਨੂੰ ਕਲੀਅਰ ਨਹੀਂ ਹੋ ਰਿਹਾ ਵੀ ਉਹ ਦੋਨੇ ਮੇਲ ਹੈ ਕਿ ਦੋਨੇ ਫੀਮੇਲ ਨੇ ਕਿ ਉਹਨਾਂ 'ਚ ਇੱਕ ਫੀਮੇਲ ਹੈ। ਦੋਨੇ ਅਸੀਂ ਡਿਸਾਈਡ ਕਰਦੇ ਹਾਂ ਵੀ ਚੱਲ ਐਂ ਦੱਸੋ ਵੀ ਇਹਦੇ 'ਚ ਮੇਲ ਕਿਹੜਾ ਤੇ ਫੀਮੇਲ ਕਿਹੜਾ ਹੈਗਾ। ਅੱਛਾ, ਇੱਕ ਕਹਿੰਦਾ ਵੀ ਦੋਨੇ ਮੇਲ ਨੇਗੇ, ਦੂਸਰਾ ਨਹੀਂ ਜਿਹਦੇ ਵਾਈਟ ਕੱਪੜੇ ਪਾਇਆ ਉਹ ਮੇਲ ਹੈ, ਜਿਹਦੇ ਰੈੱਡ ਡਾਰਕ ਥੱਲੇ ਤੱਕ ਦਿੰਦਾ ਹੈਗਾ ਉਹ ਸੂਟ ਆ ਉਹ ਫੀਮੇਲ ਹੈਗੀ। ਪਰ ਜਦੋਂ ਨੇੜੇ ਆ ਜਾਂਦੇ ਹੈਗੇ, ਜਦੋਂ ਸਾਨੂੰ ਬਿਲਕੁਲ ਕਲੈਰਿਟੀ ਮਿਲ ਜਾਂਦੀ ਹੈ ਫਿਰ ਉੱਥੇ ਆ ਕੇ ਤੁਹਾਨੂੰ ਲੱਗੂ ਵੀ ਨਹੀਂ ਯਾਰ ਮੈਂ ਤਾਂ ਗਲਤ ਹਾਂ, ਵੀ ਮੈਂ ਜਿਹੜਾ ਐਨਾਲਿਸਿਸ ਕੀਤਾ ਹੈ ਉਹ ਕਿਉਂ ਗਲਤ ਹੋਇਆ ਕਿਉਂਕਿ ਦੂਰ ਸਾਨੂੰ ਕਲੈਰਿਟੀ ਨਹੀਂ ਹੈਗੀ ਜੀ। ਹੁਣ ਜੇ ਆਪਾਂ ਜਾਨਵਰਾਂ ਦੇ ਵਿੱਚ ਵੀ ਮਤਲਬ ਸੂਝ ਪ੍ਰਣਾਲੀ ਇਹ ਕੰਮ ਕਰਦੀ ਹੈ ਉਹਨਾਂ ਦੀ ਵੀ ਜਾਨਵਰ ਜਿਹੜੇ ਆ ਜਦੋਂ ਆਪਣੇ ਜੰਗਲ 'ਚ ਜਾਂਦੇ ਹੈਗੇ ਆ, ਜਦੋਂ ਉਹਨਾਂ ਨੂੰ ਪਤਾ ਹੈ ਵੀ ਰਿਸਕ ਆ ਗਿਆ, ਖਤਰਾ ਆ ਗਿਆ, ਉੱਥੇ ਉਹ ਫਿਰ ਮਤਲਬ ਕਿੰਨਾ ਬਰੀਕੀ ਨਾਲ ਸਲੋਲੀ ਪੈਰ ਧਰਦੇ ਆ ਵੀ ਖੜਕਾ ਨਾ ਹੋਵੇ ਦੂਜੀ ਆਵਾਜ਼ ਨੂੰ ਸੁਣਨ ਦੇ ਲਈ। ਫਿਰ ਆਵਾਜ਼ ਨੂੰ ਪਛਾਣਦੇ ਆ ਵੀ ਆਵਾਜ਼ ਇਹ ਕਿਸ ਕਿਸਮ ਦੀ ਹੈਗੀ, ਕੀ ਇਹ ਉਹਨੂੰ ਮਾਰਨ ਵਾਲੇ ਜਾਨਵਰ ਦੀ ਹੈ ਜਾਂ ਕਿਸੇ ਹੋਰ ਚੀਜ਼ ਦੀ ਹੈਗੀ। ਦੈਟ ਇਜ਼ ਉਹ ਐਨਾਲਿਸਿਸ ਉਹ ਵੀ ਕਰਦੇ ਆ ਪਰ ਸਾਡੇ ਹਾਈ ਲੈਵਲ ਦਾ ਨਹੀਂ ਹੈਗਾ। ਮੈਂ ਇੱਕ ਗੱਲ ਹੋਰ ਬੜੀ ਕਲੀਅਰ ਕਰਨੀ ਚਾਹੁੰਦਾ ਗਾ ਜੀ।
ਵਿਗਿਆਨੀਆਂ ਦੇ ਮੁਤਾਬਕ 1 ਕਰੋੜ 23 ਲੱਖ ਜੂਨਾ ਕਹਿ ਦਈਏ, ਜਿਹਨੂੰ ਆਪਣੇ ਜੂਨਾ ਕਹਿ ਦਿੰਦੇ ਆ, ਜੂਨ ਕਹਿੰਦੇ ਹਾਂ, ਤੇ ਆਮ ਸਪੈਸੀਜ਼ ਕਹਿ ਦਈਏ, ਸਪੀਸੀਜ਼ ਜਿਹੜੇ ਹੈਗੇ species, ਹਾਂ, ਆ 1 ਕਰੋੜ 23 ਲੱਖ ਨੇਗੀਆਂ ਵਿਗਿਆਨੀਆਂ ਦੇ ਮੁਤਾਬਕ। ਵਿਗਿਆਨੀਆਂ ਦੇ ਮੁਤਾਬਕ ਉਹਨਾਂ ਨੇ ਟ੍ਰੇਸ ਕਰ ਚੁੱਕੇ ਤੇ ਨਹੀਂ ਉਹ ਜਿਹੜੀਆਂ 84 ਲੱਖ ਜੂਨਾਂ ਕਹੀਆਂ ਨੇ ਉਹ ਛੱਡੋ ਗੱਲ ਨੂੰ ਉਹ ਇੱਥੇ, ਮੈਂ ਤਾਂ ਵਿਗਿਆਨੀ ਦੀ ਗੱਲ ਹੀ ਕਰਨੀ ਆ। ਉਹ ਉਹਨਾਂ ਦਾ ਆਪਦੇ ਹਿਸਾਬ ਕਿਤਾਬ ਮਿਣਤੀ ਦਾ ਹੋਣਾ, ਮੈਨੂੰ ਨਹੀਂ ਕੀ ਪਤਾ ਕੀ ਹੋਣਾ ਉਹ। ਓਕੇ, ਮੈਂ ਤਾਂ ਆਪਦੀ ਆ ਵੀ ਜੋ ਵਿਗਿਆਨੀਆਂ ਨੇ ਕਿਹਾ ਵੀ 1 ਕਰੋੜ 23 ਲੱਖ ਸਪੈਸੀਜ਼ ਹੈਗੀਆਂ, ਤੇ 23 ਕਰੋੜ ਦੇ ਵਿੱਚੋਂ ਇੱਕੋ ਇੱਕ ਮਨੁੱਖ ਹੈਗਾ ਜਿਹੜਾ ਮਸ਼ੀਨ ਜਿਹਨੇ ਬਣਾਈ ਹੈ। ਤੁਸੀਂ ਦੇਖੋ ਵੀ ਕਿੱਡੇ ਸੁਪਰ ਹੋਵਾਂਗੇ ਅਸੀਂ ਵੀ 1 ਕਰੋੜ 23 ਲੱਖ ਦੇ ਵਿੱਚੋਂ ਇੱਕੋ ਇੱਕ ਸਪੈਸੀ ਹੈ ਜਿਹੜੀ ਮਸ਼ੀਨ ਬਣਾ ਗਈ ਹੈ। ਜੇ ਆਪਾਂ ਗੱਲਬਾਤ ਕਰ ਰਹੇ ਹਾਂ, ਸਾਡੇ ਕੋਲ ਸਾਰਾ ਕੀ ਹੈ, ਮਸ਼ੀਨਾਂ ਪਈਆਂ ਨੇ। ਜੇ ਅਸੀਂ ਫਲਾਈ ਕਰ ਰਹੇ ਹਾਂ, ਮਸ਼ੀਨ ਸਾਡੀ ਹੈਗੀ। ਜੇ ਰਾਕਟ ਜਾ ਰਿਹਾ, ਉਹ ਵੀ ਮਸ਼ੀਨ ਮਨੁੱਖ ਦੀ ਹੈਗੀ। ਜੇ ਮੋਬਾਈਲ ਫੋਨ ਯੂਜ਼ ਕੀਤਾ ਜਾ ਰਿਹਾ ਥਰੂ ਆਊਟ ਵਰਲਡ, ਤੁਸੀਂ ਮਤਲਬ ਗੱਲ ਕਰ ਰਹੇ ਹੈਗੇ ਹੋ, ਤੇ ਉਹਦੇ ਜਿਵੇਂ ਵੀ ਕਲਰ ਵੀ ਉਹਦੇ ਤੇ ਆ ਰਹੇ ਆ, ਸਾਰਾ ਕੁਝ ਹੋਵੇ ਵੀ ਫਿਜ਼ੀਕਲ ਅਸੀਂ ਨਹੀਂ ਮਿਲ ਰਹੇ, ਬਾਕੀ ਸਾਰਾ ਕੁਝ ਠੀਕ ਠਾਕ ਹੈ। ਬਿਲਕੁਲ। ਤੇ ਉਹ ਸਾਰਾ ਕੁਝ ਕੀ ਆ ਵੀ ਮਨੁੱਖ ਨੇ ਬਣਾਇਆ ਹੈਗਾ। ਤੇ ਮਨੁੱਖ ਦੀ ਅਹਿਮੀਅਤ ਕਿੱਡੀ ਵੱਡੀ ਹੈ, ਜਿਹੜੀ ਸੁਪਰਮੈਨ ਜਿਹਨੂੰ ਕਹਿ ਦਈਏ ਅਸੀਂ, ਅਸਲ 'ਚ ਮਨੁੱਖ ਸੁਪਰ ਸਪੈਸੀ ਹੈਗੀ। ਤੇ ਮੈਂ ਕਹਿੰਦਾ ਖੁਦਕੁਸ਼ੀ ਕਿਉਂ ਕਰਦੇ ਆ ਲੋਕ? ਉਹਨੂੰ ਕਦੇ ਨਹੀਂ ਸੋਚਿਆ ਵੀ ਮੈਂ ਤਾਂ 1 ਕਰੋੜ 23 ਲੱਖ 'ਚੋਂ ਇੱਕ ਸੁਪਰ ਕੁਆਲਿਟੀ ਆ, ਸੁਪਰ ਮਤਲਬ ਸਪੈਸੀ ਹੈਗਾ, ਤੇ ਮੈਨੂੰ ਤਾਂ ਆਪਦੇ ਦਿਮਾਗ ਦੀ ਵਰਤੋਂ ਕਰਕੇ ਕਿੰਨੀ ਵਧੀਆ ਜ਼ਿੰਦਗੀ ਬਣਾਈ ਜਾ ਸਕਦੀ, ਵਧੀਆ ਜਿਉ ਸਕਦਾ। ਤੇ ਜੇ ਇਹ ਸਾਡੇ ਅੰਦਰ ਆ ਜਾਣ, ਅੱਜ ਮੈਨੂੰ ਲੱਗਦਾ ਅਜੇ ਤੱਕ ਕਿਸੇ ਨੂੰ ਪਰ ਕਲੀਅਰ ਨਹੀਂ ਹੋਣਾ ਵੀ ਮਸ਼ੀਨ ਮਨੁੱਖ ਨੇ ਪੈਦਾ ਕੀਤੀ ਹੈ, ਵੀ ਦੂਜਾ ਸਪੈਸੀ ਹੈ ਹੀ ਨਹੀਂ ਜਿਹਨੇ ਮਸ਼ੀਨ ਪੈਦਾ ਕੀਤੀ ਹੋਵੇ। ਐਗਜ਼ੈਕਟਲੀ। ਬਲਵਿੰਦਰ ਜੀ, ਇੱਕ ਗੱਲ ਹੋਈ ਸੀ, ਤੁਸੀਂ ਕਿਹਾ ਸੀ ਕਿ ਜਦੋਂ ਅਸੀਂ ਪੈਦਾ ਹੁੰਦੇ ਹਾਂ, ਜਿਹੜੇ ਜੀਨਸ ਦੇ ਨਾਲ ਅਸੀਂ ਪੈਦਾ ਹੁੰਦੇ ਹਾਂ, ਸਾਡਾ ਇੰਟੈਲੈਕਟ ਦਾ ਇੱਕ ਜਿਹੜੀ ਐਲੀਮੈਂਟ ਹੈ ਬਣਦਾ ਉਹ ਚੀਜ਼ ਕਿ ਸਾਡੇ ਜੀਨਸ ਕਿਹੋ ਜਿਹੇ ਆ। ਸੈਕਿੰਡ ਤੁਸੀਂ ਗੱਲ ਕੀਤੀ ਸੀ ਕਿ ਐਨਵਾਇਰਨਮੈਂਟ ਸਾਨੂੰ ਕਿਹੋ ਜਿਹਾ ਮਿਲਦਾ ਕਿ ਉਹ ਜੀਨ ਕਿਸ ਤਰ੍ਹਾਂ ਗਾਂ ਪ੍ਰਫੁੱਲਤ ਹੁੰਦਾ ਹੈਗਾ। ਉਹ 'ਚ ਇੱਕ ਜ਼ਿਕਰ ਤੁਸੀਂ ਕੀਤਾ ਸੀ ਕਿ ਕੁਝ ਟ੍ਰੈਡੀਸ਼ਨਸ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਹਾਂ। ਹੁਣ ਟ੍ਰੈਡੀਸ਼ਨ ਸਾਨੂੰ ਛੋਟੇ ਹੁੰਦੇ ਤੋਂ ਸਿਖਾ ਦਿੱਤੀਆਂ ਜਾਂਦੀਆਂ। ਕੋਈ ਉਹਨਾਂ ਨੂੰ ਕਦਰਾਂ ਕੀਮਤਾਂ ਦਾ ਨਾਮ ਦਿੰਦਾ, ਕੋਈ ਪਰੰਪਰਾਵਾਂ ਦਾ ਨਾਮ ਦਿੰਦਾ, ਕੋਈ ਵੈਲਿਊਜ਼ ਦਾ ਨਾਮ ਦਿੰਦਾ। ਕਈ ਵਾਰੀ ਉਹ ਜਿਹੜੇ ਬਲੀਫਸ ਨੇ, ਵੈਲਿਊਜ਼ ਨੇ, ਉਹ ਪਰੰਪਰਾਵਾਂ ਨੇ ਸਾਡੇ ਮਾਈਂਡ ਦੇ ਵਿੱਚ ਜਾਂ ਸਾਡੇ ਬ੍ਰੇਨ ਦੇ ਵਿੱਚ ਇਸ ਤਰੀਕੇ ਦੇ ਨਾਲ ਘਰ ਕਰ ਜਾਂਦੀਆਂ ਨੇ ਕਿ ਸਾਡੀ ਉਹ ਡਿਵੈਲਪਮੈਂਟ ਦੇ ਵਿੱਚ ਜਾਂ ਅਗਾਂਹ ਵਧਣ ਦੇ ਵਿੱਚ ਆਪਣੇ ਆਪ ਦੇ ਵਿੱਚ ਉਹ ਰੋੜਾਂ ਹੁੰਦੀਆਂ ਨੇ, ਅੜਿੱਕਾਂ ਹੁੰਦੀਆਂ ਨੇ। ਕੀ ਪੋਸੀਬਲ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਰਿਮੂਵ ਕਰ ਸਕੀਏ? ਤਾਂ ਕਿਵੇਂ? ਦੇਖੋ, 2 ਪੱਖ ਲਓ ਇਹਦੇ। ਇੱਕ ਪੱਖ ਤਾਂ ਇਹਦਾ ਆਪਾਂ ਜਿਹਨੂੰ ਐਥੀਕਲ ਪੱਖ ਕਹਿ ਦਈਏ, ਜਿਹਦੇ 'ਚ ਆਪਾਂ ਓਵਰਆਲ ਯੂਨੀਵਰਸਲ ਟਰੁੱਥ ਦੀ ਗੱਲ ਕਰਦੇ ਹੈਗੇ ਆ। ਯੂਨੀਵਰਸਲ ਟਰੁੱਥ ਜਿਵੇਂ ਆ ਗਈਆਂ, ਜਿਵੇਂ ਆਪਾਂ ਕਹੀਏ ਵੀ ਓਨੈਸਟੀ ਹੈ। ਓਨੈਸਟੀ ਆਲ ਓਵਰ ਵਰਲਡ ਜਿੱਥੇ ਵੀ ਹੈਗੀ ਹੈ, ਉਹਨੂੰ ਚੰਗਾ ਸਮਝਿਆ ਜਾਂਦਾ ਹੈ, ਵੈਲਿਊ ਹੈ। ਇਹਦਾ ਮੋਰੈਲਿਟੀ ਨਾਲ ਕੋਈ ਮਤਲਬ ਆਪਾਂ ਮੋਰੈਲਿਟੀ ਨਾਲ ਨਹੀਂ ਜੋੜ ਸਕਦੇ ਇਹਨੂੰ, ਕਿਉਂਕਿ ਵੈਲਿਊ ਬਣ ਗਈ ਹੈ ਇੱਕ ਓਨੈਸਟੀ ਜਿਹੜੀ ਹੈ। ਇਵੇਂ ਆਪਾਂ ਕਹਿੰਦੇ ਸੱਚ ਬੋਲਣਾ ਆ ਗਿਆ। ਸੋ ਇਹਨੂੰ ਮੋਰੈਲਿਟੀ ਦੇ ਨਾਲ ਨਹੀਂ ਜੋੜ ਸਕਦੇ? ਨਹੀਂ, ਉਹਨਾਂ ਨਹੀਂ ਜੋੜ। ਜਿਵੇਂ ਮੋਰੈਲਿਟੀ ਜਿਹੜੀ ਹੈ, ਤੁਸੀਂ ਐਥੀਕਲ ਬੇਸ 'ਤੇ ਕਿਸੇ 'ਤੇ ਮਤਲਬ ਕੇਸ ਕਰ ਸਕਦੇ ਹੋ ਲੀਗਲੀ ਵੀ ਇਹ ਬੰਦੇ ਨੇ ਮੈਨੂੰ ਇੱਥੇ ਧੋਖਾ ਦਿੱਤਾ ਹੈਗਾ। ਮੋਰੈਲਿਟੀ ਬੇਸ 'ਤੇ ਨਹੀਂ ਕਰ ਸਕਦੇ ਹੈਗੇ, ਕਿਉਂਕਿ ਮੋਰੈਲਿਟੀ ਟ੍ਰੈਡੀਸ਼ਨਲ ਹੈ। ਮੋਰੈਲਿਟੀ ਤੇ ਐਥਿਕ ਦੇ ਵਿੱਚ ਫਰਕ ਹੈਗਾ। ਮੋਰੈਲਿਟੀ ਟ੍ਰੈਡੀਸ਼ਨਲ ਹੈਗੀ ਹੈ, ਜਿਹੜੀ ਐਥਿਕਸ ਹੈਗੀ ਹੈ ਇਹ ਟ੍ਰੈਡੀਸ਼ਨਲ ਨਹੀਂ ਹੈਗੀ। ਪਰ ਅਸੀਂ ਅਕਸਰ ਓਵਰਲੈਪ ਹੀ ਕਰਦੇ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਗੱਲ ਕਰਦੇ ਹਾਂ। ਸਾਨੂੰ ਕਲੀਅਰ ਨਹੀਂ ਹੈਗਾ ਇਹ ਗੱਲ, ਥੋੜ੍ਹਾ ਜਿਹਾ ਸਪਸ਼ਟ ਕਰੋ ਪਲੀਜ਼। ਹਾਂਜੀ, ਹਾਂ। ਹੁਣ ਜਿਵੇਂ ਆਪਾਂ ਕਿ ਐਥਿਕਸ ਦੀ ਗੱਲ ਆ ਗਈ ਹੈ। ਐਥਿਕਸ ਜਿਹੜੀ ਹੈ ਉਹ ਹਰ ਥਾਂ 'ਤੇ ਇੱਕੋ ਹੀ ਹੈ। ਗੋਰਿਆਂ ਦੇ ਵਿੱਚ ਵੀ ਉਹੀ ਆਊਗੀ, ਸਾਡੇ ਵਾਲੀ ਕਮਿਊਨਿਟੀ 'ਚ ਵੀ ਉਹੀ ਆਊਗੀ ਵੀ ਟਰੁੱਥ, ਸੱਚ ਬੋਲਣਾ, ਇਮਾਨਦਾਰ ਹੋਣਾ। ਸਾਰਿਆਂ 'ਚ ਇਹ ਕਿਸੇ ਵੀ ਮਤਲਬ ਇੱਕ ਕਮਿਊਨਿਟੀ ਦੇ ਵਿੱਚ ਨਹੀਂ ਵੀ ਉੱਥੇ ਓਨੈਸਟੀ ਹੁੰਦੀ ਹੈ ਅਤੇ ਇੱਥੇ ਨਹੀਂ ਹੁੰਦੀ। ਇਸ ਕਮਿਊਨਿਟੀ ਦੇ ਵਿੱਚ ਓਨੈਸਟੀ ਨੂੰ ਚੰਗਿਆ ਨਹੀਂ ਸਮਝਿਆ ਜਾਂਦਾ ਅਤੇ ਉਸ ਦੇ ਵਿੱਚ ਚੰਗਾ ਸਮਝਿਆ ਜਾਂਦਾ ਹੈ। ਪਰ ਮੋਰਾਲਿਟੀ 'ਚ ਇਹ ਆ ਸਕਦਾ ਹੈ। ਅੱਛਾ, ਵੀ ਮੋਰਾਲਿਟੀ ਜਿਹੜੀ ਚੀਜ਼ ਤੁਸੀਂ ਹਿੰਦੁਸਤਾਨ 'ਚ ਤੁਹਾਨੂੰ ਤੈਅ ਹੈ ਤੁਹਾਡਾ, ਵੀ ਮੈਰਿਜ ਦੇ ਪੈਟਰਨ ਹੈਗੇ ਆ ਵੀ ਕੁੜੀ ਜਿਹੜੀ ਹੈ ਸਿਰਫ ਉਹਦਾ ਜਿਵੇਂ ਮਾਂ ਪਿਓ ਕਹਿੰਦਾ ਉਵੇਂ ਕਰੇ, ਅਤੇ ਉਹ ਜਿਸ ਕਾਸਟ ਦੇ ਵਿੱਚ ਉਹ ਹੈਗੇ ਆ ਉਸੇ ਕਾਸਟ 'ਚ ਜਾਂ ਰਿਲੀਜਨ 'ਚ ਮੈਰਿਜ ਕਰੇ, ਜਾਂ ਰਿਲੇਸ਼ਨਸ਼ਿਪ ਜਿਹੜੀ ਹੋਊਗੀ ਉਹ ਵਿਆਹ ਤੋਂ ਬਾਅਦ ਹੀ ਹੋਊਗੀ ਕਿਸੇ ਦੀ ਕਿਸੇ ਨਾਲ। ਮੇਰਾ ਮਤਲਬ ਕਹਿਣ ਦਾ ਮੋਰੈਲਿਟੀ ਇਹ ਤੈਅ ਕਰਦੀ ਹੈ ਉੱਥੇ ਉਹਨਾਂ ਦਾ। ਪਰ ਜਦੋਂ ਤੁਸੀਂ ਕੈਨੇਡਾ 'ਚ ਆ ਜਾਂਦੇ ਹੋ ਫਿਰ ਇੱਥੋਂ ਦੀ ਗੋਰਿਆਂ ਦੀ ਮੋਰੈਲਿਟੀ ਕੀ ਕਹਿੰਦੀ ਹੈ? ਉਹ ਕਹਿੰਦੇ ਕੋਈ ਖਾਸ ਗੱਲ ਨਹੀਂ ਹੈਗੀ ਹੈ, ਵੀ ਕੋਈ ਕਾਸਟਿਜ਼ਮ ਦੀ ਮਤਲਬ ਹੀ ਨਹੀਂ ਹੈਗਾ ਇੱਥੇ, ਕਿਉਂਕਿ ਇਹਨਾਂ ਦੀ ਮੋਰੈਲਿਟੀ ਹੋਰ ਹੈ। ਕਿਉਂਕਿ ਇਹ ਸਾਡੀ ਲੋਕਲ ਰੀਜਨਲ ਹੈ। ਮੋਰੈਲਿਟੀ ਹਮੇਸ਼ਾ ਰੀਜਨਲ ਹੁੰਦੀ ਹੈ। ਰੀਜਨਲ ਤਾਂ ਸਮਝਦੇ ਮੇਰੇ ਕਿਸੇ ਖਾਸ ਖਿੱਤੇ ਨਾਲ ਸੰਬੰਧ। ਓਕੇ, ਵੀ ਜਿਸ ਖਿੱਤਾ ਹੁਣ ਜੇ ਪੰਜਾਬ ਦਾ ਇੱਕ ਖਿੱਤਾ ਹੈਗਾ, ਉਹਦੀ ਮੋਰੈਲਿਟੀ ਜਿਹੜੀ ਆ ਹਰਿਆਣੇ ਨਾਲ ਡਿਫਰੈਂਟ ਰਹੂਗੀ। ਸੋ ਉਹ ਕਲਚਰ ਬੇਸਡ ਹੋਊਗੀ। ਕਲਚਰ ਬੇਸਡ ਹੋ ਹਮੇਸ਼ਾ। ਓਕੇ, ਮੋਰੈਲਿਟੀ ਹਮੇਸ਼ਾ ਕਲਚਰ ਬੇਸਡ ਹੁੰਦੀ ਹੈ।
ਵੀ ਸੱਭਿਆਚਾਰ ਨਾਲ ਜੁੜੀ ਹੁੰਦੀ ਹੈ। ਤੇ ਸੱਭਿਆਚਾਰ ਕਦੇ ਸਟੈਟਿਕ ਨਹੀਂ ਹੁੰਦਾ, ਇਹ ਵੀ ਨੋਟ ਕਰ ਲਓ, ਸਥਿਰ ਨਹੀਂ ਹੁੰਦਾ। ਬਿਲਕੁਲ। ਬਦਲਦੀਆਂ ਹਾਲਤਾਂ ਨਾਲ ਸੱਭਿਆਚਾਰ ਵੀ ਬਦਲਦਾ ਹੈ। ਜੇ ਆਪਾਂ ਕਹੀਏ, ਜੇ ਅੱਜ ਤੋਂ 500 ਸਾਲ ਪੁਰਾਣੀ ਗੱਲ ਕਰੀਏ, ਜਦੋਂ ਜੇ ਸਿੱਖ ਧਰਮ ਦਾ ਓਰੀਜਨਲ ਨਹੀਂ ਸੀ ਹੋਇਆ, ਉਦੋਂ ਪਹਿਲਾਂ ਦੀ ਗੱਲ ਕਰੀਏ ਜਾ ਕੇ, ਉਦੋਂ ਮੋਰੈਲਿਟੀ ਜਿਹੜੀ ਹੈਗੀ ਮਤਲਬ ਜਿਹੜੀ ਤੈਅ ਹੋਈ ਹੈਗੀ, ਆਪਾਂ ਸਾਰਾ ਦੇਖਦੇ ਆਂਗੇ ਜਾ ਕੇ, ਜਾਂ ਉਦੋਂ ਬਾਅਦ ਆਪਾਂ ਹੁਣ ਦੇਖਦੇ ਹਾਂ ਵੀ ਕਿੰਨੀ ਵੱਡੀ ਕਲਚਰ ਚੇਂਜਸ ਆ ਗਈਆਂ। ਬਿਲਕੁਲ। ਉਦੋਂ ਕਲਚਰ ਜਿਹੜਾ ਸੀਗਾ, ਆਪਾਂ ਉਸ ਨੂੰ ਅੱਜ ਪੰਜਾਬ 'ਚ ਨਹੀਂ ਦੇਖ ਸਕਦੇ ਹੈਗੇ ਵੀ ਪੰਜਾਬ ਦਾ ਕਲਚਰ ਉਹ ਨਹੀਂ ਹੈਗਾ ਹੁਣ। ਜਿਵੇਂ ਮਤਲਬ ਜਾਤ ਪੈਟਰਨ ਹੈਗਾ, ਭਾਵੇਂ ਪਿਆ ਹੈਗਾ, ਪਰ ਕਮਜ਼ੋਰ ਬਹੁਤ ਹੋਇਆ ਹੈਗਾ। ਇਵੇਂ ਰਿਲੀਜਨ ਦਾ ਕੱਟੜਪਣਾ ਜਿੱਥੇ ਪਿਆ ਵੀ ਆ, ਉੱਥੇ ਟੁੱਟਿਆ ਬਹੁਤ ਵੱਡੇ ਪੱਧਰ 'ਤੇ ਹੈਗਾ, ਕਿਉਂਕਿ ਉਹ ਚੇਂਜਸ ਆ ਰਹੀਆਂ ਨੇ ਜਿਹੜੀਆਂ ਮਤਲਬ ਮਸ਼ੀਨ ਮਨੁੱਖ ਦੇ ਅੰਦਰ ਚੇਂਜਸ, ਟੈਕਨੋਲੋਜੀ ਜਿਹੜੀ ਹੈ ਮਨੁੱਖ ਦੇ ਅੰਦਰ ਨਵਾਂ ਕੁਛ ਲੈ ਕੇ ਆਉਂਦੀ ਹੈ, ਚੇਂਜ ਕਰਦੀ ਹੈ, ਉਹਨੂੰ ਬਹੁਤ ਬਦਲਦੀ ਹੈਗੀ ਆ। ਸੋ ਮੇਰਾ ਕਹਿਣ ਦਾ ਮਤਲਬ ਹੈ ਜਿਹੜਾ ਮਤਲਬ ਟਰੈਡੀਸ਼ਨ ਜਿੰਨੀਆਂ ਨੇ ਪਰੰਪਰਾਵਾਂ ਨੇਗੀਆਂ, ਇਹ ਕਿਸੇ ਨਾ ਕਿਸੇ ਰੀਜਨਲ ਨਾਲ ਜੁੜੀਆਂ ਹੁੰਦੀਆਂ ਨੇਗੀਆਂ, ਅਤੇ ਮੋਰੈਲਿਟੀ ਮਤਲਬ ਇਹ ਸਾਰਾ ਕੁਛ ਉਹ ਟਰੈਡੀਸ਼ਨ ਜਿਹੜੀਆਂ ਉਸੇ ਦੇ ਆਧਾਰ 'ਤੇ ਮੋਰੈਲਿਟੀ ਹੈ ਸਾਰੀ, ਅਤੇ ਉਹ ਕਲਚਰ ਦੀ ਪ੍ਰੋਡਕਸ਼ਨ ਹੁੰਦੀ ਹੈਗੀ। ਅਤੇ ਹੁਣ ਜਿਵੇਂ ਇੱਧਰ ਆ ਕੇ ਸਾਡਾ ਆਪਣਾ ਜਿਹੜੇ ਸਾਡੀ ਇਸ ਕਮਿਊਨਿਟੀ ਦੇ ਵਿੱਚ ਕਾਫੀ ਵੱਡੀ ਚੇਂਜ ਆਉਂਦੀ ਹੈ ਜੀ, ਕਲਚਰਲ ਚੇਂਜਸ ਕਾਫੀ ਆ ਜਾਂਦੀਆਂ। ਜਿਹੜੇ ਹੁਣ ਸਟੂਡੈਂਟ ਬੇਸ 'ਤੇ ਇੱਥੇ ਲੋਕ ਸਾਡੇ ਬੱਚੇ ਆ ਰਹੇ ਆ ਇੱਧਰ, ਹੁਣ ਉਹ ਬੱਚੇ ਇੱਥੇ ਆ ਕੇ, ਕਿਉਂਕਿ ਇੱਥੇ ਹੁਣ ਪੇਰੈਂਟਸ ਦਾ ਕੋਈ ਜਾਬਤਾ ਨਹੀਂ ਹੈਗਾ ਉਹਨਾਂ 'ਤੇ, ਉਹ ਤਾਂ ਰਹਿ ਗਏ ਪੰਜਾਬ 'ਚ, ਇੱਥੇ ਆ ਕੇ ਉਹ ਆਪਣੀ ਆਜ਼ਾਦ ਜ਼ਿੰਦਗੀ ਜਿਉਂਦੇ ਆ, ਬਿਲਕੁਲ, ਅਤੇ ਆਜ਼ਾਦ ਡਿਸੀਜ਼ਨ ਲੈਂਦੇ ਆ, ਅਤੇ ਆਜ਼ਾਦ ਮੈਰਿਜਾਂ ਦੇ ਕਨਸੈਪਟ ਤੈਅ ਕਰ ਰਹੇ ਨੇਗੇ। ਅਤੇ ਤੁਸੀਂ ਦੇਖੋ ਜਾ ਕੇ ਵੀ, ਮੈਂ ਇਹ ਕਹੂੰ, ਮੈਂ ਸਾਰੇ ਤਾਂ ਨਹੀਂ ਕਹਿ ਸਕਦਾ, ਮੋਰ ਦੈਨ 90% ਜਿਹੜੇ ਇੱਥੇ ਸਟੂਡੈਂਟ ਹੈ ਉਹ ਪੰਜਾਬ 'ਚ ਜਾ ਕੇ ਮੈਰਿਜ ਨਹੀਂ ਕਰਨਗੇ, ਭਾਵ ਉੱਥੋਂ ਦੀ ਕੁੜੀ ਨਹੀਂ ਲੈ ਕੇ ਆਉਣਗੇ, ਇੱਥੇ ਹੀ ਸਟੂਡੈਂਟ 'ਚੋਂ ਭਾਲ ਕਰਕੇ ਮੈਰਿਜ ਕਰਨਗੇ। ਕਿਉਂਕਿ ਉਹ ਕੀ ਹੈਗਾ, ਉਹ ਦੇਖਦੇ ਆ ਵੀ ਜੇ ਕੁੜੀ ਉੱਥੋਂ ਲਿਆਂਦੀ ਤਾਂ ਉੱਥੋਂ ਦੇ ਕਲਚਰ ਬਾਉਂਡ ਹੈਗੀ ਹੈ, ਅਤੇ ਇੱਥੇ ਆ ਕੇ ਪਹਿਲੀ ਗੱਲ ਤਾਂ ਉਸ ਨੂੰ ਸਾਰਾ ਕੁਛ ਪੜ੍ਹਨ 'ਚ ਸਮਾਂ ਲੱਗ ਜਾਣਾ ਹੈ। ਜੋ ਮੈਂ ਸਿੱਖਿਆ ਹੈਗਾ ਇੱਥੋਂ ਦੇ ਸਿਸਟਮ 'ਚ ਰਹਿ ਕੇ, ਉਹਨੂੰ ਸਿੱਖਣਾ ਪੈਣਾ ਪਹਿਲਾਂ 3 ਸਾਲ। ਮੈਂ ਇੱਕ ਸਿੰਪਲ ਜਿਹਾ ਸਵਾਲ ਕਰ ਦਾਂਗਾ ਜੀ, ਸਵਾਲ ਨਹੀਂ ਕਹੇ, ਮੈਂ ਇੱਕ ਉਹਦਾ ਉਦਾਹਰਨ ਦਿੰਦਾ ਹੈਗਾ। ਮੇਰੇ ਕੋਲ ਇੱਕ ਦੋਸਤ, ਸਮਝੋ ਔਰਤ, ਜਿਹੜੀ ਦੋਸਤ ਔਰਤ ਕਹਿਦੀ ਆਪਾਂ ਨੂੰ, ਜਿਨ੍ਹਾਂ ਨੂੰ ਆਪਾਂ ਚੰਗੇ ਸੰਬੰਧ ਹੈ, ਦੋਸਤੋਂ ਮਤਲਬ ਆਪਾਂ ਹੋਰ ਲੈਂਦੇ, ਉਹ ਮੇਰੇ ਕੋਲ ਇੱਕ ਕਹਿੰਦੇ ਵੀ ਤੁਸੀਂ ਸਾਰੇ ਘੁੰਮਦੇ ਫਿਰਦੇ ਹੋ ਕੈਨੇਡਾ 'ਚ ਵੀ, ਬਾਹਰ ਵੀ ਘੁੰਮਦੇ ਹੋਗੇ, ਅਤੇ ਮੈਂ ਚਾਹੁੰਦੀ ਹਾਂ ਵੀ ਮੇਰੀ ਲੜਕੀ ਦਾ ਰਿਸ਼ਤਾ ਕਰਾ ਦਿਓ। ਅੱਛਾ। ਮੈਂ ਉਹਦੀ ਉਮਰ ਕਿੰਨੀ ਆ? ਕਿ ਉਮਰ ਉਹਦੀ 38 ਹੈ। ਮੈਂ ਪਹਿਲਾਂ ਮੈਰਿਜ ਹੋਈ ਹੋਣੀ ਹੈ? ਕਹਿੰਦੀ ਪਹਿਲਾਂ ਹੋ ਗਈ, ਟੁੱਟ ਗਈ ਸੀਗੀ ਜੀ। ਮੈਨੂੰ ਐਂ ਲੱਗਦਾ ਵੀ ਇੱਥੇ ਤਾਂ ਭਾਲਣ 'ਚ ਸਮੱਸਿਆ ਆਊਗੀ ਥੋੜ੍ਹੀ ਜਿਹੀ, ਕਿਉਂਕਿ ਜਿਸ ਤਰ੍ਹਾਂ ਦਾ ਰਿਸ਼ਤਾ ਉਹ ਇੱਥੋਂ ਦੀ ਬੋਰਨ ਹੈਗੀ ਹੈ, ਉਹ ਇੱਥੋਂ ਮੇਰੇ ਨਾਲੋਂ ਬੈਟਰ ਸਿਲੈਕਸ਼ਨ ਕਰ ਸਕਦੀ ਹੈ। ਬਿਲਕੁਲ। ਵੀ ਇੰਡੀਆ ਦੇ ਵਿੱਚੋਂ ਮੈਂ ਜੇ ਰਿਸ਼ਤਾ ਆਖੋਂ ਭਾਲ ਦਿੰਦਾ, ਉੱਥੇ ਮਿਲ ਜਾਂਦੇ ਆ ਇਸ ਤਰ੍ਹਾਂ ਦੇ, ਉਹ ਤੁਹਾਨੂੰ ਚੰਗੇ ਪੜ੍ਹੇ ਲਿਖੇ ਮਿਲ ਜਾਣਗੇ। ਨੋ, ਉਹ ਨਹੀਂ ਸਾਨੂੰ ਚਾਹੀਦਾ। ਉਸ ਨੂੰ ਤਾਂ ਕਿ 3 ਸਾਲ ਪਹਿਲਾਂ ਸਾਨੂੰ ਪੜ੍ਹਾਉਣਾ ਪਊਗਾ ਆ ਕੇ। ਐਗਜ਼ੈਕਟਲੀ। ਸਾਡੇ ਕਾਲਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਆਪਾਂ ਉਹਨਾਂ ਨੂੰ ਲੈ ਲੈਂਦੇ ਹਾਂ। ਹਾਂਜੀ, ਕੁਲਵੰਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਆਪਣਾ 1:30 ਵਜੇ ਦਾ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ ਸੀਗਾ, ਤੇ ਬਹੁਤ ਵਧੀਆ ਗੱਲਾਂ ਦੱਸਦੇ ਪਿਆ ਜੀ। ਮੈਨੂੰ ਪਤਾ ਨਹੀਂ ਇਹ ਭਾਈ ਸਾਹਿਬ ਜੀ ਸਾਇੰਟਿਸਟ ਨੇ, ਡਾਕਟਰ ਨੇ, ਕਿੱਦਾਂ ਹੈ, ਪਰ ਗੱਲਾਂ ਬੜੀਆਂ ਵਧੀਆ ਕਰਦੇ ਪਿਆ। ਸਭ ਕੁਝ ਹੀ ਨੇ ਇਹ। ਹਾਂਜੀ, ਸਭ ਕੁਝ ਹੈਗੇ ਨੇ ਇਹ ਵਕੀਲ ਵੀ ਹੈਗੇ ਨੇ, ਡਾਕਟਰ ਵੀ ਹੈਗੇ ਨੇ, ਟੀਚਰ ਵੀ ਹੈਗੇ ਨੇ। ਅੱਛਾ, ਮੇਰੇ 2 ਕੁਐਸਚਨ ਨੇ ਛੋਟੇ ਛੋਟੇ ਜੀ। ਨੰਬਰ 1 ਤੇ ਹੈ ਕਿ ਬਈ ਆਪਾਂ ਕਹਿੰਦੇ ਆ ਜਿਹੜੀ ਆਤਮਾ ਵਿੱਚ ਜਦੋਂ ਬੰਦਾ ਮਰਦਾ ਉਹਦੇ ਚੋਂ ਆਤਮਾ ਨਿਕਲ ਜਾਂਦੀ ਆ, ਤੇ ਕੀ ਆਤਮਾ ਜਿਹੜੀ ਆ ਬੋਡੀ 'ਚ ਆਉਂਦੀ ਕਿਹੜੇ ਵੇਲੇ ਆ? ਮੇਰਾ ਕੁਐਸਚਨ ਇਹ ਆ ਕਿ ਮੈਂ ਮਰਨ ਵੇਲੇ ਚਲੋ ਨਿਕਲ ਗਈ, ਪਰ ਆਈ ਕਿਸ ਵੇਲੇ ਆ? ਉਹ ਬੋਡੀ 'ਚ ਕਦੋਂ ਆਈ ਆ? ਅੱਛਾ, ਦੂਸਰਾ ਕੁਐਸਚਨ ਇਹ ਆ ਕਿ ਬਈ ਜਿਹੜੀ ਆ ਗੁਰਬਾਣੀ 'ਚ ਇੱਕ ਤੁਕ ਆਉਂਦੀ ਹੈ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁੱਧ। ਤੋ ਜਿਹੜਾ ਮਨ ਹੈ ਤੇ ਬੁੱਧੀ ਹੈ ਤੇ ਸੁਰਤ ਹੈ, ਇਹ 3 ਚੀਜ਼ਾਂ ਨੇ, 3 ਵਰਡ ਆਏ ਆ। ਹੁਣ ਇਹ 3 ਡਿਫਰੈਂਟ ਨੇ ਜਾਂ ਇੱਕੋ ਹੀ ਚੀਜ਼ ਹੈ ਜੀ, ਜਿਸ ਨੂੰ ਅਸੀਂ ਇਹ ਤਿੰਨੋਂ ਹੀ ਕਹਿੰਦੇ ਆ? ਇਹ ਸਵਾਲ ਹੈ ਜੀ। ਦੇਖੋ, ਗੁਰਬਾਣੀ ਵਾਲੀ ਗੱਲ ਨੂੰ ਮੈਂ ਪਾਸੇ ਰੱਖ ਕੇ ਗੱਲ ਕਰਨੀ ਚਾਹੁੰਦਾ, ਕਿਉਂਕਿ ਉਹ ਇੱਕ ਧਾਰਮਿਕ ਐਂਗਲ ਨਾਲ ਜੁੜੀ ਹੁੰਦੀ ਹੈ। ਮੈਂ ਕਦੇ ਵੀ ਕਿਸੇ ਧਰਮ ਦੀਆਂ ਆਪਣੇ ਉਹਨਾਂ ਦੇ ਆਪਣੇ ਅਕੀਦੇ ਆ, ਉਹਨੂੰ ਹਰਟ ਨਹੀਂ ਕਰਨਾ ਚਾਹੁੰਦਾ ਕਿਸੇ ਗੱਲ ਦਾ ਵੀ, ਜਿਹੜੀ ਮੇਨ ਗੱਲ ਹੈਗੀ ਹੈ ਜੀ। ਅਤੇ ਇਸ ਕਰਕੇ ਮੈਂ ਮਤਲਬ ਜਿਹੜਾ ਤੁਹਾਡਾ ਉਹ ਮਤਲਬ ਸੂਰਤ ਸੀਰਤ 'ਤੇ ਜਿਹੜੀ ਗੱਲ ਕੀਤੀ ਹੈ, ਮਨ ਬੁੱਧੀ ਅਤੇ ਸੁਰਤ, ਉਹਨੂੰ ਮਤਲਬ ਮੈਂ ਉਸ ਨੂੰ ਇੱਥੇ ਉਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਮਨ ਅਤੇ ਬੁੱਧੀ ਦੀ ਆਪਾਂ ਆਲਰੇਡੀ ਗੱਲ ਕਰ ਚੁੱਕੇ, ਮੈਂ ਉਹਦੇ ਬਾਰੇ ਵੈਸੇ ਪਹਿਲਾਂ ਸਾਰੀ ਗੱਲ ਕਰ ਚੁੱਕਿਆ ਹਾਂ। ਹਾਂਜੀ, ਜਿਹੜੀ ਤੁਸੀਂ ਮੈਂ ਆਪਣੇ ਸੁਣਨ ਵਾਲੇ ਦੱਸਣਾ ਚਾਹੁੰਦੀ ਹਾਂ ਕਿ ਇਸ ਪ੍ਰੋਗਰਾਮ ਨੂੰ ਅਸੀਂ ਵੀਡੀਓ ਰਿਕਾਰਡ ਵੀ ਕਰ ਰਹੇ ਹਾਂ, ਸੋ ਤੁਸੀਂ ਕੱਲ੍ਹ ਨੂੰ ਇਹ ਪੂਰਾ ਪ੍ਰੋਗਰਾਮ ਦੁਬਾਰਾ YouTube 'ਤੇ ਜਾ ਕੇ ਦੇਖ ਸਕਦੇ ਹੋ।
ਇਹਨੂੰ ਪੋਸਟ ਕਰ ਦਿੱਤਾ ਜਾਏਗਾ। ਜਿਨ੍ਹਾਂ ਨੇ ਪਹਿਲਾ ਹਿੱਸਾ ਮਿਸ ਕੀਤਾ ਉਹਨਾਂ ਦੀ ਜਾਣਕਾਰੀ ਦੇ ਲਈ ਹੈ। ਪਰ ਇਸ ਵੇਲੇ ਜੇ ਤੁਸੀਂ ਕੋਈ ਗੱਲ ਕਰਨੀ ਹੈ, ਮੇਰੇ ਕੋਲ ਸਮਾਂ ਥੋੜ੍ਹਾ, ਸੋ ਇਹ ਨਾ ਹੋਵੇ ਕਿ ਤੁਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਾਲਸ ਕਰਨੀਆਂ ਸ਼ੁਰੂ ਕਰੋ ਜਿਸ ਵੇਲੇ ਅਸੀਂ ਲੈ ਨਾ ਸਕੀਏ। ਤੁਸੀਂ ਜ਼ਰੂਰ ਗੱਲ ਕਰ ਸਕਦੇ ਹੋ 604-204-0600। ਹਾਂਜੀ, ਤੁਸੀਂ ਗੱਲ ਇਹਨਾਂ ਦੀ ਕਰ ਰਹੇ ਸੀ, ਜਿਹੜੀ ਪਹਿਲੀ ਗੱਲ ਆਤਮਾ ਵਾਲਾ ਸਵਾਲ ਸੀ। ਆਤਮਾ ਵਾਲਾ ਸਵਾਲ, ਉਹਦੇ ਬਾਰੇ ਮੈਂ ਕਲੀਅਰ ਕਰ ਦਿੰਦਾ। ਦੇਖੋ, ਜਿੱਥੋਂ ਤੱਕ ਮੈਂ ਇੱਕ ਸਾਈਕੋਥੈਰੇਪਿਸਟ ਹੈਗਾ ਜੀ, ਸਾਡਾ ਇਸ ਤਰ੍ਹਾਂ ਦੇ ਆਤਮਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ ਵੀ ਕੋਈ ਚੀਜ਼ ਬਾਹਰੋਂ ਪ੍ਰਵੇਸ਼ ਕਰਦੀ ਹੈ ਤੇ ਫਿਰ ਉਹ ਨਿਕਲ ਜਾਂਦੀ ਹੈ। ਇਹ ਕਨਸੈਪਟ ਕਹਿੰਦੇ ਹੈਗੇ, ਤੁਸੀਂ ਆਪ ਹੀ ਇਹ ਸ਼ਬਦ ਯੂਜ਼ ਕੀਤਾ, ਕਹਿੰਦੇ ਹੈਗੇ। ਕਹਿੰਦੇ ਤਾਂ ਬਹੁਤ ਕੁਛ ਨੇਗੇ ਕਿ ਸਾਰਿਆਂ ਨੂੰ ਸੱਚ ਮੰਨ ਲਿਆ ਜਾਵੇ। ਜਿਹੜੀ ਵੀ ਆਪਾਂ ਇਹ ਕਹਿੰਦੇ ਵੀ ਆਤਮਾ ਨਿਕਲ ਜਾਂਦੀ ਹੈ, ਫਿਰ ਉਹ ਆਤਮਾ ਆ ਜਾਂਦੀ ਹੈ, ਅਸੀਂ ਤਾਂ ਇਸ ਕਨਸੈਪਟ ਨਾਲ ਸਹਿਮਤ ਹੀ ਨਹੀਂ ਹੈਗੇ ਵੀ ਆਤਮਾ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ। ਫਿਰ ਜ਼ਿੰਦਗੀ ਮੌਤ ਹੈ ਕੀ ਆ? ਜ਼ਿੰਦਗੀ ਮੌਤ, ਜੇ ਪੌਦਿਆਂ ਦੀ ਜ਼ਿੰਦਗੀ ਮੌਤ ਕੀ ਹੈਗੀ, ਬਾਕੀ ਜੀਵ ਜੰਤੂਆਂ ਦੀ ਜ਼ਿੰਦਗੀ ਮੌਤ ਕੀ ਹੈਗੀ? ਕੀੜੇ ਮਕੌੜੇ ਵੀ ਹੈਗੇ ਆ, ਚੰਪਾਂਜੀ ਹੈਗੇ ਆ। ਮੈਂ ਪਹਿਲੇ ਕਹਿ ਚੁੱਕਿਆ ਵੀ 1,23,00,000 ਜੀਵ ਜੰਤੂ ਹੈਗੇ, ਉਹਨਾਂ ਦੇ ਵਿੱਚ ਵੀ ਜਨਮ ਮੌਤ ਹੈਗੀ। ਮਤਲਬ ਉਹ ਗਾਹਾਂ ਦੀ ਇੱਕ ਟਰਾਂਸਫਰ, ਜਿਵੇਂ ਲੰਬੇ ਸਮੇਂ ਦਾ ਇਤਿਹਾਸ ਹੈ ਇਹਦਾ, ਵੀ ਕਿਵੇਂ ਅਸੀਂ ਪੈਦਾ ਹੋਏ ਹਾਂ ਸਾਰੇ। ਛੋਟਾ ਨਹੀਂ, ਜਿਹੜੀ ਛੋਟੀ ਜਿਹੀ ਗੱਲ ਨਹੀਂ ਮੈਂ ਹੁਣ ਐਡੀ ਛੇਤੀ ਕਰਦੇ ਹਾਂ ਸਾਰੀ ਜੀ ਜੀ। ਵੀ ਜੇ ਹੁਣ ਜੇ ਆਪਾਂ ਕਹਿੰਦੇ ਵੀ ਮੱਛੀ ਤੋਂ ਮਨੁੱਖ ਬਣਿਆ, ਕਦੇ ਕਹਿੰਦੇ ਬਾਂਦਰ ਤੋਂ ਮਨੁੱਖ ਬਣਿਆ ਹੈਗਾ। ਮਤਲਬ ਉਹਦੇ ਕਨਸੈਪਟ ਨੂੰ ਸਮਝਣ ਦੀ ਬਜਾਏ ਉਹ ਸੱਚੀ ਸਮਝਣ ਲੱਗ ਜਾਂਦਾ ਵੀ ਬਾਂਦਰ ਤੋਂ ਮਨੁੱਖ ਬਣ ਗਿਆ। ਅਸਲ ਵਿੱਚ ਜਿਸ ਸਮੇਂ ਦੀ ਅਸੀਂ ਗੱਲ ਕਰਦੇ ਹਾਂ, ਅੱਜ ਤੋਂ ਕਰੋੜਾਂ ਸਾਲ ਪੁਰਾਣੀ ਗੱਲ ਕੀਤੀ ਜਾਂਦੀ ਹੈ, ਉਦੋਂ ਇੱਕ ਸਪੈਸੀਸ ਸੀ ਜਿਹੜੀਆਂ ਮਤਲਬ 2 ਪੈਰਾਂ 'ਤੇ ਤੁਰਨਾ ਸ਼ੁਰੂ ਕਰ ਲਿਆ ਸੀ ਉਹਨਾਂ ਨੇ। ਉਹਦੇ 'ਚ ਚੰਪਾਂਜੀ ਵੀ ਆ ਜਾਂਦੇ ਆ, ਬਨਮਾਨਸ ਵੀ ਆ ਜਾਂਦੇ, ਅਸੀਂ ਵੀ ਆ ਜਾਂਦੇ ਹਾਂ। ਮਤਲਬ ਭਾਵ ਕਹਿਣ ਦਾ 5-6 ਸਪੈਸੀਜ਼ ਹੈ ਜਿਹੜੀਆਂ ਉਹਨਾਂ ਨੇ ਤੁਰਨਾ ਸ਼ੁਰੂ ਕੀਤਾ ਸੀਗਾ। ਉਹਦੇ 'ਚੋਂ ਇੱਕ ਅਸੀਂ ਵੀ ਸੀਗੇ ਜੀ। ਸਾਡੀ ਗਰੋਥ ਜਿਹੜੀ ਹੈ ਉਸੇ ਲੈਵਲ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਅਸੀਂ ਇਸ ਲੈਵਲ 'ਤੇ ਪਹੁੰਚ ਗਏ ਹਾਂ। ਪਰ ਉਹਨਾਂ ਦੇ ਵਿੱਚ ਉਸ ਤਰ੍ਹਾਂ ਦਾ ਵਿਕਾਸ ਨਾ ਹੋ ਸਕਿਆ ਜਿੰਨਾ ਮਤਲਬ ਮੈਂਟਲ ਸਾਡਾ ਗਰੋਥ ਹੋ ਚੁੱਕੀ ਹੈਗੀ ਹੈ। ਤੁਹਾਡੇ ਹਿਸਾਬ ਦੇ ਨਾਲ ਆਤਮਾ ਦਾ ਆਉਣਾ ਜਾਂ ਆਤਮਾ ਦਾ ਚਲੇ ਜਾਣਾ, that doesn't exist? that is nothing, it is only ਕਹਿੰਦੇ। ਇਹ ਤਾਂ ਕਹਿੰਦੇ ਹੈਗੇ। ਕਹਿੰਦੇ ਜਦੋਂ ਪ੍ਰੂਫ ਹੀ ਨਹੀਂ ਕੋਲੇ ਹੈਗਾ, ਜੇ ਹੁਣ ਕੋਈ ਉਸ ਚੀਜ਼ ਨੂੰ ਅਸੀਂ ਮੰਨ ਕਿਵੇਂ ਲਈਏ? ਪਰ ਹੁਣ ਚਲੋ ਆਤਮਾ ਦਾ ਆਉਣਾ ਜਾਣਾ ਬੰਦ ਕਰ ਦਈਏ ਆਪਾਂ, ਜੇ ਇਹਨਾਂ ਟਰਮਸ ਨੂੰ ਅਸੀਂ ਯੂਜ਼ ਨਹੀਂ ਕਰਦੇ, ਇਹਨਾਂ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਦੇ। ਅਸੀਂ ਨਹੀਂ ਕਰਦੇ ਹੈਗੇ। ਦੇਖੋ, ਇੱਕ ਸਾਈਕੋਥੈਰੇਪਿਸਟ ਆਤਮਾ ਦੀ ਗੱਲ ਛੇਤੀ ਨਹੀਂ ਕਰੂਗਾ, ਆਤਮਾ ਵਾਲੀ ਗੱਲ ਨਹੀਂ ਕਰੂ, ਉਹ ਤਾਂ ਮਨੋਵਿਗਿਆਨ ਦੀ ਗੱਲ ਕਰੂਗਾ। ਉਹਨੇ ਤਾਂ ਮਨ ਹੈ, ਜਿੰਨਾ ਚਿਰ ਸਾਡੀ ਬਾਡੀ ਦੇ ਸਾਰੇ ਸੈੱਲ ਜਿਹੜੇ ਆ ਸਰਵਾਈਵ ਕਰਦੇ ਆ, ਤਦ ਤੱਕ ਅਸੀਂ ਜਿਉਂਦੇ ਰਹਿੰਦੇ ਹਾਂ। ਸੋ ਸੈੱਲ ਹੀ ਖਤਮ ਹੁੰਦੇ ਆ? ਬਿਲਕੁਲ, ਸੈੱਲ ਡੈਥ ਹੀ ਹੈ ਸਾਰੀ। ਇਹ ਸੈੱਲ ਡੈਥ ਹੈਗੀ। ਜਦੋਂ ਡੈਥ ਹੋ ਗਈ ਉਹਨਾਂ ਦੀ, ਇਵੇਂ ਜਿਵੇਂ ਆਪਾਂ ਪੌਦਿਆਂ 'ਚ ਗੱਲ ਕਰਦੇ, ਪੌਦਿਆਂ ਦੇ ਆਪਣੇ ਇੱਕ ਜੈਨੇਟਿਕ ਸਿਸਟਮ ਹੈਗਾ। ਜਦੋਂ ਆਪਾਂ ਉਹਦੀ ਏਜ ਦੀ ਗੱਲ ਕਰਦੇ ਹਾਂ, ਵੀ ਚਾਹੇ ਉਹ ਬੇਰੀ ਹੈਗੀ ਆ, ਚਾਹੇ ਉਹ ਪਿੱਪਲ ਹੈਗਾ, ਚਾਹੇ ਹੋਰ ਦਰਖਤ ਹੈਗੇ, ਇੱਥੇ ਵਾਲੇ ਦਰਖਤ ਹੈਗੇ ਆ, ਉਹਨਾਂ ਦੀ ਇੱਕ ਏਜ ਪੈਟਰਨ ਹੈਗਾ। ਓਕੇ, ਸਾਡੇ ਇਸ ਵੇਲੇ ਕਈ ਲਿਸਨਰਸ ਨੇ ਜਿਹੜੇ ਗੱਲ ਕਰਨਾ ਚਾਹੁੰਦੇ ਆ। ਮੇਰੇ ਕੋਲ ਕਮਰਸ਼ੀਅਲ ਬ੍ਰੇਕ ਤੇ ਖਬਰਾਂ ਦਾ ਸਮਾਂ ਹੋ ਰਿਹਾ। ਮੈਂ ਇੱਕੋ ਹੀ ਰਿਕੁਐਸਟ ਕਰਦੀ ਹਾਂ ਸਾਰੇ ਕਾਲਰਸ ਨੂੰ ਕਿ ਤੁਹਾਡੇ ਮੈਂ ਸਵਾਲ ਜ਼ਰੂਰ ਨੋਟ ਕਰਨ ਲੱਗੀ ਹਾਂ, ਜਵਾਬ ਜਿਹੜੇ ਉਹ ਆਪਾਂ ਖਬਰਾਂ ਤੋਂ ਬਾਅਦ ਲੈਂਦੇ ਹਾਂ। ਅਮਰ ਸਿੰਘ ਜੀ, ਸਿਰਫ ਮੈਂ ਸਵਾਲ ਚਾਹੁੰਦੀ ਹਾਂ ਸਾਰੇ ਲਿਸਨਰਸ ਕੋਲੋਂ, ਬਰੀਫ ਰੱਖਿਓ ਗੱਲ। ਹਾਂਜੀ ਅਮਰ ਸਿੰਘ ਜੀ, ਸਵਾਗਤ ਹੈ। ਹਾਂਜੀ, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇਨਫੋਰਮੇਸ਼ਨ ਬਹੁਤ ਅੱਛੀ ਦੇ ਰਹੇ ਨੇ ਅਤੇ ਇਹਨੂੰ ਜ਼ਿਆਦਾ ਕਲੀਅਰ ਕਰਨਗੇ। ਮੈਂ ਕਹਿੰਦਾ ਕਿ ਸਾਈਕੋਲੋਜੀਕਲ ਜਾਂ ਰਿਲੀਜੀਅਸ ਨੌਲੇਜ ਜਿਹੜੀ ਹੈ ਨਾ, ਉਹ ਵੀ ਉਹਦੇ ਤੋਂ ਵੀ ਐਡਵਾਂਸ ਜਿਹੜੀ ਨੌਲੇਜ ਰਿਐਲਿਟੀ ਦੇ ਨੇੜੇ ਸਾਨੂੰ ਜ਼ਿੰਦਗੀ ਨੂੰ ਰੱਖਦੀ ਹੈ, ਉਹ ਕਿ ਸਪਿਰਿਚੁਅਲ ਜਾਂ ਪੋਜ਼ੀਟਿਵ ਰਿਐਲਿਟੀ ਜਾਂ ਨੈਚੁਰਲ ਰਿਐਲਿਟੀ। ਅਤੇ ਉਹਦੇ ਮੁਤਾਬਕ ਇਹ ਆ ਕਿ ਜਿਹੜਾ ਮਾਇੰਡ ਤੁਹਾਡਾ ਬਾਇਸ ਨਹੀਂ ਹੁੰਦਾ ਕਿਸੇ ਤਰੀਕੇ ਨਾਲ। ਫਰੀ ਵਿਲ ਚੋਇਸ ਜਿਹੜੀ ਨੇਚਰ ਕਹਿੰਦੀ ਸਾਰਿਆਂ ਨੂੰ ਦਿਓ ਅਤੇ ਫਰੀਡਮ ਆਫ ਐਕਸਪ੍ਰੈਸ਼ਨ ਦਿਓ। ਇਹ ਇਨਸਾਫ ਹੈ ਅਤੇ ਇਸ ਇਨਸਾਫ ਨਾਲ ਸਾਡੀ ਵੀ ਜ਼ਿੰਦਗੀ ਠੀਕ ਰਹਿੰਦੀ, ਦੂਜਿਆਂ ਦੀ ਵੀ। ਥੈਂਕ ਯੂ ਜੀ। ਸ਼ੁਕਰੀਆ ਜੀ। ਕੋਈ ਸਵਾਲ ਨਹੀਂ ਸੀ ਇਹਨਾਂ ਦਾ। ਰਜਨੀਸ਼ ਜੀ। ਹਾਂਜੀ ਰਜਨੀਸ਼ ਜੀ। ਸਵਾਲ ਤਾਂ ਮੇਰਾ ਵੀ ਨਹੀਂ ਹੈਗਾ ਜੀ। ਮੈਂ ਇਹਨਾਂ ਦੀ ਜਿਹੜੀ ਇਹਨਾਂ ਨੇ ਮੋਰੈਲਿਟੀ ਦੀ ਗੱਲ ਕੀਤੀ ਸੀ ਨਾ, ਆਈ ਵਾਸ ਜਸਟ ਰਿਮਾਈਂਡਡ ਆਫ ਸਮਥਿੰਗ। ਰਜਨੀਸ਼ ਜੀ, ਟਾਈਮ ਬਹੁਤ ਥੋੜਾ ਮੇਰੇ ਕੋਲ, ਸਮਾਂ ਜੀ। ਹਾਂਜੀ, ਕੀਪ ਇਟ ਸ਼ਾਰਟ। ਸਿਰਫ ਇੱਕ ਮੋਰੈਲਿਟੀ ਫਲੂਇਡ ਹੁੰਦੀ ਹੈ। ਦੈਟ ਵਾਸ ਅ ਵੈਰੀ ਗੁੱਡ ਪੁਆਇੰਟ ਜਿਹਨਾਂ ਨੇ ਕਿਹਾ ਨਾ, ਕਿ ਜਿਹੜੀ ਉਹ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਔਰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਾ, ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਆਇਆ ਸੀ 96 ਦੇ ਵਿੱਚ। ਇੱਕ ਕੋਰਟ ਕੇਸ ਕੀਤਾ ਸੀ ਮੁਹੱਲੇ ਵਾਲਿਆਂ ਨੇ ਕਿ ਇੱਕ ਕੁੜੀ ਤੇ ਮੁੰਡਾ ਇਕੱਠੇ ਰਹਿੰਦੇ ਪਏ ਆ ਬਿਨਾਂ ਵਿਆਹ ਦੇ, ਤੇ ਇਹ ਇਲੀਗਲ ਹੈ। ਓਕੇ, ਤੇ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਇਲੀਗਲ ਨਹੀਂ ਹੈਗਾ, ਇਹ ਮੋਰਲ ਕਹਿ ਸਕਦੇ ਹੋ, ਪਰ ਮੋਰੈਲਿਟੀ ਲਾਅ ਦੇ ਅੰਦਰ ਨਹੀਂ ਆਉਂਦੀ, ਤਾਂ ਸਾਡਾ ਕੰਮ ਨਹੀਂ ਹੈ, ਇਹ ਇਲੀਗਲ ਨਹੀਂ ਹੈਗਾ। ਔਰ ਮੋਰੈਲਿਟੀ, ਔਰ ਕੋਰਟ ਦਾ ਫੈਸਲਾ ਸੀ, ਰਾਈਟਿੰਗ 'ਚ ਹੈਗਾ ਸੀ ਕਿ ਮੋਰੈਲਿਟੀ ਦੀ ਜਿਹੜੀ ਹੈ ਉਹ ਫਲੂਇਡ ਹੁੰਦੀ ਹੈ ਜੀ। ਉਹ ਅੱਜ ਕੁਛ ਹੈ, ਉਹਦੀ ਡੈਫੀਨੇਸ਼ਨ ਕੱਲ੍ਹ ਨੂੰ ਜਿਵੇਂ ਸਰ ਕਹਿ ਰਹੇ ਸੀ 15-20 ਸਾਲ ਬਾਅਦ ਕੁਛ ਹੋਰ ਹੋ ਜਾਏਗੀ। ਦਿਸ ਇਜ਼ ਸਮਥਿੰਗ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ ਇਸ ਸੋਸਾਇਟੀ ਨੂੰ, ਕਿ ਮੋਰੈਲਿਟੀ ਦੀ ਡੈਫੀਨੇਸ਼ਨ ਅਸੀਂ 1500 ਵਾਲੀ ਜਾਂ 1600 ਵਾਲੀ ਜਾਂ 1700 ਵਾਲੀ ਜਾਂ ਈਵਨ 1990 ਵਾਲੀ ਵੀ ਨਹੀਂ ਰਹਿ ਸਕਦੇ। ਇਟਸ ਅ ਫਲੂਇਡ ਥਿੰਗ। ਸੋ ਦੈਟ ਵਾਸ ਸਮਥਿੰਗ ਦੈਟ ਹਿਟ ਮੀ। ਥੈਂਕ ਯੂ। ਸ਼ੁਕਰੀਆ ਬਹੁਤ ਬਹੁਤ।
ਗੁਰਦੀਪ ਜੀ ਇੱਕ ਵਾਰੀ ਫਿਰ ਆਏ ਨੇ। ਗੁਰਦੀਪ ਜੀ ਪਲੀਜ਼ ਛੋਟੀ ਹਾਂਜੀ ਮੇਰਾ ਸਵਾਲ, ਹਾਂਜੀ ਭੈਣ ਜੀ, ਹਾਂਜੀ ਮੈਂ ਸਵਾਲ ਹੀ ਕਰੂੰਗਾ ਸਿੱਧਾ। ਜਿੱਦਾਂ ਹੁਣ ਇਹਨਾਂ ਨੇ ਕਲਚਰ ਨੂੰ ਤੇ ਆਪਾਂ ਰੀਤੀ ਰਿਵਾਜਾਂ ਨੂੰ ਮਿਕਸ ਕਰ ਦਿੱਤਾ ਦੋਨਾਂ ਨੂੰ। ਜਿੱਦਾਂ ਹੁਣ ਕਲਚਰ ਤਾਂ ਹੋ ਗਿਆ ਪੰਜਾਬ ਦਾ, ਇਹ ਬਈ ਜਿੱਦਾਂ ਭੰਗੜਾ ਗਿੱਧਾ ਇਹਦਾ ਕਲਚਰ ਹੋ ਗਿਆ। ਹੁਣ ਹਿੰਦੂ ਆ ਚਾਹੇ ਮੁਸਲਮਾਨ ਆ, ਜਿਹੜਾ ਪੰਜਾਬੀ ਭੰਗੜਾ ਪਾਊਗਾ ਉਹ ਸਾਰਾ ਇੱਕੋ ਤਰੀਕੇ ਨਾਲ ਪਾਊਗਾ। ਉਹ ਤੋਂ ਬਾਅਦ ਜਿਹੜਾ ਵਿਆਹ ਆ ਉਹ ਰੀਤੀ ਰਿਵਾਜ ਆ। ਜਿੱਦਾਂ ਹੁਣ ਹਿੰਦੂਆਂ ਦਾ ਵਿਆਹ ਵੱਖਰੀ ਤਰੀਕੇ ਨਾਲ ਹੋਏਗਾ ਭਾਵੇਂ ਪੰਜਾਬੀ ਆ, ਤੇ ਸਿੱਖਾਂ ਦਾ ਵਿਆਹ ਵੱਖਰੇ ਤਰੀਕੇ ਨਾਲ ਹੋਏਗਾ। ਅਸੀਂ ਇਹਨਾਂ ਦੋਹਾਂ ਨੂੰ ਮਿਕਸ ਨਹੀਂ ਕਰ ਦਿੱਤਾ ਕਿ ਕਲਚਰ ਵੱਖਰਾ ਆ ਜਦੋਂ ਕਿ ਰੀਤੀ ਰਿਵਾਜ ਵੱਖਰੇ ਆ। ਜਿੱਦਾਂ ਆਪਾਂ ਨੂੰ ਦੋਨਾਂ ਦੀ ਇੱਕੋ ਹੀ ਗੱਲ ਕਰ ਦਿੱਤੀ ਕਿ ਕਲਚਰ ਬਦਲ ਜਾਂਦਾ ਹੈ ਤੇ ਕਲਚਰ ਹੋਰ ਤਰੀਕੇ ਨਾਲ ਹੋ ਜਾਂਦਾ। ਇਹਦੇ ਬਾਰੇ ਥੋੜ੍ਹਾ ਜਿਹਾ ਕਲੀਅਰ ਕਰਨ ਜੀ, ਇਹ ਮੈਨੂੰ ਕਨਫਿਊਜ਼ ਜਿਹਾ ਹੋ ਗਿਆ ਮੈਂ ਇਹਦੇ 'ਤੇ। ਹਾਂਜੀ ਬਲਵਿੰਦਰ ਜੀ। ਹਾਂਜੀ, ਤੁਸੀਂ ਗੱਲ ਜਿਹੜੀ ਕੀਤੀ ਹੈ ਨਾ, ਦੇਖੋ ਮੈਂ ਖੁਦ ਫਿਜ਼ੀਕਲ ਐਜੂਕੇਸ਼ਨ ਦਾ ਅਧਿਆਪਕ ਵੀ ਰਿਹਾ ਹੈਗਾ। ਉਹਦੇ 'ਚ ਭੰਗੜਾ ਇੱਕ ਐਕਟੀਵਿਟੀ, ਇੱਕ ਡਾਂਸ ਹੈਗਾ। ਅੱਜ ਤੁਸੀਂ ਉਹ ਪੰਜਾਬ, ਕਿਹੜੇ ਪੰਜਾਬ ਦਾ, ਮੇਰੇ ਖਿਆਲ 'ਚ ਤੁਹਾਨੂੰ ਮਤਲਬ ਇਸ ਗੱਲ ਦਾ ਨਹੀਂ ਪਤਾ ਹੋਣਾ ਵੀ ਇਹਦੀ ਪੈਦਾਇਸ਼ ਕਿੱਥੇ ਹੋਈ ਹੈ ਭੰਗੜੇ ਦੀ। ਭੰਗੜਾ ਅੱਜ ਭੰਗੜਾ ਨਹੀਂ ਹੈਗਾ, ਉਹਦੇ 'ਚ ਲੁੱਡੀ ਵੀ ਸ਼ਾਮਲ ਹੈਗੀ, ਉਹਦੇ 'ਚ ਟਿੱਪਰ ਵੀ ਸ਼ਾਮਲ ਹੈਗਾ, ਉਹਦੇ 'ਚ ਸੋਲੋ ਡਾਂਸ ਵੀ ਹੈਗੇ। ਮਤਲਬ ਪੰਜਾਬ ਦਾ ਭੰਗੜਾ ਨਹੀਂ ਰਿਹਾ ਹੈਗਾ, ਇਹ ਨੋਟ ਕਰ ਲਓ ਪਹਿਲੀ ਗੱਲ ਤਾਂ। ਐਕਚੁਅਲੀ ਇਹ ਪਾਕਿਸਤਾਨ ਦੇ ਐਮਨਾਬਾਦ ਦੇ ਦੀ ਉਪਜ ਹੈ ਭੰਗੜਾ ਡਾਂਸ। ਸਿਰਫ ਭੰਗੜਾ ਹੁੰਦਾ ਸੀ, ਉਹ ਗਰੁੱਪ ਡਾਂਸ ਜਿਹੜਾ ਕਹਿੰਦੇ ਸੀ ਆਪਾਂ। ਉਹ ਇੱਕ ਐਕਟੀਵਿਟੀ ਹੈ। ਅਸੀਂ ਉਸ ਨੂੰ ਸੱਭਿਆਚਾਰ ਦਾ ਪਾਰਟ ਕਹਿ ਸਕਦੇ ਹਾਂ, ਵੀ ਸਾਡੇ ਸੱਭਿਆਚਾਰ ਦਾ ਪਾਰਟ ਹੈਗਾ। ਮਤਲਬ ਜਿਹੜਾ ਰੀਤੀ ਰਿਵਾਜ ਨੇਗੇ, ਤੁਸੀਂ ਜਿਹੜੇ ਰੀਤੀ ਰਿਵਾਜ ਕਲਚਰ ਦੇ, ਇਹ ਡਾਂਸ ਨੇ ਜਿਹੜੇ ਕਿਸੇ ਵੀ ਕਲਚਰ ਦੇ ਨਾਲ ਜੁੜੇ ਹੋ ਸਕਦੇ ਆ, ਕਿਉਂਕਿ ਹਰ ਕਲਚਰ ਦੇ ਵਿੱਚ ਆਪਣੇ ਡਾਂਸ ਹੁੰਦੇ ਹੈਗੇ। ਮਤਲਬ ਤੁਸੀਂ ਉਹਨੂੰ ਤੋੜ ਕੇ ਨਹੀਂ ਦੇ ਸਕਦੇ ਵੀ ਉਹ ਜਿਹੜਾ ਰੀਤੀ ਰਿਵਾਜ ਅਤੇ ਭੰਗੜਾ ਜੇ ਸਾਡੇ ਪੰਜਾਬ 'ਚ ਪੈਂਦਾ ਤਾਂ ਅਸੀਂ ਉਹਨੂੰ ਕਲਚਰ ਨਾਲ ਤੋੜ ਦਾਂਗੇ। ਦੋਨੇ ਹੀ ਕਲਚਰ ਨਾਲ ਜੁੜੇ ਹੁੰਦੇ ਹੈਗੇ। ਮਤਲਬ ਜੇ ਕਲਚਰ ਨਾਲ ਜੁੜੇ ਹੋਣ ਤਾਂ ਫਿਰ ਗੋਰਿਆਂ ਦਾ ਇੱਥੇ ਡਾਂਸ ਵੱਖਰਾ ਕਿਉਂ ਹੋਵੇ, ਕਿਉਂਕਿ ਇਹਨਾਂ ਦਾ ਕਲਚਰ ਜੇ ਸਾਡੇ ਨਾਲ ਵੱਖਰਾ, ਇਹਨਾਂ ਦਾ ਡਾਂਸ ਵੀ ਵੱਖਰਾ ਹੈਗਾ। ਸੋ ਇਸ ਕਰਕੇ ਇਹਨੂੰ ਤੋੜ ਕੇ ਦੇਖਣ ਦੀ ਜ਼ਰੂਰਤ ਨਹੀਂ ਹੈਗੀ। ਮੈਂ ਇਸ ਕਰਕੇ ਇਹ ਗੱਲ ਕਲੀਅਰ ਕੀਤੀ ਹੈ ਵੀ ਇੱਕ ਸਮਾਂ ਆ ਸਕਦਾ ਭੰਗੜਾ ਪੰਜਾਬ 'ਚੋਂ ਖਤਮ ਵੀ ਹੋ ਸਕਦਾ ਹੈ। ਹੁਣ ਸਮੇਂ ਦੀ ਗੱਲ ਹੈ ਤਾਂ ਮਤਲਬ ਮੈਂ ਪਹਿਲਾਂ ਕਿਹਾ ਵੀ ਚੇਂਜਸ ਨੇ ਗੀਆਂ ਜਿਹੇ ਜਿਹੇ ਡਾਂਸਸ। ਜੇ ਪੰਜਾਬੀ ਗੋਰਿਆਂ 'ਚ ਰਹਿਣ ਲੱਗ ਗਏ, ਜਿਹੜੇ 2-4 ਗੋਰਿਆਂ 'ਚ ਰਹਿੰਦੇ ਆ, ਗੋਰੇ ਬਹੁਤੇ 4 ਪੰਜਾਬੀ ਆ, ਸਿਰਫ ਉਹਨਾਂ ਨੇ ਦੋਸਤੀ ਮਿੱਤਰ ਹੈ, ਹੋ ਸਕਦਾ ਉਹ ਭੰਗੜਾ ਭੁੱਲ ਜਾਣ ਅਤੇ ਉਹਨਾਂ ਦਾ ਜਿਹੜਾ ਡਾਂਸ ਹੈਗਾ ਉਹ ਗੋਰਿਆਂ ਦਾ ਡਾਂਸ ਬਣ ਜੇ। ਸੋ ਇਹ ਇਸ ਤਰ੍ਹਾਂ ਦੀ ਮੇਰੀ ਗੱਲ ਹੈ। ਉਹ ਜਿਹੜੀ ਗੱਲ ਹੈ, ਇਹ ਕਲਚਰ ਜਿਹੜਾ ਕਦੇ ਵੀ ਸਟੈਟਿਕ ਨਹੀਂ ਹੁੰਦਾ ਬਿਲਕੁਲ। ਜਿਵੇਂ ਪਹਿਲਾਂ ਇੱਕ ਗੁਰਦੀਪ ਜੀ ਨੇ ਗੱਲ ਕਰੀ ਹੈ ਵੀ ਮੋਰੈਲਿਟੀ ਫਲੂਇਡ ਹੈਗੀ ਹੈ, ਇਹ ਤਰਲ ਵਾਂਗੂ ਬਦਲਦੀ ਰਹਿੰਦੀ ਹੈ, ਰਜਨੀਸ਼ ਜੀ ਨੇ ਕਿਹਾ ਹੈਗਾ। ਉਵੇਂ ਸਾਡੇ ਕਲਚਰ ਵੀ ਰੀਜਨਲ ਹੁੰਦੇ ਆ ਅਤੇ ਰੀਜਨ ਦੇ ਵਿੱਚ ਜੋ ਚੇਂਜਸ ਆਉਣਗੀਆਂ ਉਹਨੇ ਕਲਚਰ ਨੂੰ ਬਦਲਣਾ ਹੁੰਦਾ ਹੈ ਜੀ। ਅਗਲੇ ਹਿੱਸੇ ਦੇ ਵਿੱਚ ਸਾਡੀ ਇਹ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ ਅਤੇ ਅਸੀਂ ਖਾਸ ਤੌਰ 'ਤੇ ਫੋਕਸ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਮੈਂਟਲ ਹੈਲਥ ਦੀ ਜਦੋਂ ਗੱਲ ਆ ਜਾਂਦੀ ਹੈ, ਹੁਣ ਉਸ ਵੇਲੇ ਸਾਡੇ ਸਰੀਰ ਦਾ ਕਿਹੜਾ ਹਿੱਸਾ ਹੈ ਜਿਹੜਾ ਪ੍ਰਭਾਵਿਤ ਹੋ ਰਿਹਾ ਹੈ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪ੍ਰਭਾਵਿਤ ਕਰ ਰਹੀਆਂ ਨੇ। ਬੇਸ਼ੱਕ ਸਮਾਂ ਬਹੁਤ ਜ਼ਿਆਦਾ ਨਹੀਂ ਸਾਡੇ ਕੋਲ ਹੋਏਗਾ, ਪਰ ਫਿਰ ਵੀ ਮੈਂ ਇਸ ਦਾਇਰੇ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਜਾਣਾ ਚਾਹੁੰਦੀ ਹਾਂ ਕਿ ਜੇ ਹੁਣ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ, ਮਾਈਂਡ ਦੀ ਗੱਲ ਕੀਤੀ ਹੈ, ਨਾਲ ਲੌਜਿਕ ਦੀ ਗੱਲ ਕੀਤੀ ਹੈ, ਕਿ ਇਹ ਸਾਰਾ ਕੁਝ ਇੱਕੋ ਥਾਂ ਤੋਂ ਉਪਜਦਾ। ਜੇ ਉੱਥੇ ਉਪਜ ਹੁੰਦੀ ਹੈ ਅਤੇ ਜਿਹੜੇ ਮਾਨਸਿਕ ਰੋਗਾਂ ਦੀ ਅੱਜ ਕੱਲ੍ਹ ਗੱਲ ਕੀਤੀ ਜਾਂਦੀ ਹੈ, ਬਹੁਤ ਜ਼ਿਆਦਾ ਕਿਸੇ ਸਮੇਂ ਨਾਂ ਨਹੀਂ ਸੀ ਹੁੰਦਾ ਉਹਨਾਂ ਰੋਗਾਂ ਦਾ, ਹੁਣ ਹਰ ਇੱਕ ਚੀਜ਼ ਨੂੰ ਲੇਬਲ ਕੀਤਾ ਜਾਂਦਾ। ਇਹ ਕਿਵੇਂ ਹੁੰਦਾ ਸਭ ਕੁਝ? ਅਗਲੀ ਗੱਲ ਮੈਂ ਛੇੜਨ ਤੋਂ ਪਹਿਲਾਂ ਬਲਵਿੰਦਰ ਜੀ, ਸਾਡੇ ਇੱਕ ਲਿਸਨਰ ਨੇ, ਉਹਨਾਂ ਨੂੰ ਲੈ ਲਈਏ ਆਪਾਂ। ਹਾਂਜੀ ਦਵਿੰਦਰ ਸਿੰਘ ਜੀ। ਜੀ ਨਜੋਤ ਜੀ, ਤੇ ਜੋ ਪ੍ਰੋਗਰਾਮ ਸੁਣਿਆ ਸਾਰਿਆਂ ਨੇ ਸਤਿ ਸ਼੍ਰੀ ਅਕਾਲ, ਤਾਂ ਆਪਦੇ ਗੈਸਟ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਮੇਰੇ ਕੋਲ 2 ਸਵਾਲ ਹੈ, ਬੜੇ ਸ਼ੱਕੀ ਜਿਹੀਆਂ ਗੱਲਾਂ। ਵੀ ਜਿਹੜਾ ਗੋਡ ਆ, ਜਿਹਨੂੰ ਆਪਾਂ ਖੁਦਾ ਕਹਿੰਦੇ, ਅੱਲਾ ਕਹਿੰਦੇ, ਰੱਬ ਕਹਿੰਦੇ, ਇਹ ਕੀ ਚੀਜ਼ ਹੈ, ਕਿੱਥੇ ਰਹਿ ਰਿਹਾ? ਕੀ ਜਿਹੜੀ ਅਸੀਂ ਅਰਦਾਸ ਕਰਦੇ ਹਾਂ ਉਹ ਕਬੂਲ ਕਰ ਲੈਂਦਾ ਹੈ ਜੇ ਹੈਗਾ ਤਾਂ? ਨੰਬਰ 1 ਇਹ ਹੋ ਗਿਆ। ਦੂਜੀ ਗੱਲ ਇਹ ਆ ਵੀ ਜਿਹੜਾ ਸਰੀਰ ਆ, ਕਿ ਹੁਣ ਜਿਹੜੀ ਪਵਨ ਆ, ਇਹ ਮੇਰੀ ਇਹਦੀ ਮਦਦ ਨਾਲ ਮੈਂ ਬੋਲ ਰਿਹਾ। ਪਵਨ ਅੰਦਰ ਆ ਤੇ ਮੇਰੀ ਆਵਾਜ਼ ਬਣ ਰਹੀ ਆ, ਸਭ ਕੁਛ ਹੋ ਰਿਹਾ। ਉਹ ਕਹਿੰਦੇ ਇੱਕ ਮਾਟੀ ਕੇ ਸੰਗ ਮਾਟੀ ਰਲ ਗਈ, ਪਵਨ ਕੇ ਸੰਗ ਪਵਨ, ਉਹ ਬ੍ਰਹਮ ਗਿਆਨੀ ਕਰੋ ਵਿਚਾਰ, ਦੋਹਾਂ 'ਚ ਮਰਿਆ ਕੌਣ? ਪਵਨ ਨਿਕਲ ਗਈ, ਬੰਦਾ ਡੈਡ ਹੋ ਗਿਆ ਤੇ ਧੜਕਣ ਬੰਦ ਹੋ ਗਈ। ਬਾਕੀ ਤਾਂ ਸਰੀਰ ਬੋਡੀ ਤਾਂ ਮਿੱਟੀ ਆ, ਮੈਟਰ ਆ। ਮੈਟਰ ਨਾਈਦਰ ਵੀ ਟ੍ਰੀਟਡ ਨੋਰ ਵੀ ਡਿਸਟਰੋਇਡ। ਦਵਿੰਦਰ ਜੀ, ਮੇਰੀ ਆਵਾਜ਼ ਆ ਰਹੀ? ਕੀ ਹੁੰਦਾ, ਕੀ ਖੇਡ ਆ? ਸਤਿਨਾਮ। ਓਕੇ ਜੀ, ਸਵਾਲ ਦਾ ਬਹੁਤ ਧੰਨਵਾਦ ਜੀ। ਮੈਂ ਇਹਨਾਂ ਨੂੰ ਗੱਲ ਪੁੱਛਣੀ ਸੀ, ਸ਼ਾਇਦ ਇਹਨਾਂ ਨੂੰ ਮੇਰੀ ਆਵਾਜ਼ ਨਹੀਂ ਸੀ ਪਹੁੰਚ ਰਹੀ। ਹਾਂਜੀ, ਪਹਿਲਾ ਸਵਾਲ ਜਿਹੜਾ ਇਹਨਾਂ ਦਾ, ਕਹਿੰਦੇ ਕਿ ਖੁਦਾ ਨਾਂ ਦੀ ਕੋਈ ਚੀਜ਼ ਹੈ ਅਤੇ ਕੀ ਹੈ? ਤੁਸੀਂ ਇੱਕ ਸਾਈਕੋਥੈਰੇਪਿਸਟ ਦੇ ਤੌਰ ਦੇ ਉੱਤੇ, ਇੱਕ ਸਾਈਕੋਲੋਜਿਸਟ ਦੇ ਤੌਰ ਦੇ ਉੱਤੇ ਕਿੱਦਾਂ ਦੇਖਦੇ ਹੋ ਇਸ ਸਵਾਲ ਨੂੰ? ਦੇਖੋ, ਪਹਿਲੀ ਗੱਲ ਤਾਂ ਹੈ ਵੀ
ਮੈਂ ਤਾਂ ਹਮੇਸ਼ਾ ਕਹਿੰਦਾ ਵੀ ਰੱਬ ਨੂੰ ਮਨੁੱਖ ਨੇ ਸਿਰਜਿਆ ਤੇ ਰੱਬ ਨੇ ਮਨੁੱਖ ਨਹੀਂ ਸਿਰਜਿਆ ਹੈਗਾ। ਰੱਬ ਨੂੰ ਮਨੁੱਖ ਨੇ ਸਿਰਜਿਆ ਮਨੁੱਖ ਨੂੰ ਮਤਲਬ ਰੱਬ ਨੇ ਨਹੀਂ ਸਿਰਜਿਆ ਹੈਗਾ। ਹੈ ਰੱਬ ਉਹਨਾਂ ਦੇ ਮੁਤਾਬਕ ਹੀ ਮੈਂ ਜਵਾਬ ਦੇ ਰਿਹਾ ਇਹ। ਹੁਣ ਜਿਹਦਾ ਇਹਦੇ ਤੋਂ ਮਨੁੱਖ ਨਹੀਂ ਸਿਰਜਿਆ ਫਿਰ ਕੀ ਸਮਝਾਂਗੇ ਆਪਾਂ ਇਸ ਗੱਲ ਨੂੰ ਵੀ ਮਨੁੱਖ ਦੀ ਕਲਪਨਾ ਚੋਂ ਨਿਕਲਿਆ ਵੀ ਸ਼ਾਇਦ ਮੁਸੀਬਤਾਂ ਦਾ ਹੱਲ ਕੋਈ ਹੋਰ ਤੇ ਸੱਤਾ ਕਿਤੇ ਬੈਠੀ ਹੈ ਉਹ ਕੱਢਦੀ ਹੈਗੀ ਹੈ ਵੀ ਸੱਤਾ ਦਾ ਸਵਾਲ ਵੀ ਕੋਈ ਕਿਸੇ ਹੋਰ ਕੋਲ ਕੰਟਰੋਲ ਹੈ ਸਾਰਾ ਕੁਝ ਜਿਹੜਾ ਹੈਗਾ। ਮਤਲਬ ਇਸ ਨੂੰ ਮਤਲਬ ਪਹਿਲੀ ਗੱਲ ਤਾਂ ਕੋਈ ਪ੍ਰੂਵ ਹੀ ਨਹੀਂ ਕਰ ਸਕਦਾ ਵੀ ਹੈ ਕਿਤੇ। ਜਿਹੜੇ ਕਹਿੰਦੇ ਆ ਉਹਨਾਂ ਨੂੰ ਪੁੱਛ ਲਓ ਵੀ ਹੈਗਾ ਉਹਨਾਂ ਨੇ ਕਿ ਦੇਖਿਆ ਕਿਤੇ। ਜਿਹੜੇ ਇਹ ਕਹਿੰਦੇ ਆ ਵੀ ਉਹ ਪ੍ਰੋਬਲਮਾਂ ਸੋਲਵ ਹੋ ਸਕਦੀਆਂ ਨੇਗੀਆਂ ਵੀ ਉਹ ਕੋਈ ਉਹਦੀ ਪੂਜਾ ਪਾਠ ਜਾਂ ਪ੍ਰਾਰਥਨਾ ਕਰਕੇ, ਤਾਂ ਫਿਰ ਮੇਰੇ ਖਿਆਲ 'ਚ ਪ੍ਰਾਰਥਨਾ ਤਾਂ ਹਰ ਬੰਦਾ ਹੀ ਕਰ ਸਕਦਾ ਹੈਗਾ ਵੀ ਮੈਂ ਤਾਂ ਅਮੀਰ ਹੋ ਜਾਂ। ਅਤੇ ਮੈਨੂੰ ਲੱਗਦਾ ਸਭ ਤੋਂ ਵੱਧ ਜੇ ਪੂਜਾ ਪਾਠ ਦਾ ਮਸਲਾ ਤਾਂ ਹਿੰਦੁਸਤਾਨ 'ਚ ਹੀ ਹੁੰਦਾ ਹੈ। ਸਭ ਤੋਂ ਮੁਲਕ ਜੇ ਉਹ ਮੁਲਕ ਹੈ ਜਿੱਥੇ ਦੁਨੀਆ ਦੇ ਅੱਧੇ ਧਾਰਮਿਕ ਸਥਾਨ ਜਿਹੜੇ ਆ ਪੂਜਾ ਸਥਲ ਹੈਗੇ ਆ ਅਤੇ ਸਭ ਤੋਂ ਵੱਧ ਗਰੀਬੀ ਵੀ ਉੱਥੇ ਹੀ ਹੈ ਅਤੇ ਸਭ ਤੋਂ ਵੱਧ ਮਾੜੀਆਂ ਹਾਲਤਾਂ 'ਚ ਤੁਸੀਂ ਕਰੋਨਾ 'ਚ ਦੇਖਿਆ ਸਾਡੇ ਲੋਕਾਂ ਨੇ ਜ਼ਿੰਦਗੀ ਜਿਉਣੀ ਹੈਗੀ ਆ। ਸੋ ਇਸ ਬਾਰੇ ਮੈਂ ਤਾਂ ਸਪਸ਼ਟ ਹੀ ਹੈਗਾ ਵੀ ਇਸ ਤਰ੍ਹਾਂ ਦੀ ਕੋਈ ਇਹ ਤਾਂ ਕਲਪਨਾ ਹੈਗੀ। ਉਹ ਪਹਿਲਾਂ ਵੀ ਆਪਾਂ ਗੱਲ ਚੱਲੀ ਸੀ ਵੀ ਕਹਿੰਦੇ ਹੈਗੇ ਕਹਿੰਦੇ ਹੈ ਵੀ ਆਹ ਹੈਗਾ। ਕਹਿੰਦੇ ਤੋਂ ਮਤਲਬ ਨਹੀਂ ਅਸੀਂ ਲੈਣਾ। ਅਸੀਂ ਤਾਂ ਕਹਿੰਦਾ ਵੀ ਅਜੇ ਤੱਕ ਇਹ ਸਾਰੀ ਕਲਪਨਾ ਦਾ ਪਾਰਟ ਹੈ ਮਨੁੱਖ ਦੀ ਦਾ। ਜਦੋਂ ਵੀ ਇਹ ਕਨਸੈਪਟ ਬਣਿਆ ਮਨੁੱਖ ਦੇ ਦਿਮਾਗ ਦਰ 'ਚੋਂ ਨਿਕਲਿਆ, ਪਰ ਬਾਅਦ 'ਚ ਆ ਕੇ ਉਹਨੂੰ ਜਿਵੇਂ ਯੂਜ਼ ਕੀਤਾ ਗਿਆ ਹੈਗਾ ਅੱਜ ਜਿਵੇਂ ਇਹ ਕਨਸੈਪਟ ਨੂੰ ਯੂਜ਼ ਕੀਤਾ ਜਾ ਰਿਹਾ, ਚਾਹੇ ਤੁਸੀਂ ਕਿਤੇ ਦੇਖ ਲਓ। ਜੇ ਕਿਸਾਨ ਅੰਦੋਲਨ ਵੀ ਚੱਲਦਾ ਹੈ ਉਹਦੇ 'ਚ ਇੱਕ ਪੈਰਲਲ ਧਿਰ ਖੜੀ ਕਰਤੀ ਵੀ ਜਿਹਦਾ ਸੰਬੰਧ ਹੀ ਇਸ ਤਰ੍ਹਾਂ ਦਾ ਜਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ। ਮਤਲਬ ਕਹਿਣ ਦਾ ਕਿ ਪੋਲੀਟੀਕਲ ਸੰਸਥਾਵਾਂ ਜਿਹੜੀਆਂ ਨੇ ਅੱਜ ਉਹ ਟੂਲ ਬਣਾ ਚੁੱਕਿਆ ਉਹ ਰੱਬ ਦੀ ਵਰਗੀ ਚੀਜ਼ ਨੂੰ ਵੀ ਟੂਲ ਰਾਹੀਂ ਅਸੀਂ ਲੋਕਾਂ 'ਤੇ ਰਾਜ ਕਿਵੇਂ ਕਰੀਏ। ਉਹ ਟੂਲ ਬਣ ਗਿਆ ਐਕਚੁਅਲੀ। ਮਤਲਬ ਕਿਤੇ ਦੀ ਕਲਪਨਾ ਜਿਹੜੀ ਕੀਤੀ ਵੀ ਹੈ ਉਹ ਕਲਪਨਾ ਨੂੰ ਪ੍ਰੂਵ ਨਹੀਂ ਕੀਤਾ ਜਾ ਸਕਦਾ। ਇਹ ਗੱਲ ਬੜੀ ਕਲੀਅਰ ਹੈ ਕਿ ਇਸ ਤਰ੍ਹਾਂ ਦੀ ਕਿਤੇ ਕੋਈ ਜੇ ਪਹਿਲਾਂ ਵੀ ਦੇਖੀ ਤਾਂ 2000 ਸਾਲ ਪਹਿਲਾਂ ਬੁੱਧ ਵੀ ਇਹਨੂੰ ਰੱਦ ਕਰ ਚੁੱਕਿਆ ਹੈਗਾ, ਮਹਾਵੀਰ ਵੀ ਇਹਨੂੰ ਰੱਦ ਕਰ ਚੁੱਕਿਆ ਹੈਗਾ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈਗੀ। ਉਹ ਤਾਂ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਰੱਦ ਕਰੀ ਬੈਠੀਆਂ ਨੇਗੀਆਂ ਅਤੇ ਅਸੀਂ ਤਾਂ ਵਿਗਿਆਨੀ ਹਾਂ, ਅਸੀਂ ਤਾਂ ਇਹਨਾਂ ਗੱਲਾਂ 'ਚ ਵਿਸ਼ਵਾਸ ਕਰਨਾ ਵੀ ਕੀ ਹੈਗਾ। ਅਤੇ ਦੂਸਰੀ ਜੀ ਇੱਕ ਗੱਲ ਜਿਹੜੀ ਉਹਨਾਂ ਨੇ ਅਗਲੀ ਕੀਤੀ ਹੈਗੀ ਉਹ ਗੱਲ ਫਿਰ ਉਹਦੇ ਵਿੱਚ ਹੀ ਆਨਸਰ ਹੋ ਗਿਆ। ਉਹਦੇ ਵਿੱਚ ਆਨਸਰ ਹੈਗਾ ਅਤੇ ਮੈਨੂੰ ਕਿਸੇ ਧਰਮ ਨਾਲ ਜੋੜ ਕੇ ਗੱਲ ਕਹਿਣ ਦੀ ਕੋਈ ਜ਼ਰੂਰਤ ਨਹੀਂ। ਥੈਂਕ ਯੂ। ਬਿਪਨਦੀਪ ਖੁਰਾਣਾ ਜੀ। ਹਾਂਜੀ ਬਿਪਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਜਿਹੜੇ ਤੁਹਾਡੇ ਕੋਈ ਗੈਸਟ ਨੇ ਇਹਨਾਂ ਨੂੰ ਵੀ ਬਹੁਤ। ਮੈਂ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਤੁਸੀਂ ਅੱਜ ਗੱਲਬਾਤ ਦਾ ਵਿਸ਼ੇ ਵੀ ਬਹੁਤ ਵਧੀਆ ਰੱਖਿਆ ਤੇ ਇਹਨਾਂ ਦੇ ਇੰਟੈਲੈਕਟ ਨਾਲ ਤੁਸੀਂ ਬਹੁਤ ਵਧੀਆ ਆਈ ਫੀਲ ਪ੍ਰਾਈਡ ਕਿ ਵੀ ਬਹੁਤ ਵਧੀਆ ਸਿੱਖਣ ਨੂੰ ਮਿਲ ਰਿਹਾ, ਸੁਣਨ ਨੂੰ ਮਿਲ ਰਿਹਾ। ਇੱਕ ਗੱਲ ਮੈਂ ਹੁਣੇ ਜਿਵੇਂ ਕਈ ਕਾਲਰਸ ਦੇ ਫੋਨ ਆਏ ਤਾਂ ਮੇਰੇ ਜ਼ਿਹਨ 'ਚ ਗੱਲ ਆਉਂਦੀ ਸੀ ਕਿ ਕਿਤੇ ਨਾ ਕਿਤੇ ਸਾਡੇ ਵਿੱਚ ਵੀ ਕੋਈ ਧਾਰਮਿਕਤਾ ਦੀ ਜੇ ਕੋਈ ਚਿੰਗਿਆਰੀ ਹੈ ਜਾਂ ਕੋਈ ਥੋੜ੍ਹੀ ਜਿਹੀ ਹੈਗੀ ਹੈ ਕੋਈ ਜੋਤ ਜਾਂ ਕੁਛ ਚੀਜ਼, ਸਾਡਾ ਕਿਤੇ ਨਾ ਕਿਤੇ ਟੈਂਡੈਂਸੀ ਸਾਡੀ ਬਣ ਜਾਂਦੀ ਹੈ ਕਿ ਅਸੀਂ ਪੈਸਿਵਲੀ ਉਹਨੂੰ ਦੂਸਰੇ ਕੋਲੋਂ ਪੁੱਛ ਲਈਏ। ਜਿਵੇਂ ਇਹਨਾਂ ਨੇ ਬਹੁਤ ਵਧੀਆ ਕਈ ਗੱਲਾਂ ਦੱਸੀਆਂ ਨੇ, ਹਾਲਾਂਕਿ ਬਹੁਤ ਜਾਗਰੂਕ ਕਰਨ ਵਾਲੀਆਂ ਗੱਲਾਂ ਨੇ, ਪਰ ਕਿਤੇ ਨਾ ਕਿਤੇ ਧਾਰਮਿਕਤਾ ਵਾਲਾ ਕੰਮ ਹੈ ਜਿਹੜਾ ਸਿੱਖਣਾ ਜਾਂ ਜਾਣਨਾ ਜਿਹੜਾ ਹੈ ਕਿ ਐਕਸਪੀਰੀਅੰਸ ਕਰਨਾ, ਉਸ ਐਕਸਪੀਰੀਅੰਸ ਨੂੰ ਮੈਂ ਸਮਝਦਾ ਉਹ ਇੱਕ ਹਰੇਕ ਵਿਅਕਤੀ ਦਾ ਆਪਣਾ ਹੈ। ਤੇ ਪੈਸਿਵਲੀ ਵੀ ਦੂਸਰਾ ਮੈਨੂੰ ਕੁਛ ਦੇ ਦੇਵੇ ਜਾਂ ਮੈਨੂੰ ਸਿਖਾ ਦੇਵੇ ਜਾਂ ਮੈਨੂੰ ਸਮਝਾ ਦੇਵੇ ਤੇ ਉਹਦੇ 'ਚ ਥੋੜ੍ਹਾ ਜਿਹਾ ਮੈਂ ਸਮਝਦਾ ਪਰਸਨਲ ਤੌਰ ਤੇ ਕਿ ਇੰਨਾ ਆਪਾਂ ਨੂੰ ਸ਼ਾਇਦ ਨਹੀਂ ਪੈਣਾ ਚਾਹੀਦਾ। ਪਰ ਉੱਦਾਂ ਜਿਹੜੀ ਕੋਈ ਸਵਾਲ ਹੈ ਤੁਹਾਡਾ ਇਹਨਾਂ ਦੇ ਲਈ? ਕੋਈ ਸਵਾਲ ਵੀ ਆ? ਸਵਾਲ ਮੈਂ ਇਹਨਾਂ ਦੇ ਸਵਾਲਾਂ 'ਚੋਂ ਹੀ ਆਪਣੀ ਲਰਨਿੰਗ ਮੈਂ ਆਪਣੀ ਕੱਢ ਰਿਹਾ ਸੀਗਾ ਜੋ ਮੈਨੂੰ ਮੇਰੇ ਨਾਲ ਰੈਲੇਵੈਂਟ ਹੈਗੀ ਹੈ। ਪਹਿਲਾਂ ਇਹਨਾਂ ਨੇ ਲੌਜਿਕ ਦੀ ਗੱਲ ਕੀਤੀ, ਬਹੁਤ ਵਧੀਆ ਗੱਲ ਸੀਗੀ ਤੇ ਕਿਸੇ ਨਾ ਕਿਤੇ ਕੁਝ ਕਾਲਰ ਸ਼ਾਇਦ ਇਹਨਾਂ ਨਾਲ ਸਹਿਮਤ ਹੋਏ ਜਾਂ ਨਹੀਂ ਹੋਏ। ਮੇਰਾ ਸਵਾਲ ਇਹ ਸੀਗਾ ਕਿ ਲੌਜਿਕ ਜ਼ਰੂਰ ਬਹੁਤ ਜ਼ਰੂਰੀ ਹੈ, ਪਰ ਜਿਵੇਂ ਜੇ ਤੁਸੀਂ ਇੱਕ ਫੁੱਲ ਦੀ ਜਾਂ ਕਿਸੇ ਇੱਕ ਇਨਸਾਨ ਦੀ ਖੂਬਸੂਰਤੀ ਨੂੰ ਦੇਖਦੇ ਹੋ, ਜੇ ਤੁਸੀਂ ਉਸ ਫੁੱਲ ਦਾ ਐਗਜ਼ਾਮਪਲ ਲੈ ਕੇ ਜੇ ਦੇਖੀਏ, ਜੇ ਉਹਦੀ ਪੱਤੀਆਂ ਅਲੱਗ ਕਰਦੀ ਹੈ, ਉਹਦਾ ਬੂਟਾ ਅਲੱਗ ਕਰਦੀ ਹੈ, ਉਹਨੂੰ ਤੋੜ ਮੋੜ ਕੇ ਜਿਵੇਂ ਮਰਜ਼ੀ ਉਹਨੂੰ ਸਾਰਾ ਡਿਸਪਰਸ ਕਰਕੇ ਡਿਵਾਈਡ ਕਰ ਲਈਏ ਤਾਂ ਖੂਬਸੂਰਤੀ ਜਿਹੜੀ ਹੈ ਉਹ ਲੌਜਿਕ ਨਾਲ ਐਕਸਪਲੇਨ ਸ਼ਾਇਦ ਨਾ ਕੀਤੀ ਜਾ ਸਕੇ। ਤਾਂ ਉਹੀ ਕਿਤੇ ਨਾ ਕਿਤੇ ਸਪਿਰਿਚੁਅਲਿਟੀ ਵੀ ਇਹੀ ਹੈ ਕਿ ਲੌਜਿਕ ਤੋਂ ਉੱਪਰ ਜਿਹੜੀ ਚੀਜ਼ ਨੂੰ ਜਾਣਨਾ। ਮੈਂ ਸਮਝਦਾ ਇਹਨਾਂ ਦਾ ਇਸ ਚੀਜ਼ ਬਾਰੇ ਕੀ ਵਿਚਾਰ ਹੈ? ਮੈਂ ਇਹ ਦੱਸ। ਦੇਖੋ ਤੁਸੀਂ ਪਹਿਲਾਂ ਮੇਰੇ ਖਿਆਲ 'ਚ ਜੇ ਸਾਰਾ ਸੁਣਿਆ ਤਾਂ ਮੈਂ ਪਹਿਲਾਂ ਵੀ ਇਹਦਾ ਕਲੀਅਰ ਕਰਤਾ ਸੀ ਗੱਲ ਮੈਂ ਜਾ ਕੇ ਵੀ ਜਿਹੜਾ ਇਮੋਸ਼ਨਸ ਅਤੇ ਲੌਜਿਕ ਹੈ, ਮੈਂ ਇਹ ਗੱਲ ਪੈਰਲਲ ਚੱਲਦੇ ਨੇ ਇਹ ਜੀ। ਇਮੋਸ਼ਨ ਸਾਨੂੰ ਜਿਹੜੀ ਹੈਗੀ ਸਾਡੇ ਅੰਦਰ ਇੱਕ ਕਿਸਮ ਦਾ ਜਿਹਨੂੰ ਆਪਾਂ ਕਿ ਹੌਸਲਾ ਦਿੰਦੀ ਹੈ ਵੀ ਆਹ ਕਰਦੇ ਉਕਸਾਉਂਦੀ ਹੈ ਤੁਹਾਨੂੰ ਕਿਸੇ ਕੰਮ ਕਰਨ ਦੇ ਲਈ। ਲੌਜਿਕ ਤੁਹਾਨੂੰ ਕੰਟਰੋਲ ਕਰਦੀ ਹੈ ਵੀ ਰਸਤਾ ਦਿੰਦੀ ਹੈ ਵੀ ਕਿਸ ਤਰ੍ਹਾਂ ਕਰਨਾ ਚਾਹੀਦਾ। ਚਲੋ ਠੀਕ ਹੈ, ਤੁਹਾਡੇ ਖਿਆਲ ਮਨ 'ਚ ਇਮੋਸ਼ਨਸ ਆ ਗਈ ਵੀ ਆਹ ਹੋਣਾ ਚਾਹੀਦਾ, ਤੁਸੀਂ ਜਜ਼ਬਾਤੀ ਹੋ, ਕੰਟਰੋਲ ਕਰਕੇ ਕਹਿੰਦੇ ਵੀ ਥੋੜ੍ਹਾ ਜਿਹਾ ਲੌਜਿਕ ਫੈਕਟਸ ਇਕੱਠੇ ਕਰਕੇ ਚੱਲਣਾ ਹੈਗਾ। ਦੋਨੇ ਅਸਲ ਵਿੱਚ ਮੈਂ ਜਿਹਨੂੰ ਸਿਸਟਰਸ ਕਹਿਦਾ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ। ਦੋਨਾਂ ਦੇ ਬੈਲੈਂਸ ਦੀ ਗੱਲ ਕੀਤੀ ਹੈ ਪਹਿਲਾਂ ਵੀ ਮੈਂ ਵੀ ਦੋਨੇ ਬੈਲੈਂਸ 'ਚ ਹੋਣੀ ਚਾਹੀਦੀਆਂ। ਬਿਲਕੁਲ ਉਵੇਂ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਖੁਸ਼ਬੂ ਮਤਲਬ ਫੁੱਲ ਨਾਲ ਜੁੜੀ ਹੈਗੀ
ਤੇ ਤੁਸੀਂ ਮਤਲਬ ਪੌਦੇ ਨੂੰ ਖੁਸ਼ਬੂ ਵੱਖਰੀ ਨਹੀਂ ਕਰ ਸਕਦੇ ਹੈਗੇ। ਬਿਲਕੁਲ ਉਵੇਂ ਹੀ ਸਾਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈਗੀ ਕਿ ਇਸ ਨੂੰ ਅਸੀਂ ਪੈਰਲਲ ਜਦੋਂ ਗੱਲ ਕਰਦੇ ਹੈਗੇ ਆ ਤਾਂ ਬਾਡੀ ਦਾ ਇੱਕ ਬ੍ਰੇਨ ਦਾ ਇੱਕ ਬੈਲੈਂਸ ਹੈ, ਉਹ ਇਮੋਸ਼ਨ ਨੂੰ ਕੰਟਰੋਲ ਕਰਦਾ ਆਪਣੀ ਲੌਜਿਕ ਦੇ ਰਾਹੀਂ। ਤੇ ਇਮੋਸ਼ਨ ਜਿਹੜੀ ਆ ਉਹਨੂੰ ਮਤਲਬ ਬਹੁਤ ਸਾਰੀਆਂ ਗੱਲਾਂ ਦੇ ਲਈ ਖਿੱਚ ਕੇ ਲਿਜਾਂਦੀ ਹੈ ਕਰਨ ਵੱਲ, ਜਜ਼ਬਾਤੀ ਕਰਦੀ ਹੈ ਵੀ ਆਹ ਕਰਕੇ ਦਿਖਾਉਣਾ ਮੈਂ। ਸੋ ਇਹ ਗੱਲ ਇੰਨੀ ਕਿ ਇਹਨੂੰ ਸਮਝਣ ਦੀ ਜ਼ਰੂਰਤ ਹੈ। ਅੱਛਾ, ਹੁਣ ਸਮਾਂ ਆਪਣੇ ਕੋਲ ਉਨਾ ਕੀ ਆ, ਪਰ ਮੈਂ ਇਹ ਜ਼ਰੂਰ ਚਾਹੁੰਦੀ ਹਾਂ ਕਿ ਜੇ ਤੁਸੀਂ ਦੱਸ ਸਕੋ ਕਿ ਆਪਾਂ ਜਦੋਂ ਮਨੋਰੋਗਾਂ ਦੀ ਗੱਲ ਕਰਦੇ ਹਾਂ, ਕਿਉਂਕਿ ਤੁਸੀਂ ਸਾਈਕੋਥੈਰੇਪਿਸਟ ਦੇ ਤੌਰ 'ਤੇ ਲੰਬਾ ਸਮਾਂ ਤੁਸੀਂ ਪ੍ਰੈਕਟਿਸ ਕਰਦੇ ਆ ਰਹੇ ਹੋ, ਤੁਸੀਂ ਕਾਉਂਸਲਰ ਵੀ ਰਹੇ ਹੈਗੇ ਆ, ਕਿਹੜੇ ਫੈਕਟਰਸ ਨੇ ਇੰਟਰਨਲ ਅਤੇ ਐਕਸਟਰਨਲ ਜਿਹੜੇ ਕੰਟਰੀਬਿਊਟ ਕਰਦੇ ਨੇ ਮਨੋਰੋਗਾਂ ਦੇ ਲਈ? ਸ਼ੁਰੂ ਤੋਂ ਜਿੱਥੋਂ ਆਪਾਂ ਗੱਲ ਕੀਤੀ ਸੀ ਕਿ ਕੁਝ ਜੀਨਸ ਤੁਹਾਨੂੰ ਮਿਲ ਜਾਂਦੇ ਆ ਅਤੇ ਕੁਝ ਐਨਵਾਇਰਨਮੈਂਟ ਮਿਲ ਜਾਂਦਾ ਹੈ, ਉਸ ਤੋਂ ਬਾਅਦ ਸਾਡਾ ਜਿਹੜਾ ਇੰਟਲੈਕਟ ਹੈ ਡਿਵੈਲਪ ਹੁੰਦਾ। ਕੀ ਇੰਟਲੈਕਟ 'ਤੇ ਕੋਈ ਸੱਟ ਵੱਜ ਜਾਂਦੀ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ? ਮੈਂ 2-3 ਸਵਾਲ ਇਕੱਠੇ ਹੀ ਤੁਹਾਨੂੰ ਕਰ ਦੇਣੇ, ਤੁਸੀਂ ਜੇ ਉਹਦਾ ਜਵਾਬ ਦੇ ਸਕੋ। ਕਦੋਂ ਇਹ ਹੁੰਦਾ ਕਿ ਦਵਾਈਆਂ ਦੇ ਨਾਲ ਠੀਕ ਕੀਤਾ ਜਾਂਦਾ, ਕਦੋਂ ਇਹ ਹੁੰਦਾ ਕਿ ਕਾਉਂਸਲਿੰਗ ਦੇ ਨਾਲ ਠੀਕ ਕੀਤਾ ਜਾਂਦਾ? ਸਭ ਬਹੁਤ ਵਧੀਆ ਸਵਾਲ ਹੈ ਨਵਜੋਤ ਜੋ ਕੀਤੀ ਹੈ ਤੁਸੀਂ। ਇਹਦੇ 'ਚ ਗੱਲ ਸਮਝਣ ਦੀ ਜ਼ਰੂਰਤ ਹੈਗੀ ਹੈ ਵੀ ਮਾਨਸਿਕ ਰੋਗਾਂ ਦਾ ਆਧਾਰ ਕੀ ਹੈਗਾ, ਪੈਦਾ ਕਿਵੇਂ ਹੁੰਦੇ ਹੈਗੇ। ਦੇਖੋ ਬੜਾ ਕਲੀਅਰ ਹੈਗਾ, ਜਦੋਂ ਅਸੀਂ ਸੋਸਾਇਟੀ ਦੀ ਗੱਲ ਕਰਦੇ ਹਾਂ ਜੀ, ਸੋਸਾਇਟੀ ਆ ਗਈ ਹੈ, ਸੋਸ਼ਲ ਸਿਸਟਮ ਕਹਿ ਦਈਏ, ਉਹ ਵੀ ਮਾਨਸਿਕ ਰੋਗ ਕ੍ਰੀਏਟ ਕਰਦਾ ਹੈ। ਓਕੇ, ਜੇ ਉਹ ਪ੍ਰੋਪਰ ਢੰਗ ਨਾਲ ਬੈਲੈਂਸ 'ਚ ਨਹੀਂ ਹੈਗਾ, ਲੋੜ ਤੋਂ ਵੱਧ ਟਰੈਡੀਸ਼ਨਲ ਹੈਗਾ, ਕਿਉਂਕਿ ਉਹ ਜੋ ਜਿੰਨਾ ਜ਼ਿਆਦਾ ਟਰੈਡੀਸ਼ਨਲ ਹੋਊਗਾ ਓਨਾ ਹੀ ਉਹ ਤੁਹਾਡੇ ਤੇ ਤੁਹਾਡੀ ਇੰਡੀਪੈਂਡੈਂਸ ਤੇ ਜਾਬ ਤੇ ਜ਼ਿਆਦਾ ਲਾਊਗਾ, ਰਿਜਿਡ ਹੋਊਗਾ। ਤੇ ਜਦੋਂ ਤੁਹਾਡੇ ਤੇ ਜਾਬ ਤੇ ਜ਼ਿਆਦਾ ਲੱਗਣਗੇ, ਤੁਹਾਡੇ ਅੰਦਰ ਉਹ ਬੱਚਾ, ਜਿਵੇਂ ਛੋਟਾ ਜਿਹਾ ਬੱਚਾ ਜਦੋਂ ਮਾਂ ਨੂੰ ਰੋਕਦੀ ਹੈ ਜਾਣ ਤੋਂ, ਬਾਰ-ਬਾਰ ਜਿੱਦ ਕਰਦਾ ਜਾਣ ਦੀ। ਜੇ ਮਾਂ ਉਹਦੇ ਥੱਪੜ ਮਾਰ ਦਿੰਦੀ ਹੈ, ਉਹਨੂੰ ਮਤਲਬ ਫਿਰ ਉਹ ਤੋਂ ਬਾਅਦ ਫਿਰ ਕਰਦਾ, ਫਿਰ ਥੱਪੜ ਮਾਰਦੀ ਹੈ, ਉਹ ਤੋਂ ਡਰਨ ਲੱਗ ਜਾਂਦਾ, ਉਹਦੀ ਗਰੋਥ ਰੁਕ ਜਾਂਦੀ ਹੈ। ਮਤਲਬ ਉਹ ਉਸੇ ਇੱਕ ਟਰੈਡੀਸ਼ਨ 'ਚ ਜਾਣ ਦੀ ਫਿਰ ਕੋਸ਼ਿਸ਼ ਕਰਦਾ ਵੀ ਮਾਂ ਮੈਨੂੰ ਫਿਰ ਨਾ ਮਾਰ ਦੇ ਕਿਤੇ ਜਾ ਕੇ। ਇਵੇਂ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਉਹ ਵੀ ਮਾਨਸਿਕ ਰੋਗ ਪੈਦਾ ਕਰਦਾ ਹੈਗਾ। ਹੁਣ ਜਿਵੇਂ ਅੱਜ ਦੇ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ, ਜਦੋਂ ਕੈਪੀਟਲਿਜ਼ਮ ਦੀ ਗੱਲ ਕਰਦੇ ਹਾਂ, ਵੀ ਜਦੋਂ ਸਰਮਾਏਦਾਰੀ ਭਾਵ ਪੈਸਾ ਹੀ ਪੈਸਾ ਹੋ ਰਹੀ ਹੈ ਸਾਰੇ ਪਾਸੇ, ਹਰ ਬੰਦਾ ਪੈਸਾ ਬਣਾਉਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਹੈਗਾ, ਉਹਨੇ ਬਹੁਤ ਸਾਰੇ ਡਰਾਬੈਕਸ ਵੀ ਪੈਦਾ ਕੀਤੇ ਆ ਸਾਡੀ ਸੋਸਾਇਟੀ ਦੇ ਅੰਦਰ ਕਿ ਅਸੀਂ ਮਤਲਬ ਜਿਹੜੇ ਸਾਡੇ ਅੰਦਰੋਂ ਮਨੁੱਖਤਾ ਹੈਗੀ ਹੈ, ਇਹਨੂੰ ਹਿਊਮਨਿਟੀ ਕਹਿੰਦੇ ਆ, ਉਹਨੂੰ ਕਰਸ਼ ਕੀਤਾ ਹੈਗਾ। ਜਿੰਨੀ ਉਹ ਕਰਸ਼ ਹੋਈ ਆ, ਉਨੀ ਮਾਨਸਿਕ ਪ੍ਰੋਬਲਮਾਂ ਵਧੀਆਂ ਨੇ ਸਾਡੇ ਅੰਦਰ ਜਾ ਕੇ। ਪੋਲੀਟੀਕਲ ਸਿਸਟਮ ਹੋਇਆ, ਸੋਸ਼ਲ ਸਿਸਟਮ ਹੋਇਆ ਸਾਡਾ, ਅਤੇ ਉਹ ਜਿਹੜੇ ਸਾਰੇ ਸਿਸਟਮ ਆ, ਚਾਹੇ ਰਿਲੀਜੀਅਸ ਸਿਸਟਮ ਵੀ ਆ ਗਿਆ, ਸਾਰੇ ਇਹਦੀ ਪ੍ਰੋਡਕਸ਼ਨ ਨੇ ਪੈਦਾ ਕਰਨ 'ਚ ਇਹਦੇ ਰੋਲ ਅਦਾ ਕਰਦੇ ਆ। ਮਨੁੱਖ ਨੂੰ ਜਦੋਂ ਪ੍ਰੋਪਰ ਢੰਗ ਨਾਲ ਮੈਨੇਜ ਨਹੀਂ ਕਰਦੇ, ਬੱਚੇ ਨੂੰ ਜੇ ਪ੍ਰੋਪਰ ਢੰਗ ਨਾਲ ਮੈਨੇਜ ਨਹੀਂ ਕਰਦੇ। ਹੁਣ ਦੇਖੋ, ਮੈਂ ਮੈਂਟਲ ਹੌਸਪੀਟਲ 'ਚ ਰਹਾਂਗਾ, ਮੈਂ ਇਹ ਦੇਖਿਆ ਵੀ ਜਿਹੜੇ ਆਪਣੇ ਕਿਸੇ ਆਈਡੀਏ 'ਤੇ ਜ਼ਿਆਦਾ ਕੱਟੜ ਰਹੇ, ਮੈਂ ਧਰਮ ਦੀ ਗੱਲ ਹੀ ਨਹੀਂ ਕਰਦਾ, ਚਾਹੇ ਉਹ ਧਾਰਮਿਕ ਆਈਡੀ 'ਤੇ ਕੱਟੜ ਰਹੇ, ਕਿਸੇ ਆਈਡੀ 'ਤੇ ਵੀ ਕੱਟੜ ਰਹੇ, ਮੈਂ ਕਹਿੰਦਾ ਜੋ ਮਤਲਬ ਕਿਸੇ ਇਹ ਗੱਲ ਦਾ ਵੀ ਇਕਨੋਮਿਕ ਦਾ ਹੱਲ ਹੀ ਇੱਕ ਕਾਮਰੇਡ ਸਿਸਟਮ ਨਾਲ ਨਿਕਲ ਸਕਦਾ ਹੈ, ਉਸ 'ਤੇ ਵੀ ਲੋੜ ਤੋਂ ਵੱਧ ਹੀ ਇੱਕ ਵਿਚਾਰ 'ਤੇ ਸਟਿਕ ਹੈਗਾ। ਅਤੇ ਮਾਨਸਿਕ ਰੋਗੀ ਜ਼ਿਆਦਾ ਉਹੇ ਜਿਹੇ ਲੋਕ ਆਉਂਦੇ ਆ ਮੈਂਟਲ ਹੌਸਪੀਟਲਾਂ 'ਚ, ਜ਼ਿਆਦਾ ਉਹਨਾਂ ਦੀ ਗਿਣਤੀ ਉੱਥੇ ਹੈਗੀ ਹੈ। ਅਤੇ ਜਿਹੜੇ ਇੰਟਲੈਕਚੁਅਲ ਹੈਗੇ ਆ, ਜਿਨ੍ਹਾਂ ਨੂੰ ਆਪਾਂ ਇਹ ਕਹੀਏ ਲੌਜਿਕ 'ਚ ਵਿਸ਼ਵਾਸ ਕਰਦੇ ਆ, ਰੈਸ਼ਨਿਸਟ ਹੈਗੇ ਆ, ਆਪਦੇ ਫੈਕਟਸ ਦੇ ਆਧਾਰ 'ਤੇ ਆਪਣੀਆਂ ਪ੍ਰੋਬਲਮਾਂ ਦਾ ਸੋਲਵ ਸਮਝਦੇ ਆ, ਉਹਨੂੰ ਲੱਗਦਾ ਵੀ ਵਿਦਆਊਟ ਸਟਰਗਲ ਦੇਅਰ ਇਜ਼ ਨੋ ਲਾਈਫ, ਅਤੇ ਸਟਰਗਲ ਕਰਨਾ ਹੀ ਪੈਣਾ, ਅਤੇ ਉਹ ਮਾਨਸਿਕ ਪ੍ਰੋਬਲਮਾਂ ਨੂੰ ਕੰਟਰੋਲ ਕਰਦੇ ਹਨ। ਉਹਨਾਂ 'ਚ ਇਹ ਲਾਮਤਾਂ ਉਵੇਂ ਨਹੀਂ ਆਉਂਦੀਆਂ ਹੈਗੀਆਂ। ਸੋ ਵੱਡੀ ਚੀਜ਼ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਮਹਿਸੂਸ ਕਰ ਰਹੀ ਹਾਂ, ਤੁਸੀਂ ਕਹਿ ਰਹੇ ਹੋ ਕਿ ਵੀ ਇਹ ਡਰ ਦੇ ਵਿੱਚੋਂ ਪੈਦਾ ਹੋ ਰਹੀਆਂ, ਚਾਹੇ ਸਾਡਾ ਕੋਈ ਫੈਮਿਲੀ ਦਾ ਪ੍ਰੈਸ਼ਰ ਹੈ, ਜਾਂ ਅਸੀਂ ਸੋਸ਼ਲ ਜਿਹੜਾ ਪ੍ਰੈਸ਼ਰ ਹੈ, ਜਾਂ ਪੋਲੀਟੀਕਲ ਪ੍ਰੈਸ਼ਰ ਹੈ, ਜਾਂ ਆਰਥਿਕ ਹੈ, ਹਰ ਇੱਕ ਚੀਜ਼ ਨੇ ਐਕਸਟਰਨਲੀ ਸਾਨੂੰ ਇਸ ਢੰਗ ਦੇ ਨਾਲ ਜਿਹੜਾ ਤੁਹਾਡਾ ਐਕਸਪ੍ਰੈਸ਼ਨ ਹੈਗਾ, ਮਤਲਬ ਆਪਾਂ ਕਹਿੰਦੇ ਰਾਈਟ ਆਫ ਐਕਸਪ੍ਰੈਸ਼ਨ, ਜਦੋਂ ਉਹਨੂੰ ਤੁਸੀਂ ਪ੍ਰੋਪਰ ਢੰਗ ਨਾਲ ਉਹਨੂੰ ਮਤਲਬ ਮੈਨੇਜ ਨਹੀਂ ਕੀਤਾ ਜਾਂਦਾ, ਭਾਵ ਤੁਹਾਡੇ ਤੇ ਚੈੱਕ ਲਾਏ ਜਾਂਦੇ ਆ, ਤੁਹਾਡੀ ਗੱਲ ਤੁਹਾਡੇ ਆਈਡੀ ਨੂੰ ਐਕਸੈਪਟ ਹੀ ਨਹੀਂ ਕੀਤਾ ਜਾਂਦਾ, ਸੁਣਨ ਨੂੰ ਤਿਆਰ ਹੀ ਨਹੀਂ ਹੈਗੇ, ਫਿਰ ਨੈਚੁਰਲੀ ਉੱਥੇ ਰਿਜ਼ੈਂਟਮੈਂਟ ਤਾਂ ਆਉਣੀ ਹੈ ਬ੍ਰੇਨ 'ਚ ਕਿਤੇ ਨਾ ਕਿਤੇ। ਪਰ ਜਦੋਂ ਮੂਹਰੇ ਪਾਵਰਫੁਲ ਬੰਦਾ ਹੈਗਾ, ਮੰਨ ਲਓ ਪੇਰੈਂਟਸ ਹੀ ਲਾ ਲਓ, ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ, ਜੇ ਉਹ ਲਗਾਤਾਰ ਪਾਵਰਫੁਲ ਬਣੇ ਰਹਿੰਦੇ ਆ, ਚਾਹੇ ਉਹ ਬੱਚਾ 22 ਸਾਲ ਦਾ ਵੀ ਹੋ ਗਿਆ, ਫਿਰ ਵੀ ਉਹ ਉਹਨਾਂ 'ਤੇ ਫੁੱਲ ਕੰਟਰੋਲ ਕਰਦੇ ਆ, ਚਾਹੇ ਉਹ 33 ਸਾਲ ਦਾ ਹੋ ਗਿਆ ਫਿਰ ਵੀ ਕੰਟਰੋਲ ਕਰਦੇ ਆ। ਮੇਰੇ ਕੋਲ ਉਦਾਹਰਨਾਂ ਸੈਂਕੜੇ ਨੇ, 33 ਸਾਲ ਦਾ ਮੁੰਡਾ ਵੀ ਆਪਦੀ ਮਾਂ ਦੇ ਕੰਟਰੋਲ 'ਚ ਰਹਿ ਰਿਹਾ, ਉਹ ਜੇ ਮਾੜਾ ਜਿਹਾ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰ, ਉਹਦੀ ਫਿਰ ਖਿੱਚ ਲੈਂਦੀ ਆ ਉਹਨੂੰ ਜਾ ਕੇ। ਕਹਿਣ ਦਾ ਮਤਲਬ, ਜਦੋਂ ਇਸ ਤਰ੍ਹਾਂ ਦੇ ਪਪੇਟ ਪੈਦਾ ਕਰਦੇ ਹਾਂ ਅਸੀਂ, ਜਦੋਂ ਉਹ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਦੇ ਆ, ਤਾਂ ਨੈਚੁਰਲੀ ਉੱਥੇ ਮਾਨਸਿਕ ਪ੍ਰੋਬਲਮਾਂ ਵਧਣੀਆਂ ਨੇਗੀਆਂ, ਲਾਜ਼ਮੀ ਉਹਦੇ ਅੱਗੇ ਜਾ ਕੇ ਸਮਾਜ ਦੇ ਵਿੱਚ ਉਹਦਾ ਅਸਰ ਪੈਣਾ ਹੁੰਦਾ ਸਾਰਾ ਕੁਝ ਜਾ ਕੇ। ਮੇਰੇ ਕੋਲ ਸਮਾਂ ਨਹੀਂ ਹੈ, ਪਰ ਸਾਡੇ ਕੁਝ ਕਾਲਰਸ ਗੱਲ ਕਰਨਾ ਚਾਹੁੰਦੇ, ਉਹੀ ਗੱਲ ਹੋਈ, ਮੈਂ ਜਿਵੇਂ ਕਿਹਾ ਸੀ ਕਿ ਅਖੀਰ 'ਚ ਤੁਸੀਂ ਕਾਲਸ ਕਰਨੀਆਂ ਸ਼ੁਰੂ ਕਰ ਦੇਣੀਆਂ, ਮੈਂ ਜ਼ਰੂਰ ਸਮਾਂ ਦਊਂਗੀ, ਪਰ 30 ਸੈਕਿੰਡ ਤੋਂ ਬਾਅਦ ਪਲੀਜ਼ ਟਾਈਮ ਨਾ ਲੈਣਾ। ਗੁਰਪ੍ਰੀਤ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਕੁਐਸਚਨ ਜਿਹੜਾ ਕੁਐਸਚਨ ਕੀਤਾ ਗਿਆ ਨੇ ਕਿ ਪ੍ਰਮਾਤਮਾ ਹੈਗਾ ਕਿ ਨਹੀਂ ਹੈਗਾ, ਇਹ ਸੇਮ ਕੁਐਸਚਨ ਕਿਸੇ ਟਾਈਮ ਤੇ ਕਿਸੇ ਬੰਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਕੀਤਾ ਸੀ। ਤੇ ਉਹਨਾਂ ਨੇ ਉਸ ਟਾਈਮ ਤੇ ਉਹਨਾਂ ਨੇ ਕਿਹਾ ਸੀ ਕਿ ਇੱਕ ਦੁੱਧ ਦਾ ਪਿਆਲਾ ਲਿਆ ਕੇ ਦਿਖਾਓ। ਉਹਨੇ ਦੁੱਧ ਦਾ ਪਿਆਲਾ ਲਿਆਂਦਾ, ਉਹਨੇ ਕਿਹਾ ਕਿ ਇਹਦੇ ਵਿੱਚ ਘਿਓ ਵੀ ਹੈਗਾ ਵਾ, ਇਹਦੇ ਵਿੱਚ ਦਹੀਂ ਵੀ ਹੈਗਾ ਵਾ, ਇਹਦੇ ਵਿੱਚ ਲੱਸੀ ਵੀ ਹੈਗੀ ਆ। ਵੇਖਣ ਵਾਲੇ ਦੀ ਅੱਖ ਚਾਹੀਦੀ ਆ ਵੀ ਉਹ ਚ ਕਿੱਦਾਂ ਲੱਭ ਸਕਦਾ। ਪਰਮਾਤਮਾ ਦੀ ਮੈਨੂੰ ਡੈਫੀਨੇਸ਼ਨ ਤੋਂ ਵਧੀਆ ਹੋਰ ਕੁਝ ਨਹੀਂ ਦੇ ਸਕਦਾ ਕੋਈ, ਕਿ ਵੀ ਪਰਮਾਤਮਾ ਹੈਗਾ ਵਾ, ਪਰ ਵੇਖਣ ਵਾਲਾ ਦਾ ਨਜ਼ਰੀਆ ਕਿੱਦਾਂ ਦਾ ਉਹ ਮੈਂ ਦੱਸਣਾ ਚਾਹੁੰਦਾ ਸੀ। ਬਸ ਮੇਰੀ ਇੰਨੀ ਗੱਲ ਸੀ। ਥੈਂਕ ਯੂ। ਨਿਰਮਲ ਜੀ, ਤੁਹਾਡੇ ਕੋਲ ਵੀ 15-20 ਸੈਕਿੰਡ ਨੇ। ਨਵਜੋਤ, ਕਈ ਇਨਸਾਨ ਕਈ ਦੁੱਖਾਂ ਦੇ ਵਿੱਚ ਦੀ ਲੰਘ ਕੇ ਉਹ ਫੇਰ ਜਿੱਦਾਂ ਹਨਾ ਤਕੜੇ ਹੋ ਕੇ ਤੁਰੇ ਰਹਿੰਦੇ ਆ, ਕਈ ਹੈਗੇ ਉਹ ਡਿੱਗ ਪੈਂਦੇ ਆ, ਇਹਦੇ ਚ ਕੀ ਫਰਕ ਹੋਊਗਾ? ਹਾਂਜੀ ਦੱਸੋ ਜੀ। ਦੇਖੋ, ਬੜਾ ਕਲੀਅਰ ਹੈ, ਤੁਸੀਂ ਆਪ ਹੀ ਬਹੁਤ ਕੁਝ ਕਹਿਤਾ ਇਹਦੇ 'ਚ ਵੀ ਇੱਕ ਤਾਂ ਡਿੱਗ ਪੈਂਦੇ ਆ, ਇੱਕ ਮਤਲਬ ਅੱਗੇ ਜਾ ਕੇ ਦੇਖੋ ਇੱਕ ਸਪਸ਼ਟ ਹੈਗਾ ਵੀ ਜਦੋਂ ਤੁਸੀਂ ਸਟਰਗਲ ਜਾਓਗੇ, ਜਦੋਂ ਤੁਸੀਂ ਪ੍ਰੋਬਲਮ ਸੋਲਵ ਕਰਨ ਨੂੰ ਦੇ ਮੈਥਡ ਨੂੰ ਅਪਣਾ ਕੇ ਚੱਲਦੇ ਰਹੋਗੇ ਤਾਂ ਬ੍ਰੇਨ ਨੇ ਗਰੋ ਕਰਨਾ, ਵਿਕਾਸ ਕਰਨਾ ਹੈਗਾ। ਜਦੋਂ ਤੁਸੀਂ ਪ੍ਰੋਬਲਮ ਸੋਲਵ ਕਰ ਲਈ ਤਾਂ ਅਗਲੀ ਪ੍ਰੋਬਲਮ ਲਈ ਤੁਸੀਂ ਤਿਆਰ ਹੋਵੋਗੇ ਸੋਲਵ ਕਰਨ ਵਾਸਤੇ, ਵੀ ਇਹ ਵੀ ਸੋਲਵ ਹੋ ਜਾਊਗੀ। ਹੁਣ ਜਿਹੜੇ ਡਿੱਗਦੇ ਹੈਗੇ ਉਹ ਤਾਂ ਇਹ ਸਮਝਦੇ ਵੀ ਪ੍ਰੋਬਲਮ ਕੋਈ ਹੋਣੀ ਨਹੀਂ ਚਾਹੀਦੀ। ਹਾਊ ਇਟ ਇਜ਼ ਪੋਸੀਬਲ, ਕਿਵੇਂ ਪੋਸੀਬਲ ਹੈ ਕਿ ਮਤਲਬ ਹਰ ਜੀਵ ਜੰਤੂ ਜਿਹੜੇ ਨੇ, ਚਾਹੇ ਉਹ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਵੀ 1 ਕਰੋੜ 23 ਲੱਖ ਦੇ ਜੂਨਾਂ ਦੇ ਵਿੱਚ ਹਰ ਸਟਰਗਲ ਕਰ ਰਿਹਾ ਜਿਉਣ ਵਾਸਤੇ। ਹਰ ਇੱਕ ਨੂੰ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਨੇਗੀਆਂ। ਜਿਸ ਨੇ ਤਾਂ ਇਹ ਮਸਲਾ ਵੀ ਪ੍ਰੋਬਲਮਾਂ ਤਾਂ ਆਉਣਗੀਆਂ, ਆਈ ਹੈਵ ਟੂ ਸੋਲਵ, ਮੈਂ ਉਹਨੂੰ ਸੋਲਵ ਕਰਨਾ ਹੀ ਕਰਨਾ ਹੈਗਾ, ਉਹ ਅੱਗੇ ਨਿਕਲਣ ਨੂੰ ਕੋਈ ਰੋਕ ਨਹੀਂ ਸਕਦਾ। ਜਿਹਨੇ ਮਤਲਬ ਵਿਚਾਲੇ ਇਹ ਆ ਵੀ ਇਹ ਤਾਂ ਪ੍ਰੋਬਲਮ ਜਿਹੜੀ ਆ ਬਸ ਆ ਗਈ ਹੈ ਅਤੇ ਮੈਨੂੰ ਤਾਂ ਹੁਣ ਮੈਂ ਤਾਂ ਇਹ ਸਹਿਣ ਨਹੀਂ ਕਰ ਸਕਦਾ, ਉਹ ਨੈਗੇਟਿਵ ਰਸਤਾ ਫੜ ਕੇ ਸੁਸਾਈਡ ਵਾਲੇ ਰਸਤੇ ਉਹੀ ਪੈ ਰਹੇ ਨੇ। ਹੋਰ ਕੌਣ ਪੈ ਰਹੇ ਨੇ? ਇਹ ਕਿਤੇ ਨਾ ਕਿਤੇ ਐਜੂਕੇਸ਼ਨ ਦੀ ਕਮੀ ਹੁੰਦੀ ਹੈ, ਹੋਰ ਕੁਛ ਨਹੀਂ ਹੈਗਾ ਇਹਦੇ 'ਚ। ਬਲਵਿੰਦਰ ਬਰਨਾਲ ਜੀ, ਸਮਾਂ ਆਪਣਾ ਲਗਭਗ ਖਤਮ ਹੋ ਚੁੱਕਾ ਹੈ। ਸਾਡੇ ਕਈ ਲਿਸਨਰਸ ਹੋਣਗੇ ਜਿਹੜੇ ਇਹਨਾਂ ਬਾਰੇ ਹੋਰ ਜਾਣਕਾਰੀ ਚਾਹੁੰਦੇ ਨੇ। ਮੈਂ ਇੰਨਾ ਜ਼ਰੂਰ ਦੱਸਦੀ ਹਾਂ ਕਿ ਇਹਨਾਂ ਦੀਆਂ ਕਈ ਕਿਤਾਬਾਂ ਨੇ ਜਿਹੜੀਆਂ ਪੜ੍ਹੀਆਂ ਜਾ ਸਕਦੀਆਂ ਨੇ। ਮਨੋਰੋਗ ਕਾਰਨ ਅਤੇ ਇਲਾਜ ਇੱਕ ਕਿਤਾਬ ਇਹਨਾਂ ਦੀ ਬਾਲ ਮਨੋਵਿਗਿਆਨ 'ਤੇ ਹੈ, ਉਹ ਵੀ ਪੜ੍ਹੀ ਜਾ ਸਕਦੀ ਹੈ, ਮਨੋਵਿਗਿਆਨ ਦਾ ਮਹੱਤਵ। ਅਤੇ ਇੱਕ ਚੌਥੀ ਕਿਤਾਬ ਦੀ ਤੁਸੀਂ ਗੱਲ ਕਰ ਰਹੇ ਸੀ, ਇਹਦੇ 'ਚ ਇੱਕ ਤਾਂ ਹੈਗੀ ਹੈ ਸਮੂਹ ਨੀਂਦ, ਕੀ, ਕਿਉਂ ਤੇ ਕਿਵੇਂ, ਜਿਹਨੂੰ ਹਿਪਨੋਸਿਸ ਕਹਿ ਦਿੰਦੇ ਆਪਾਂ। ਹਿਪਨੋਸਿਸ, ਕੀ, ਕਿਉਂ ਤੇ ਕਿਵੇਂ ਵੀ ਇਹ ਹੁੰਦਾ ਕੀ ਹੈ? ਕਹਿੰਦੇ ਦੂਸਰੇ ਨੂੰ ਬੱਸ 'ਚ ਕਰਨਾ, ਵੀ ਉਹ ਬੱਸ 'ਚ ਕਿਵੇਂ ਹੁੰਦਾ ਅਤੇ ਫਿਰ ਉਹਦਾ ਕਾਰਨ ਕੀ ਹੈਗਾ ਅਤੇ ਹੁੰਦਾ ਕਿਵੇਂ ਹੈ, ਉਹ ਕਿਤਾਬ 'ਚ ਵੀ ਇੱਕ ਕਲੀਅਰ ਕੀਤਾ ਮੈਂ। ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸਮਾਂ ਕੱਢਣ ਦੇ ਲਈ। ਪਰ ਮੈਂ ਤੁਹਾਡੇ ਕੋਲ ਵਾਅਦਾ ਚਾਹੁੰਦੀ ਹਾਂ ਕਿ ਕਿਉਂਕਿ ਤੁਸੀਂ ਥੋੜ੍ਹਾ ਸਮਾਂ ਇੱਥੇ ਹੋ, ਜੇ ਮੌਕਾ ਮਿਲਦਾ ਤਾਂ 15-20 ਦਿਨਾਂ ਤੱਕ ਆਪਾਂ ਇੱਕ ਦੁਬਾਰਾ ਸ਼ੋਅ ਕਰਾਂਗੇ ਜਿਹਦੇ 'ਤੇ ਖਾਸ ਕਰਕੇ ਜਿਹੜਾ ਹਿਪਨੋਸਿਸ ਹੈ ਅਤੇ ਮੈਂਟਲ ਹੈਲਥ ਦੇ ਕੁਝ ਇਸ਼ੂਜ਼ ਨੇ ਉਹਨਾਂ ਬਾਰੇ ਆਪਾਂ ਗੱਲ ਕਰ ਸਕੀਏ। ਮੈਨੂੰ ਤੁਹਾਡਾ ਖਾਸ ਤੌਰ 'ਤੇ ਨਵਜੋਤ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਸਵਾਲ ਜਿਹੜੇ ਹੈ ਉਹਨਾਂ ਨੇ ਮੈਨੂੰ ਚੰਗੇ ਉੱਤਰ ਦੇਣ 'ਚ ਮਦਦ ਕੀਤੀ ਹੈ, ਕਿਉਂਕਿ ਜੇ ਚੰਗੇ ਸਵਾਲ ਹੋਣਗੇ ਉੱਤਰ ਵੀ ਚੰਗੇ ਹੋਣਗੇ। ਜਿਹੜੇ ਸਵਾਲ ਹੀ ਨਹੀਂ ਹੈਗੇ ਉਹਨਾਂ ਦੇ ਉੱਤਰ ਵੀ ਨਹੀਂ ਹੋ ਸਕਦੇ ਹੈਗੇ। ਜਿਨ੍ਹਾਂ ਦਾ ਉੱਤਰ ਆਪ ਹੀ ਤੈਅ ਕਰੀ ਬੈਠੇ ਹੁੰਦੇ ਆ ਉਹਨਾਂ ਦਾ ਉੱਤਰ ਵੀ ਦਿੱਤਾ ਨਹੀਂ ਜਾ ਸਕਦਾ। ਸੋ ਤੁਸੀਂ ਬੁਲਾਇਆ ਮੈਨੂੰ ਤੁਹਾਡੇ ਸਟੂਡੀਓ 'ਚ ਸ਼ੇਰੇ ਪੰਜਾਬ ਰੇਡੀਓ ਦੇ ਉਸ ਦੇ ਉੱਤੇ, ਮੈਂ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ ਅਤੇ ਮੈਨੂੰ ਲੱਗਿਆ ਮੇਰਾ ਤਾਂ ਆਪਣਾ ਪਰਿਵਾਰ ਲੱਗਿਆ ਮੈਨੂੰ ਇੱਥੇ ਆ ਕੇ। ਥੈਂਕ ਯੂ। ਸ਼ੁਕਰੀਆ। ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਨਾਲ ਅਸੀਂ ਇੱਕ ਹੋਰ ਗੱਲਬਾਤ ਕਰਾਂਗੇ। ਅਤੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੋਈ ਫੀਡਬੈਕ ਹੈ ਤੁਸੀਂ ਮੈਨੂੰ navjot@sherepunjabradio.ca 'ਤੇ ਈਮੇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਮੈਂ ਦੱਸ ਦਿਆਂ ਕਿ ਕੱਲ੍ਹ ਨੂੰ ਇਹ ਪ੍ਰੋਗਰਾਮ YouTube ਦੇ ਉੱਤੇ ਅਸੀਂ ਪਾ ਦੇਵਾਂਗੇ। ਜੇ ਤੁਸੀਂ ਮਿਸ ਕੀਤਾ ਜਾਂ ਕੁਝ ਨਹੀਂ ਪੂਰੀ ਤਰ੍ਹਾਂ ਸੁਣ ਸਕੇ, ਜ਼ਰੂਰ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕੋਗੇ, ਦੇਖ ਸਕੋਗੇ। ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ।